ਸ਼ਿਵਤੇਜ ਸਿੰਘ ਹੋਰਾਂ ਨੂੰ ਸਾਰੇ ਹੀ ਅਸੀਂ ਬੜੇ ਸਤਿਕਾਰ ਨਾਲ ਸਾਰੇ ਜਾਣਦੇ ਹਾਂ, ਐਂਡ ਹੀ ਨੀਡਸ ਨੋ ਇੰਟਰੋਡਕਸ਼ਨ ਦੈਟ ਵੇ। ਤੇ ਮੈਂ ਅੱਜ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਈ ਤੁਸੀਂ ਕੁਝ ਵਿਚਾਰ ਸਾਂਝੇ ਕਰੋ, ਔਰ ਸਪੈਸ਼ਲੀ ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਸਿੱਖੀ ਦੇ ਵਿੱਚ, ਸਾਡੇ ਵਿਹੜੇ ਵਿੱਚ ਧਾਰਮਿਕ ਗ੍ਰੰਥ, ਅਸਥਾਨ ਤੇ ਜਥੇਬੰਦਿਕ ਢਾਂਚਾ ਤੇ ਕਰਮ ਕਾਂਡ ਕਿੰਨੇ ਕੁ ਵੱਧ ਚੁੱਕੇ ਆ, ਔਰ ਦਿਨ ਬ ਦਿਨ ਵਧੀ ਜਾਂਦੇ ਆ। ਇਹਨਾਂ ਤੇ ਥੋੜਾ ਜਿਹਾ ਆਪਾਂ ਵਿਚਾਰ ਕਰੀਏ ਸਾਰੇ ਜਣੇ, ਤੇ ਡਿਸਕਸ਼ਨ ਦੇ ਵਿੱਚ ਜਿਹੜੀ ਹੈ ਕੁਝ ਸੋਲਿਊਸ਼ਨਸ ਵੱਲ ਚੱਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਪ੍ਰੋਬਲਮਸ ਤਾਂ ਸਾਰਿਆਂ ਨੂੰ ਕਾਫੀ ਜ਼ਿਆਦਾ ਸਾਡੇ ਸਾਰਿਆਂ ਨੂੰ ਪਤਾ, ਪਰ ਕੀ ਅਸੀਂ ਸਾਡੀ ਕੰਟਰੀਬਿਊਸ਼ਨ ਟੂਵਰਡ ਸੋਲਿਊਸ਼ਨ ਕੀ ਹੋ ਸਕਦੀ ਹੈ, ਭਾਵੇਂ ਬੇਬੀ ਸਟੈਪਸ ਹੀ ਹੋਣ, ਛੋਟੇ ਛੋਟੇ ਸਟੈਪਸ ਹੀ ਹੋਣ, ਅਸੀਂ ਕੀ ਲੈ ਸਕਦੇ ਹਾਂ, ਇਹਨਾਂ ਬਾਰੇ ਜ਼ਰੂਰ ਥੋੜਾ ਜਿਹਾ ਅਸੀਂ ਵਿਚਾਰ ਅੱਜ ਕਰੀਏ। ਸੋ ਭਾਈ ਸ਼ਿਵਤੇਜ ਸਿੰਘ ਜੀ, ਪਲੀਜ਼ ਫਲੋਰ ਇਜ਼ ਯੋਰਸ, ਤੁਸੀਂ ਕਰੋ ਤੇ ਫਿਰ ਅਸੀਂ ਕੁਐਸਚਨ ਆਨਸਰ ਲਈ ਕਰਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪ ਜੀ ਤੇ ਜਿੰਨੇ ਵੀ ਇਸ ਵੇਲੇ ਆਪਾਂ ਜੁੜ ਬੈਠੇ ਆ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਦੇ ਵਿਹੜੇ ਦੀ ਗੱਲ ਆਪਾਂ ਕੀਤੀ ਹੈ, ਇਹਦੇ ਵਿੱਚ ਜੋ ਕੁਛ ਇਸ ਸਮੇਂ ਹਾਲਾਤ ਬਣ ਰਹੇ ਨੇ ਜਾਂ ਆਉਣ ਵਾਲੇ ਸਮੇਂ ਬਾਰੇ ਸਾਨੂੰ ਦੱਸ ਰਹੇ ਨੇ ਇਸ਼ਾਰਾ ਕਿ ਕੀ ਕੁਛ ਹੋਣ ਵਾਲਾ ਹੈ ਜਾਂ ਬੀਤ ਚੁੱਕੇ ਦਾ ਆਪਾਂ ਨੂੰ ਪਤਾ ਹੀ ਹੈ, ਪੜ੍ਹਦੇ ਸੁਣਦੇ ਅੱਖੀਂ ਦੇਖਦੇ ਹਾਂ। ਧਾਰਮਿਕ ਗ੍ਰੰਥ, ਧਾਰਮਿਕ ਸਥਾਨਾਂ ਦੀ ਗੱਲ, ਜਥੇਬੰਦੀਆਂ ਧਾਰਮਿਕ, ਇਹ ਜਿੰਨਾ ਕੁਛ ਵੀ ਹੈ ਇਹ ਸਾਰਾ ਕੁਛ ਅਸਲ ਵਿੱਚ ਹੈ ਕੀ, ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਨਹੀਂ ਤੇ ਜੋ ਮੈਂ ਮਹਿਸੂਸ ਕੀਤਾ ਹੈ ਕਿ ਜਦ ਤੱਕ ਸਿੱਖੀਜ਼ਮ ਰਹੇਗਾ ਤਦ ਤੱਕ ਇਹ ਫਾਈਟ ਇਸੇ ਤਰ੍ਹਾਂ ਚੱਲਦੀ ਹੀ ਰਹਿਣੀ ਹੈ। ਅਸਲ ਵਿੱਚ ਹੈ ਇੱਕ ਛੋਟਾ ਜਿਹਾ ਨੁਕਤਾ, ਜੇ ਆਪਾਂ ਸਿੱਖੀ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਕਨਸੈਪਟ ਦਿੱਤਾ ਹੈ ਉਹ ਰਾਜ ਦਾ ਕਨਸੈਪਟ ਹੈ, ਆਪਾਂ ਸਾਰੇ ਜਾਣਦੇ ਹਾਂ। ਇੱਕ ਸੰਵਿਧਾਨ, ਹਰੇਕ ਦੇਸ਼ ਕੋਈ ਵੀ ਰਾਜ ਹੁੰਦਾ ਹੈ, ਦੇਸ਼ ਹੁੰਦਾ ਹੈ, ਉਹਦੇ ਵਿੱਚ ਦੋ ਚਾਰ ਚੀਜ਼ਾਂ ਅਹਿਮ ਹੁੰਦੀਆਂ ਨੇ। ਇੱਕ ਤੇ ਉਸ ਦੇਸ਼ ਦਾ ਸੰਵਿਧਾਨ ਆਪਣਾ ਹੁੰਦਾ ਹੈ। ਇੱਕ ਮਿੰਟ ਮੈਂ ਮਾਫੀ ਚਾਹਾਂਗਾ। ਹਾਂਜੀ, ਦੂਸਰਾ ਉਹਦੀ ਆਰਮੀ ਆਪਣੀ ਹੁੰਦੀ ਹੈ। ਤੀਸਰਾ ਉਹਨਾਂ ਦਾ ਨਿਸ਼ਾਨ ਝੰਡਾ ਆਪਣਾ ਹੁੰਦਾ, ਜਿਹੜਾ ਵੀ ਕੋਈ ਦੇਸ਼ ਹੋਵੇਗਾ। ਜਦੋਂ ਆਪਾਂ ਸਿੱਖੀ ਵੱਲ ਝਾਤ ਮਾਰਦੇ ਹਾਂ, ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ। ਨਿਸ਼ਾਨ ਦੀ ਗੱਲ ਹੈ, ਨਿਸ਼ਾਨ ਸਾਹਿਬ ਵੀ ਸਾਡੇ ਕੋਲ, ਕਿਉਂਕਿ ਰਾਜਸੀ ਸੱਤਾ ਦਾ ਪ੍ਰਤੀਕ ਹੈ। ਸੰਵਿਧਾਨ ਦੀ ਗੱਲ ਹੈ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸੰਵਿਧਾਨ ਹੈ। ਆਰਮੀ ਦੀ ਗੱਲ ਹੈ ਤੇ ਇਹਦੇ ਵਿੱਚ ਸਾਡੇ ਵਿੱਚ ਤਰ੍ਹਾਂ ਤਰ੍ਹਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਜਾਂ ਹੋਰ ਨੇ ਜਿਹੜੀਆਂ ਉਹ ਆਰਮੀ ਦੇ ਰੂਪ ਦੇ ਵਿੱਚ ਨੇ। ਜਦੋਂ ਕਿਸੇ ਦੇਸ਼ ਦੇ ਵਿੱਚ ਆਪਾਂ ਰਹਿੰਦੇ ਹਾਂ ਜਾਂ ਦੇਸ਼ ਦੀ ਗੱਲ ਕਰਦੇ ਹਾਂ, ਅਸਲ 'ਚ ਲੜਾਈ ਹੈ ਕੀ ਸਾਡੀ? ਸੰਵਿਧਾਨ ਸਾਰਿਆਂ ਦਾ ਇੱਕ ਹੀ ਹੁੰਦਾ ਹੈ, ਦੇਸ਼ ਇੱਕ ਹੈ, ਸੰਵਿਧਾਨ ਵੀ ਉਹਦਾ ਇੱਕ ਹੈ, ਪਰ ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਉਹਨਾਂ ਦੀਆਂ ਕੈਟਾਗਰੀਆਂ ਨੇ, ਉਹਨਾਂ ਦੇ ਸਿਸਟਮ ਅਲੱਗ-ਅਲੱਗ ਹੁੰਦੇ ਆ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਕਿਉਂਕਿ ਉੱਥੋਂ ਸੌਖਾ ਸਮਝ ਲਾਂਗੇ, ਉੱਥੇ ਡਾਕਟਰ ਵੀ ਹੈ, ਵਕੀਲ ਵੀ ਹੈ, ਟੀਚਰ ਵੀ ਹੈ, ਆਮ ਸਿਵਲ ਲੋਕ ਨੇ। ਉੱਥੇ ਉਹਦੇ ਬਰਾਬਰ ਦੂਸਰੇ ਪਾਸੇ ਦੇਖੀਏ ਆਰਮੀ ਵੀ ਹੈ, ਪੁਲਿਸ ਵੀ ਹੈ, ਪਰੰਤੂ ਉਹਨਾਂ ਸਾਰਿਆਂ ਦੇ ਸਿਸਟਮ ਅਲੱਗ-ਅਲੱਗ ਨੇ। ਆਰਮੀ ਦਾ ਸਿਸਟਮ ਅਲੱਗ ਹੈ, ਉਹਨਾਂ ਦੀ ਸਟੱਡੀ ਅਲੱਗ ਹੈ, ਉਹਨਾਂ ਦੀ ਟ੍ਰੇਨਿੰਗ ਅਲੱਗ ਹੈ। ਉਹ ਜਿਹੜੇ ਨੇ ਉਹ ਹੋਰ ਤਰੀਕੇ ਪਾਸੇ ਨੂੰ ਫੋਲੋ ਕਰਦੇ ਨੇ। ਜੇ ਟੀਚਰ ਦੀ ਗੱਲ ਹੈ, ਡਾਕਟਰਾਂ ਦੀ ਗੱਲ ਹੈ, ਵਕੀਲਾਂ ਦੀ ਗੱਲ ਹੈ, ਉਹਨਾਂ ਦੀ ਅਲੱਗ ਸਿਸਟਮ ਹੈ, ਬਿਜ਼ਨਸਮੈਨ ਅਲੱਗ ਸਿਸਟਮ ਹੈ। ਜਿਹੜੀ ਅਸਲੀ ਲੜਾਈ ਚੱਲ ਰਹੀ ਹੈ, ਤੁਸੀਂ ਕਦੇ ਝਾਤ ਮਾਰੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਿਤੇ ਵੀ ਲੜਾਈ ਨਹੀਂ ਹੈਗੀ। ਜਿਵੇਂ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲੈ ਕੇ ਲੜਾਈ ਨਹੀਂ ਹੁੰਦੀ। ਹਰ ਗਰੁੱਪ ਕਹਿੰਦਾ ਮੈਂ ਸੰਵਿਧਾਨ ਨੂੰ ਮੰਨਦਾ, ਚਾਹੇ ਨਿਹੰਗ ਸਿੰਘਾਂ ਦੀ ਗੱਲ ਕਰ ਲਓ, ਟਕਸਾਲਾਂ ਦੀ ਗੱਲ ਕਰ ਲਓ, ਡੇਰੇ ਜਿਹੜੇ ਨਾਲ ਜੁੜੇ ਹੋਏ ਨੇ ਕਹਿੰਦੇ ਕਿ ਅਸੀਂ ਸਿੱਖੀ ਦੇ ਵਿੱਚ ਹੀ ਆ, ਉਹਨਾਂ ਦੀ ਵੀ ਗੱਲ ਕਰ ਲਓ, ਸਭਨਾਂ ਨੇ ਪ੍ਰਕਾਸ਼ ਕੀਤੇ, ਸਾਰੇ ਕਹਿੰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਚਾਹੇ ਆਪਾਂ
ਗੁਰਮਤਿ ਵਿਚਾਰਧਾਰਾ ਵਾਲੇ ਲੋਕਾਂ ਨੂੰ ਦੇਖ ਲਈਏ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ, ਇਹਦੇ ਤੋਂ ਕਿਸੇ ਦੀ ਲੜਾਈ ਨਹੀਂ। ਕਦੀ ਟਕਸਾਲੀ ਤੇ ਮਿਸ਼ਨਰੀਆਂ ਦੀ ਲੜਾਈ ਨਹੀਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ, ਕਦੇ ਵੀ ਕਿਸੇ ਨਿਹੰਗਾਂ ਦੀ ਜਾਂ ਹੋਰਨਾਂ ਦੀ ਲੜਾਈ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ। ਤੇ ਲੜਾਈ ਕਿਹੜੀ ਚੀਜ਼ ਤੇ ਹੋ ਰਹੀ ਹੈ? ਲੜਾਈ ਹੋ ਰਹੀ ਹੈ ਜਿਹੜੇ ਉਹਨਾਂ ਦੇ ਆਪਣੀਆਂ ਜਥੇਬੰਦੀਆਂ ਦੇ ਵੱਖ-ਵੱਖ ਸਿਸਟਮ ਨੇ, ਉਹਨਾਂ ਦੇ ਆਪੋ ਆਪਣੇ ਵੱਖ-ਵੱਖ ਕਹਿ ਲਓ ਪੁਸਤਕਾਂ ਨੇ ਜਿਹਨੂੰ ਫੋਲੋ ਕਰਦੇ ਨੇ। ਮੰਨਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਹੈ, ਪਰੰਤੂ ਉਹਦੇ ਨਾਲ ਜਿਹੜੇ ਉਹਨਾਂ ਦੇ ਗਰੁੱਪਾਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ, ਜਾਂ ਜਿਹੜੇ ਵੀ ਉਹਨਾਂ ਦੇ ਹੈਗੇ, ਉਹਨਾਂ ਦੇ ਜਿਹੜੇ ਆਪਣੇ ਨਿੱਜੀ ਗ੍ਰੰਥ ਨੇ, ਉਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਉਹਨਾਂ ਦੇ ਆਪਣੇ ਜਿਹੜੇ ਕਰਮ ਕਾਂਡ ਨੇ, ਉਹਨਾਂ ਨੂੰ ਲੈ ਕੇ ਜਿਹੜੀ ਫਾਈਟ ਚੱਲ ਰਹੀ ਹੈ। ਆਮ ਲਿਬਰਲ ਸੋਚ ਵਾਲਾ ਸਿੱਖ ਜਿਹੜਾ ਹੈ ਉਹ ਕਹਿੰਦਾ ਹੈ ਕਿ ਇਹਨਾਂ ਦੇ ਜੋ ਇਹ ਕੰਮ ਕਰ ਰਹੇ ਨੇ ਰੌਂਗ ਹੈ, ਇਹ ਸਾਡੀ ਸਿੱਖੀ ਵਿੱਚ ਨਹੀਂ ਹੈ। ਹੁਣ ਉਹ ਜਿਹੜੇ ਕਰਮ ਕਰ ਰਹੇ ਨੇ ਉਹ ਉਹਨਾਂ ਦਾ ਇੱਕ ਆਪਣਾ ਸਿਸਟਮ ਹੈ। ਜਿਸ ਤਰ੍ਹਾਂ ਆਰਮੀ ਦੇ ਇੱਕ ਆਪਣਾ ਉਹਨਾਂ ਦਾ, ਬੇਸ਼ੱਕ ਭਾਵੇਂ ਕੋਰਟ ਹੈਗੀ ਹੈ, ਸੈਸ਼ਨ ਕੋਰਟ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਪਰੰਤੂ ਉਹ ਉਹਨਾਂ ਦੇ ਆਪਣੇ ਇੱਕ ਮਾਰਸ਼ਲ ਕੋਰਟ ਵੱਖਰੀ ਹੁੰਦੀ ਹੈ ਜਿੱਥੇ ਫੈਸਲੇ ਕੀਤੇ ਜਾਂਦੇ ਨੇ। ਸਭਨਾਂ ਦਾ ਇਸੇ ਤਰ੍ਹਾਂ ਇੱਕ ਵੱਖਰੇ ਵੱਖਰੇ ਪੈਨਲ ਬਣੇ ਹੁੰਦੇ ਨੇ। ਜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਜਿਹੜੇ ਪਰੰਪਰਾਵਾਦੀ ਲੋਕ ਨੇ, ਜਿਹੜੇ ਪਰੰਪਰਾਵਾਂ ਨੂੰ ਮੰਨ ਰਹੇ ਨੇ, ਉਹਨਾਂ ਮਨੌਤਾਂ ਦੇ ਮੁਤਾਬਕ ਹੀ ਚੱਲ ਰਹੇ ਨੇ, ਸੰਪਰਦਾਇਕ ਲੋਕ ਨੇ, ਉਹ ਵੀ ਦਾਅਵਾ ਕਰਦੇ ਨੇ ਅਸੀਂ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਹਾਂ ਆਪਣਾ ਗੁਰੂ। ਉਹ ਕਹਿ ਰਹੇ ਨੇ ਕਿ ਜਿਹੜੇ ਇਹ ਲਿਬਰਲ ਸੋਚ ਵਾਲੇ ਜਿਹੜੇ ਆਮ ਲੋਕ ਨੇ, ਜੋ ਅਸੀਂ ਕਰ ਰਹੇ ਹਾਂ ਇਹ ਅਸਲੀ ਸਿੱਖੀ ਹੈ, ਉਹ ਸਿੱਖੀ ਤੋਂ ਦੂਰ ਜਾ ਰਹੇ ਨੇ। ਲੜਾਈ ਇਹਨਾਂ ਚੀਜ਼ਾਂ ਦੀ ਹੋ ਰਹੀ ਹੈ ਸਾਰੇ ਸਿੱਖੀ ਦਾ ਹਿੱਸਾ, ਇਹਨਾਂ ਵਿੱਚੋਂ ਕੋਈ ਵੀ ਰੌਂਗ ਨਹੀਂ ਹੈ। ਤੁਸੀਂ ਕਦੇ ਦੇਖੋ ਪਹਿਲੇ ਸਮਿਆਂ ਦੇ ਵਿੱਚ ਇਤਿਹਾਸ ਪੜ੍ਹਦੇ ਉਹਦੇ ਜ਼ਿਕਰ ਆਉਂਦਾ, ਜਿਸ ਵੇਲੇ ਮੱਸੇ ਰੰਘੜ ਦਾ ਸਿਰ ਵੱਢਿਆ, ਉਸ ਵੇਲੇ ਵੀ ਦਸਮ ਗ੍ਰੰਥ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੋਇਆ ਸੀ। ਲਿਖਤਾਂ ਸਾਡੇ ਸਾਹਮਣੇ ਹੈ। ਉਦੋਂ ਇਹ ਫੈਸਲਾ ਕੀਤਾ ਸੀ ਵੀ ਜੇ ਸਿਰ ਵੱਢ ਕੇ ਲੈ ਆਉਣਗੇ, ਮੱਸੇ ਰੰਘੜ ਦਾ ਜਿਵੇਂ ਚੱਲ ਰਿਹਾ ਉਸੇ ਤਰ੍ਹਾਂ ਸਿਸਟਮ ਚੱਲੇਗਾ। ਉਦੋਂ ਹੀ ਦਸਮ ਗ੍ਰੰਥ ਨੂੰ ਲੈ ਕੇ ਵਿਵਾਦ ਸੀ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇਹਦਾ ਜ਼ਿਕਰ ਬਾਕਾਇਦਾ ਲਿਖਿਆ ਹੈ, ਆਪਾਂ ਪੜ੍ਹ ਸਕਦੇ ਉਹਨਾਂ ਦੀ ਲਿਖਤਾਂ ਵਿੱਚੋਂ। ਇਹਦਾ ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਨੇ, ਉਹਨਾਂ ਦੇ ਆਪਣੇ ਸਿਸਟਮ, ਉਹਨਾਂ ਦੇ ਆਪਣੇ ਸੰਵਿਧਾਨ। ਹੁਣ ਜਿਹੜੇ ਸੰਪਰਦਾਇਕ ਲੋਕ ਨੇ ਉਹ ਕਹਿੰਦੇ ਜੀ ਰਾਤ ਨੂੰ ਤੜਕੇ ਅੰਮ੍ਰਿਤ ਵੇਲਾ ਹੁੰਦਾ, ਉਦੋਂ ਉੱਠਣਾ ਹੈ, ਉੱਠ ਕੇ ਇਸ਼ਨਾਨ ਕਰਨਾ ਹੈ, ਆਪਾਂ ਸਰਬਲੋ ਦੇ ਭਾਂਡਿਆਂ 'ਚ ਖਾਣਾ ਹੈ, ਆਪਾਂ ਇਹੋ ਜਿਹੀ ਵਰਦੀ ਪਾਉਣੀ ਹੈ, ਇਹੋ ਜਿਹਾ ਆਹ ਕੰਮ ਕਰਨਾ। ਉਹਨਾਂ ਦੀਆਂ ਪਰੰਪਰਾਵਾਂ ਨੇ। ਜਿਹੜਾ ਆਮ ਸਿੱਖ ਹੈ ਉਹ ਕਾਰੋਬਾਰੀ ਹੈ, ਕਿਰਤ ਵਿਰਤ ਕਰਨ ਵਾਲਾ ਵਾ, ਉਹ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰ ਸਕਦਾ। ਉਹ ਜਿਹੜੇ ਪਰੰਪਰਾਵਾਦੀ ਨੂੰ ਫਿਰ ਕਹਿੰਦੇ ਵੇਖੋ ਜੀ ਸਿੱਖੀ ਤੋਂ ਦੂਰ ਹੋ ਗਏ, ਸਿੱਖੀ ਤੇ ਹੈ ਹੀ ਆਹ ਚੀਜ਼। ਜਿਹੜੇ ਲਿਬਰਲ ਹੈ ਉਹ ਕਹਿੰਦੇ ਤੇ ਕਰਮਕਾਂਡ ਨੇ, ਇਹਨਾਂ ਦਾ ਸਿੱਖੀ ਨਾਲ ਸੰਬੰਧ ਹੀ ਕੋਈ ਨਹੀਂ, ਸਿਰਫ ਫਾਈਟ ਇਸ ਚੀਜ਼ ਦੀ ਚੱਲ ਰਹੀ ਹੈ। ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਦੂਜੀ ਚੀਜ਼, ਬੇਸ਼ੱਕ ਭਾਵੇਂ ਆਰਮੀ ਦਾ ਆਪਣਾ ਸਿਸਟਮ ਹੈ, ਦੂਜਿਆਂ ਦਾ ਆਪਣਾ ਸਿਸਟਮ ਹੈ, ਤੀਸਰਿਆਂ ਦਾ ਆਪਣਾ ਸਿਸਟਮ ਹੈ, ਪਰ ਸੰਵਿਧਾਨ ਦੇ ਬਰਾਬਰ ਕੋਈ ਸ਼ੈ ਨਹੀਂ ਹੁੰਦੀ। ਸੰਵਿਧਾਨ ਜਿਹੜਾ ਹੈ ਉਹ ਜਿਹੜਾ ਵੀ ਕੋਈ ਉੱਥੋਂ ਦਾ ਨਾਗਰਿਕ ਹੈ, ਸਭਨਾਂ ਨੂੰ ਉਹ ਮੰਨਣਾ ਹੀ ਪੈਂਦਾ ਹੈ। ਉਹਦੇ ਪੈਰਲਲ ਕੋਈ ਚੀਜ਼ ਨਹੀਂ ਹੋ ਸਕਦੀ। ਪ੍ਰੋਬਲਮ ਸਾਡੇ ਸਿੱਖੀਜ਼ਮ ਵਿੱਚ ਇਹ ਆ ਗਈ ਕਿ ਜਿਹੜੇ ਇਹਨਾਂ ਦੇ ਆਪਣੇ ਨਿੱਜੀ ਗ੍ਰੰਥ ਸੀ, ਨਿੱਜੀ ਪੁਸਤਕਾਂ ਸੀ, ਇਹਨਾਂ ਦੀਆਂ ਰਹੁ ਰੀਤਾਂ ਵਾਲੀਆਂ ਪਰੰਪਰਾਵਾਂ ਨਾਲ ਭਰੀਆਂ ਹੋਈਆਂ ਜਿਹੜੀਆਂ ਸੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਲਲ ਲਿਆ ਕੇ ਜਦੋਂ ਖੜਾ ਕਰ ਦਿੱਤਾ ਗਿਆ, ਉੱਥੇ ਆ ਕੇ ਵਿਵਾਦ ਛਿੜ ਗਿਆ। ਹੁਣ ਜਿਹੜਾ ਪਿਛਲੇ ਦਿਨੀ ਵਾਪਰਿਆ ਹੈ, ਜਿਹੜਾ ਸਿੰਘੂ ਬਾਰਡਰ ਤੇ ਕਿ ਸਰਬਲੋਕ ਗ੍ਰੰਥ ਦਾ ਵਿਵਾਦ ਛਿੜਿਆ, ਕਿ ਉਹਦੀ ਉਹਨੇ ਨਿਰਾਦਰੀ ਕੀਤੀ। ਹੋ ਸਕਦਾ ਬਹੁਤਿਆਂ ਨੂੰ ਪਹਿਲਾਂ ਨਹੀਂ ਸੀ ਪਤਾ ਸਰਬਲੋਕ ਗ੍ਰੰਥ ਕੀ ਹੈ। ਮੈਂ ਸਰਬਲੋਕ ਗ੍ਰੰਥ ਪੜ੍ਹਿਆ, ਜਦੋਂ ਨਹੀਂ ਸੀ ਸਾਨੂੰ ਵੀ ਸਮਝ, ਅਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਗਾਹੇ ਬਗਾਹੇ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਸਾਂ, ਸਟੱਡੀ ਕਰਦੇ ਸਾਂ। ਸਾਡੇ ਮੁਤਾਬਕ ਵੀ ਇਹ ਸੀ ਵੀ ਇਹ ਸਿੱਖੀ ਦੀ ਬਹੁਤ ਵੱਡੀ ਇੱਕ ਕੋਈ ਖਜ਼ਾਨਾ ਹੈ। ਹੁਣ ਉਹਦੇ ਵਿੱਚ ਜਿਹੜਾ ਆਪਾਂ ਆਮ ਜਿਹੜੇ ਸੁਣਦੇ ਆ, ਪੜ੍ਹਦੇ ਆ, ਬੈਨਰਾਂ ਦੇ ਉੱਪਰ ਲਿਖਿਆ ਹੁੰਦਾ ਹੈ ਜਦੋਂ ਵਿਸਾਖੀ ਦਾ ਟਾਈਮ ਹੁੰਦਾ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਾਂ ਖਾਲਸਾ ਮੇਰੀ ਜਾਨ ਕੀ ਜਾਨ, ਜਿੰਨੀ ਉਪਮਾ ਸਾਰੀ ਸਰਬਲੋਕ ਗ੍ਰੰਥ ਵਿੱਚ ਲਿਖੀ ਹੋਈ ਹੈ। ਉਹਦਾ ਬੇਸ ਕੀ ਹੈ? ਗ੍ਰੰਥ ਦਾ ਬੇਸ ਇਹ ਹੈ ਕਿ ਉਹ ਮਨੌਤ ਉਹਨਾਂ ਦੀ ਮੰਨਣਾ ਵਾ। ਉਹਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੋਇਆ ਹੈ ਕਿ ਜਦੋਂ ਜਿਹੜੇ ਦੇਵਤੇ ਸੀ ਉਹਨਾਂ ਵਿੱਚ ਹੰਕਾਰ ਪੈਦਾ ਹੋ ਗਿਆ, ਉਹਨਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਫਿਰ ਜਿਹੜਾ ਰੱਬ ਸੀ ਉਹਨੇ ਫਿਰ ਰਾਖਸ਼ ਪੈਦਾ ਕੀਤੇ। ਰਾਖਸ਼ਾਂ ਦੀ ਤੇ ਉਹਨਾਂ ਦੇਵਤਿਆਂ ਦੀ ਫਾਈਟ ਚੱਲ ਰਹੀ ਹੈ। ਹੁਣ
ਉਸ ਫਾਈਟ ਦਾ ਸਾਰਾ ਜ਼ਿਕਰ ਹੈ, ਉਹਦੇ ਵਿੱਚ ਵੀ ਵੀਰ ਜਨਾਦ ਆਉਂਦਾ ਹੈ, ਬੱਜਰਨਾਥ ਆਉਂਦਾ ਹੈ, ਉਹਨਾਂ ਦੀ ਲੜਾਈ ਚੱਲਦੀ ਹੈ। ਉਹਦੇ ਕਰਦਿਆਂ ਅੱਗੇ ਜਾ ਕੇ ਜਿਹੜਾ ਸੀ ਖਾਲਸੀ ਉਪਮਾ ਉਹਦੇ ਚ ਐਡ ਕਰ ਦਿੱਤੀ। ਹੁਣ ਹੁੰਦਾ ਕੀ ਹੈ, ਤੁਸੀਂ ਕਈ ਵਾਰ ਗੌਰ ਕੀਤਾ ਹੋਵੇਗਾ, ਜਦੋਂ ਕਿਤੇ ਦਸਮ ਗ੍ਰੰਥ ਦੀ ਗੱਲ ਚੱਲਦੀ ਹੈ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੈਰਲਲ ਪ੍ਰਕਾਸ਼ ਨਹੀਂ ਕਰਨਾ, ਉਹਨਾਂ ਕੋਲ ਇੱਕੋ ਹੀ ਹਥਿਆਰ ਹੁੰਦਾ ਹੈ। ਵੇਖੋ ਜੀ, ਇਹ ਤੇ ਫਿਰ ਨੇਤਰੇਮ ਦੀਆਂ ਬਾਣੀਆਂ ਤੇ ਕਿੰਤੂ ਹੋ ਗਈ, ਇਹ ਤੇ ਫਿਰ ਅੰਮ੍ਰਿਤ ਨੂੰ ਵੀ ਰੱਦ ਕਰਨਗੇ, ਅਰਦਾਸ ਕਿੱਥੋਂ ਕਰਨਗੇ ਆਪਣੀ। ਇਹ ਦਸਮ ਗ੍ਰੰਥ ਦੀਆਂ ਬਾਣੀਆਂ ਤੋਂ ਬਗੈਰ ਅੰਮ੍ਰਿਤ ਕਿਵੇਂ ਤਿਆਰ ਕਰ ਲੈਣਗੇ ਖੰਡੇ ਬੱਟ ਜੀ ਪਾਹਲ ਨੂੰ? ਕਿਉਂ? ਕਿਉਂਕਿ ਉਹ ਚੀਜ਼ਾਂ ਉਹਦੇ ਵਿੱਚ ਹੈਗੀਆਂ ਨੇ। ਗੱਲ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਪ੍ਰਕਾਸ਼ ਕਿਸੇ ਦਾ ਨਹੀਂ ਕਰਨਾ, ਤੇ ਉਹ ਦੂਜੇ ਪਾਸੇ ਉਹਨੂੰ ਖਿੱਚ ਕੇ ਅੱਗੇ ਲੈ ਆਉਂਦੇ। ਇਸੇ ਤਰ੍ਹਾਂ ਜਦੋਂ ਆਪਾਂ ਸਰਬਲੋਕ ਗ੍ਰੰਥ ਦੀ ਗੱਲ ਕਰਾਂਗੇ, ਉਹਨਾਂ ਕਹਿਣਾ ਵੇਖੋ ਜੀ ਖਾਲਸੇ ਦੀ ਵਡਿਆਈ ਸਾਰੀ ਉਹਦੇ ਵਿੱਚ, ਤੁਸੀਂ ਖਾਲਸੇ ਨੂੰ ਹੀ ਰੱਦ ਕਰੀ ਜਾ ਰਹੇ ਹੋ। ਦਸਮ ਗ੍ਰੰਥ ਵਿੱਚ ਕਿਤੇ ਫਤਿਹ ਦਾ ਕੁਛ ਵੀ ਜ਼ਿਕਰ ਨਹੀਂ ਲਿਖਿਆ ਵੀ। ਉਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ, ਇਹ ਲਫ਼ਜ਼ ਉਹਦੇ ਵਿੱਚ ਲਿਖਿਆ ਸਰਬਲੋਕ ਗ੍ਰੰਥ ਵਿੱਚ। ਜਦੋਂ ਖਾਲਸੇ ਦੀ ਉਪਮਾ ਕਰਦੇ ਨੇ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬੇਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ, ਇਹ ਜਿੱਥੇ ਲਿਖਿਆ ਨਾ ਸਾਰਾ ਕੁਝ, ਉਹਦੇ ਵਿੱਚ ਇਹ ਜ਼ਿਕਰ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ। ਹੁਣ ਸਵਾਲ ਖੜਾ ਹੋ ਜਾਣਾ, ਇਹ ਤੇ ਜੀ ਫਤਿਹ ਨੂੰ ਵੀ ਰੱਦ ਕਰ ਲੱਗੇ। ਸਾਡਾ ਤੇ ਇਤਿਹਾਸ ਹੈ, ਜਿੱਥੇ ਵੀ ਦੋ ਸਿੱਖ ਮਿਲਦੇ ਨੇ ਆਪਸ ਵਿੱਚ ਫਤਿਹ ਬੁਲਾਉਂਦੇ ਨੇ, ਅਸੀਂ ਤੇ ਸਟੇਜਾਂ ਤੇ ਵੀ ਫਤਿਹ ਬੁਲਾਉਂਦੇ ਹਾਂ, ਤੇ ਸਰਬਲੋਕ ਗ੍ਰੰਥ ਲੋਹ ਦੀ ਦੇਣ ਹੈ, ਸਰਬਲੋਕ ਗ੍ਰੰਥ ਦੀ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ, ਹੈ ਤੇ ਸੀ ਉਹਨਾਂ ਲਈ ਨਿੱਜੀ, ਉਹਨਾਂ ਦੀ ਗਰੁੱਪ ਲਈ ਕਹਿ ਲਓ, ਉਹਨਾਂ ਦੀ ਜਥੇਬੰਦੀ ਲਈ ਕਹਿ ਲਓ, ਉਹ ਉਹਨੂੰ ਪੜ੍ਹਦੇ ਸਨ, ਪਰੰਤੂ ਉਹਨੂੰ ਇਹਨਾਂ ਨੇ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਕਿ ਇਹ ਸਿੱਖੀ ਦਾ ਸੰਵਿਧਾਨ ਹੈ ਅਸਲੀ, ਉਹ ਚੀਜ਼ ਜਿਹੜੀ ਜਦੋਂ ਪ੍ਰਚਾਰ ਨੇ ਸ਼ੁਰੂ ਕਰ ਦਿੱਤੀ, ਉੱਥੋਂ ਫਾਈਟ ਸ਼ੁਰੂ ਹੋ ਗਈ, ਲੜਾਈ ਸ਼ੁਰੂ ਹੋ ਗਈ। ਦੂਜੀ ਚੀਜ਼ ਮੈਂ ਮਹਿਸੂਸ ਕੀਤੀ ਹੈ, ਇੱਕ ਡਾਕਟਰ ਕਰਤਾਰ ਸਿੰਘ ਸੋਲਨ, ਮੈਂ ਪਹਿਲਾਂ ਵੀ ਕਈ ਵਾਰ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਜਿਹੜੀ ਲਿਖਤ ਹੈ ਗੁਰਮਤ ਦੇ ਮੁੱਢਲੇ ਅਸੂਲ, ਉਹਦੇ ਵਿੱਚ ਉਹਨਾਂ ਨੇ ਭੂਮਿਕਾ ਚ ਲਿਖਿਆ। ਉਹ ਲਿਖਦੇ ਕਹਿੰਦੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਹਜੂਰ ਸਾਹਿਬ ਰਹਿੰਦੇ ਸੀ, ਤੇ ਉੱਥੇ ਉਹਦੀ ਡੈਥ ਹੋ ਗਈ। ਆਪਣੇ ਸੁਭਾਵਕ ਹੈ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਤੇ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਹੁੰਦਾ, ਉਹਦੀ ਸਮਾਪਤੀ ਤੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੁੰਦੇ ਆ। ਡਾਕਟਰ ਕਰਤਾਰ ਸਿੰਘ ਸੋਲਨ ਲਿਖਦੇ ਕਹਿੰਦੇ ਮੈਂ ਵੀ ਗਿਆ, ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਿਹੜੇ ਉੱਥੋਂ ਦੇ ਹਜੂਰ ਸਾਹਿਬ ਦੇ ਪ੍ਰਚਾਰਕ ਸੀ, ਉਹਨਾਂ ਨੇ ਆਪਣੀ ਕਥਾ ਵਾਰਤਾ ਕੀਤੀ, ਤੇ ਕਥਾ ਵਾਰਤਾ ਦੀ ਸਮਾਪਤੀ ਤੋਂ ਬਾਅਦ ਕਹਿਣ ਲੱਗੇ ਕਿ ਜਿਹੜੇ ਪਰਿਵਾਰ ਵਾਲੇ ਜੀ ਨੇ, ਉਹ ਕਾਪੀ ਤੇ ਪੈਨ ਲੈ ਕੇ ਉਹ ਨੋਟ ਕਰ ਲੈਣ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਲੇ ਸ਼ਬਦ ਸੀ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਦੇ, ਉਹ ਮੈਂ ਤੁਹਾਨੂੰ ਲਿਖਾ ਦਿਆਂ। ਹੁਣ ਡਾਕਟਰ ਕਰਤਾਰ ਸਿੰਘ ਸੋਲਨ ਜਿਹੜੇ ਨੇ ਇਹ ਰਾਈਟਰ ਸੀ, ਇਹਨਾਂ ਦੇ ਕੋਲ ਵੀ ਛੋਟੀ ਜਿਹੀ ਇੱਕ ਕਾਪੀ ਸੀ ਜਿਹਦੇ ਤੇ ਫੋਨ ਨੰਬਰ ਵਗੈਰਾ ਆਪਾਂ ਲਿਖਦੇ ਆ। ਇਹਨਾਂ ਨੇ ਉਹ ਕੱਢੀ ਤੇ ਲਿਖਣ ਲੱਗ ਪਏ ਕਿ ਇਹਦੇ ਬੜੇ, ਮੇਰੇ ਵਾਸਤੇ ਬੜੀ ਬਹੁਮੁੱਲੀ ਚੀਜ਼ ਹੋਵੇਗੀ ਕਿ ਅਸੀਂ ਕਦੀ ਸੁਣਿਆ ਹੀ ਨਹੀਂ ਸੀ ਕਿ ਜਦੋਂ ਕਿਸੇ ਪ੍ਰਾਣੀ ਦੀ ਡੈਥ ਹੁੰਦੀ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਸਪੈਸ਼ਲ ਬਚਨ ਵੀ ਹੈਗੇ ਆ ਉਹਨਾਂ ਦੇ ਪਰਿਵਾਰ ਲਈ ਪਿੱਛੋਂ ਕੀ ਕਰਨਾ ਹੈ। ਉਹ ਲਿਖਾਉਣ ਲੱਗ ਪਏ, ਤੁਸੀਂ ਐਤਵਾਰ ਆਹ ਕੰਮ ਨਹੀਂ ਕਰਨਾ, ਸੋਮਵਾਰ ਇਹ ਨਹੀਂ ਕਰਨਾ, ਵੀਰਵਾਰ ਤੁਸੀਂ ਨਹਾਉਣਾ ਨਹੀਂ, ਸ਼ੁੱਕਰਵਾਰ ਤੁਸੀਂ ਉਹ ਨਹੀਂ, ਜੇ ਜੋ ਵੀ ਜਾਣੀ ਕਿ ਇੱਕ ਬਿਪਰਿਜ਼ਮ ਦੇ ਵੱਲੋਂ ਬਣਾਏ ਗਏ ਕਰਮਕਾਂਡ ਸੀ ਨਾ, ਦਿਨਾਂ ਨੂੰ ਲੈ ਕੇ 40 ਦਿਨ ਤੁਸੀਂ ਆਹ ਕੰਮ ਨਹੀਂ ਕਰਨੇ। ਉਹ ਲਿਖਦਾ ਕਹਿੰਦਾ ਮੈਂ ਜਦੋਂ ਲਿਖਵਾ ਰਹੇ ਸੀ ਨਾ, ਤੇ ਮੈਂ ਸੋਚੀ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਕਹਿ ਸਕਦੇ ਆ? ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਭਾਈ ਮਨੀ ਸਿੰਘ ਹੋਰਾਂ ਕੋਲੋਂ ਲਿਖਵਾਈ, ਔਰ ਉਹਦੇ ਵਿੱਚ ਕਲੀਅਰਲੀ ਲਿਖਿਆ ਥਿੱਤੀ ਵਾਰ ਸੇਵੈ ਮੁਗਧ ਗਵਾਰ, ਵੀ ਜਿਹੜੇ ਥਿੱਤਾਂ ਨੂੰ ਜਾਂ ਦਿਨਾਂ ਨੂੰ ਮੰਨਦੇ ਨੇ, ਪੂਜਦੇ ਨੇ, ਉਹ ਮੂਰਖ ਨੇ ਤੇ ਪਾਗਲ ਨੇ। ਤੇ ਗੁਰੂ ਸਾਹਿਬ ਫਿਰ ਇਹਨਾਂ ਦਿਨਾਂ ਦੇ ਬਾਰੇ ਕਿਸ ਤਰ੍ਹਾਂ ਸਾਨੂੰ ਕਹਿ ਸਕਦੇ ਆ? ਉਹ ਲਿਖਦੇ ਕਹਿੰਦੇ ਮੈਂ ਗਿਆਨੀ ਜੀ ਜਿਹੜੇ ਜਿਹਨਾਂ ਲਿਖਾਇਆ ਸੀ ਨਾ, ਉਹਨਾਂ ਨੂੰ ਸਾਈਡ ਤੇ ਕਰਕੇ ਪੁੱਛਿਆ ਵੀ ਜੋ ਤੁਸੀਂ ਲਿਖਾਇਆ ਹੈ ਕਿ ਇਹਦਾ ਤੁਹਾਡੇ ਕੋਲ ਪ੍ਰੂਫ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ? ਉਹ ਬੜੇ ਦਾਅਵੇ ਨਾਲ ਕਹਿਣ ਲੱਗੇ ਹਾਂ ਸਾਡੇ ਕੋਲ ਸਬੂਤ ਹੈਗਾ, ਤੁਸੀਂ ਆ ਜਾਇਓ, ਤੁਹਾਨੂੰ ਅਸੀਂ ਦਿਖਾ ਦਿਆਂਗੇ। ਉਹ ਲਿਖਦੇ ਕਹਿੰਦੇ ਮੈਂ ਉਹਦੇ ਕੌਨਫੀਡੈਂਸ ਨੂੰ ਦੇਖ ਕੇ ਮਹਿਸੂਸ ਕੀਤਾ ਕਿ ਇਹ ਬੰਦਾ ਸੱਚ ਬੋਲਦਾ, ਕੋਈ ਨਾ ਕੋਈ ਪ੍ਰੂਫ ਇਹਦੇ ਕੋਲ ਹੋਵੇਗਾ। ਕਹਿੰਦੇ ਸ਼ਾਮ ਦਾ ਵਕਤ ਸੀ, ਉਹ ਕਥਾ ਕਰ ਰਹੇ ਸੀ ਉੱਥੇ, ਮੈਂ ਵੀ ਜਾ ਕੇ ਬੈਠ ਗਿਆ। ਤੇ ਕਥਾ ਤੋਂ ਪਹਿਲਾਂ ਕੀ ਹੋਇਆ ਕਿ ਉਹ ਕਹਿੰਦੇ ਜਦੋਂ ਦਿੱਤੇ ਟਾਈਮ ਤੇ ਮੈਂ ਗਿਆ, ਉਹ ਲਾਇਬ੍ਰੇਰੀ ਵਿੱਚ ਲੈ ਕੇ, ਤੇ ਉਹਨਾਂ ਨੇ ਇੱਕ ਪੁਸਤਕ ਕੱਢ ਕੇ ਸਾਹਮਣੇ ਲਿਆਂਦੀ ਜਿਹਦੇ ਵਿੱਚ ਕੁਛ ਜਾਪ ਸਾਹਿਬ, ਅਕਾਲ ਉਸਤਤ, ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਨੇ ਦਸਮ ਗ੍ਰੰਥ ਦੀਆਂ। ਉਹਦੇ ਵਿੱਚ ਹੀ ਇਹ ਚੀਜ਼ ਲਿਖੀ ਹੋਈ ਹੈ, ਪਾਤਸ਼ਾਹੀ ਦਸਵੀਂ ਸਿਰਲੇਖ ਲਿਖ ਕੇ। ਕਹਿੰਦੇ ਮੈਂ ਸੋਚਿਆ ਵੀ ਬੰਦਾ ਤੇ ਵੀ ਸੱਚ ਬੋਲਦਾ। ਤੇ ਪਰ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੇ ਬਚਨ
ਇਸ ਤਰੀਕੇ ਦੇ ਕਰਮ ਕਾਂਡਾਂ ਵਾਲੀ ਗੱਲ ਕਰਨ ਤੇ ਇਹ ਜਿਹੜੇ ਗੱਲ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਲਮੇਲ ਉਹਦਾ ਜੁੜਦਾ ਹੀ ਨਾ ਹੋਵੇ, ਕਿ ਸਮਝ ਤੋਂ ਬਾਹਰ ਹੈ। ਕਹਿੰਦੇ ਮੈਂ ਉਹਨਾਂ ਨੇ ਕਥਾ ਸ਼ੁਰੂ ਕਰ ਲਈ ਤੇ ਮੈਂ ਸੋਚਦਾ ਹੋਇਆ ਨਾ ਤੇ ਬਾਹਰ ਤਖਤ ਸਾਹਿਬ ਦੇ ਬਾਹਰ ਹੀ ਇੱਕ ਬੈਂਚ ਸੀ ਲੱਕੜ ਦਾ, ਉਹਦੇ ਤੇ ਕਾਰ ਸੇਵਾ ਵਾਲਾ ਬੈਠਾ ਸੀ, ਕੋਈ ਸੇਵਾ ਦਾ ਟੋਕਰੀ ਰੱਖ ਕੇ। ਕਹਿੰਦੇ ਮੈਂ ਵੀ ਉਹਨਾਂ ਕੋਲ ਜਾ ਕੇ ਬਹਿ ਗਿਆ ਤੇ ਇੰਨੀ ਦੇਰ ਨੂੰ ਕੋਈ ਉੱਥੇ ਬਜ਼ੁਰਗ ਗ੍ਰੰਥੀ ਸਾਬਕਾ ਉੱਥੋਂ ਦੇ ਸੀ, ਉਹ ਵੀ ਆ ਕੇ ਕਥਾ ਸੁਣ ਲਈ ਬਹਿ ਗਏ। ਕਹਿੰਦੇ ਕਥਾ ਦੀ ਸਮਾਪਤੀ ਹੋਈ ਤੇ ਉਹ ਮੈਨੂੰ ਪੁੱਛਣ ਲੱਗ ਪਿਆ ਕਾਰ ਸੇਵਾ ਵਾਲਾ ਜਿਹੜਾ ਸੀ ਸੇਵਾਦਾਰ, ਵੀ ਭਾਈ ਤੁਸੀਂ ਲੱਗਦੇ ਪੰਜਾਬੋਂ ਆਏ ਜੇ, ਕਿਹੜੇ ਇਲਾਕੇ ਚੋਂ ਆਏ ਜੇ? ਕਹਿੰਦੇ ਮੈਂ ਦੱਸਿਆ ਮੈਂ ਸੋਲਨ ਤੋਂ। ਤੇ ਕਹਿੰਦੇ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਮੈਂ ਇਸ ਤਰ੍ਹਾਂ ਥੋੜਾ ਜਿਹਾ ਇੱਕ ਸੋਚ ਵਿੱਚ ਪਿਆ ਹੋਇਆ, ਵਿਚਾਰ ਵਿੱਚ ਪਿਆ ਹੋਇਆ ਵੀ ਭਾਈ ਸਾਹਿਬ ਨੇ ਆਹ ਗੱਲ ਕਹੀ ਸੀ, ਉਹ ਲਿਖਤ ਉਹਨਾਂ ਕੋਲ ਹੈਗੀ। ਕਹਿੰਦੇ ਅਸੀਂ ਦੋਨੋਂ ਡਿਸਕਸ ਕਰ ਰਹੇ ਸੀ, ਉਹਦਾ ਸਾਬਕਾ ਗ੍ਰੰਥੀ ਕੋਲ ਬੈਠਾ ਸੀ, ਉਹ ਸੁਣ ਰਿਹਾ ਸੀ। ਉਹ ਮੈਨੂੰ ਕਹਿਣ ਲੱਗਾ ਕਾਕਾ ਜਿਹੜੀ ਪੁਸਤਕ ਦੀ ਤੂੰ ਗੱਲ ਕਰਦਾ ਹੈ ਲਾਇਬ੍ਰੇਰੀ 'ਚ ਦੇਖੀ ਹੈ, ਉਹਦੀ ਜਿਲਦ ਜਿਹੜੀ ਇਸ ਰੰਗ ਦੀ ਹੈ? ਕਹਿਣ ਲੱਗਾ ਜੀ ਹਾਂ। ਕਹਿੰਦਾ ਇੰਨੇ ਕੁ ਪੰਨਿਆਂ ਦਾ ਹੋਵੇਗਾ? ਕਹਿੰਦਾ ਜੀ ਹਾਂ। ਕਹਿੰਦਾ ਵੀ ਮੈਂ ਗ੍ਰੰਥੀ ਬਣਨ ਤੋਂ ਪਹਿਲਾਂ ਲਾਇਬ੍ਰੇਰੀਅਨ ਸੀ, ਉਹ ਪੁਸਤਕ ਮੇਰੇ ਕੋਲ ਕੋਈ ਲੈ ਕੇ ਆਇਆ ਸੀ ਭਗਵੇਂ ਲੀੜਿਆਂ ਵਾਲਾ, ਉਹਨੇ ਮੈਨੂੰ ਕਿਹਾ ਕਿ ਆ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਤੇ ਤੁਸੀਂ ਰੱਖ ਲਓ ਲਾਇਬ੍ਰੇਰੀ ਵਿੱਚ, ਲੋਕ ਆਉਣਗੇ ਪੜ੍ਹਨਗੇ ਤੇ ਇਹਦੇ ਤੋਂ ਆਪੇ ਲਾਹਾ ਲੈਣਗੇ। ਕਹਿੰਦੇ ਜਦੋਂ ਮੈਂ ਥੋੜਾ ਜਿਹਾ ਉਹਨੂੰ ਖੋਲ ਕੇ ਦੇਖਿਆ ਤੇ ਮੈਂ ਵੇਖਿਆ ਵੀ ਰਚਨਾਵਾਂ ਤੇ ਦਸਮ ਗ੍ਰੰਥ ਦੀਆਂ ਵਿੱਚ ਹੈਗੀਆਂ ਨੇ, ਪਰ ਉਹਦੇ ਵਿੱਚ ਹੋਰ ਬਹੁਤ ਕੁਛ ਹੈ ਨੇ। ਕਹਿੰਦੇ ਮੈਂ ਕਿਹਾ ਵੀ ਨਹੀਂ, ਮੈਂ ਇਸ ਤਰ੍ਹਾਂ ਨਹੀਂ ਰੱਖ ਸਕਦਾ, ਜੇ ਫਿਰ ਵੀ ਤੁਸੀਂ ਦੇ ਕੇ ਜਾਣੀ ਹੈ ਤੇ ਜਿਲਦ ਦੇ ਬਾਹਰ ਆਪਣਾ ਨਾਂ ਤੇ ਐਡਰੈਸ ਲਿਖ ਦਿਓ ਵੀ ਅਸੀਂ ਇੱਥੇ ਭੇਟਾ ਕਰਕੇ ਗਏ ਆ, ਦੇ ਕੇ ਗਏ ਆ। ਕਹਿੰਦੇ ਉਹ ਮੈਨੂੰ ਕਹਿਣ ਲੱਗਾ ਵੀ ਤੁਸੀਂ ਪੈਸੇ ਬੇਸ਼ੱਕ ਜਿੰਨੇ ਲੈਣੇ ਲੈ ਲਓ, ਪਰ ਮੈਂ ਇਹਦੇ ਤੇ ਆਪਣਾ ਨਾਂ ਐਡਰੈਸ ਨਹੀਂ ਲਿਖਣਾ। ਕਿਉਂ? ਕਿਉਂਕਿ ਜੇ ਮੈਂ ਆਪਣਾ ਨਾਂ ਲਿਖ ਦਿੱਤਾ ਤੇ ਕਿਸੇ ਨੇ ਪੜ੍ਹਨੀ ਨਹੀਂ ਗੀ। ਇਸ ਤਰ੍ਹਾਂ ਤੁਸੀਂ ਕਹੋਗੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੇ ਸਭਨਾਂ ਨੇ ਅੱਖਾਂ ਬੰਦ ਕਰਕੇ ਮੰਨਣ ਲੱਗ ਪੈਣਾ, ਪੜ੍ਹਨ ਲੱਗ ਪੈਣਾ, ਉਹਨੂੰ ਫੋਲੋ ਕਰਨਾ ਹੈ। ਉਹ ਕਹਿੰਦਾ ਕਾਕਾ ਮੈਂ ਤਾਂ ਨਹੀਂ ਉਹ ਰੱਖੀ, ਪਤਾ ਨਹੀਂ ਜਦੋਂ ਮੈਂ ਗ੍ਰੰਥੀ ਬਣ ਗਿਆ, ਦੂਜਾ ਲਾਇਬ੍ਰੇਰੀਅਨ ਆਇਆ, ਕੀ ਕਾਰਨ ਬਣਿਆ, ਕਮੇਟੀ ਵਾਲਿਆਂ ਰਖਾਈ ਜਾਂ ਉਹਨੇ ਆਪ ਰੱਖ ਦਿੱਤੀ, ਉਹ ਪੁਸਤਕ ਅਸਲ ਵਿੱਚ ਉਹਦੀ ਹਕੀਕਤ ਆਏ। ਇਸ ਤਰ੍ਹਾਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਉਹ ਸਿੱਖੀ ਦੇ ਵਿਹੜੇ ਦੇ ਵਿੱਚ ਆਈਆਂ, ਜਿਨ੍ਹਾਂ ਦੇ ਨਾਂ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜੇ ਗਏ। ਦਸਮ ਗ੍ਰੰਥ ਦਾ ਤੇ ਆਪਾਂ ਸਾਰਿਆਂ ਨੂੰ ਪਤਾ ਸੀ, ਕਿਉਂਕਿ ਉਹਦਾ ਵਿਵਾਦ ਬੜਾ ਉੱਚਾ ਛਿੜ ਗਿਆ। ਤਕਰੀਬਨ ਅੱਜ ਮੇਰੇ ਖਿਆਲ ਨਾਲ ਹਰੇਕ ਬੱਚੇ ਨੂੰ ਪਤਾ ਹੈ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ। ਸਰਬਲੋਕ ਗ੍ਰੰਥ ਦਾ ਨਹੀਂ ਸੀ ਕਿਸੇ ਨੂੰ ਪਤਾ। ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ, ਇਹਨਾਂ ਦੀ ਇੱਕ ਚਾਲ ਬੜੀ ਤਕੜੀ ਹੈ, ਮੈਂ ਬਹੁਤ ਟਾਈਮ ਤੇ ਇਹਨਾਂ ਨੂੰ ਵਾਚ ਕਰਦਾ। ਜਿਹੜਾ ਦਸਮ ਗ੍ਰੰਥ ਦਾ ਮੁੱਦਾ ਸੀ ਪਹਿਲਾਂ ਕਦੇ ਨਹੀਂ ਸੀ ਹੈਗਾ। ਤਕਰੀਬਨ 2008 ਦੇ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਗੁਰਤਾ ਗੱਦੀ ਦੀ, ਤੇ 2006 ਦੀ ਘਟਨਾ ਹੈ। 2006 ਦੇ ਵਿੱਚ 2 ਸਾਲਾਂ ਵਾਸਤੇ ਇਸੇ ਸ਼ਤਾਬਦੀ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਲਿਖੇ ਗਏ ਸੀ, ਤੇ ਪਹਿਲਾ ਪ੍ਰੋਗਰਾਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਪਰਮਜੀਤ ਸਿੰਘ ਸਰਨਾ ਪ੍ਰਧਾਨ ਸੀ, ਇਹਨਾਂ ਨੇ ਹਜੂਰ ਸਾਹਿਬ ਰੱਖਿਆ ਸੀ ਕਿ ਉੱਥੋਂ ਸ਼ੁਰੂਆਤ ਕਰਨੀ ਹੈ। ਉੱਥੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਗਏ ਸੀ, ਉਹਨਾਂ ਕੀਰਤਨ ਕੀਤਾ। ਕੀਰਤਨ ਦੇ ਵਿੱਚ ਉਹਨਾਂ ਨੇ YouTube ਦੇ ਉੱਪਰ ਵੀ ਉਹਨਾਂ ਦੀ ਉਸ ਟਾਈਮ ਦਾ ਕੀਰਤਨ ਜਿਹੜਾ ਹੈਗਾ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਉਹ ਮੁਬਾਰਕ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੇ ਫਖਰ ਨਾਲ ਐਲਾਨੀਆਂ ਬਾਂਹ ਖੜੀ ਕਰਕੇ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਅੱਜ ਜਦੋਂ ਮੈਂ ਮੱਥਾ ਟੇਕਣ ਲੱਗਾ ਕੇ ਤੇ ਮੈਂ ਸੋਚੀ ਪੈ ਗਿਆ ਵੀ ਜਿਸ ਗ੍ਰੰਥ ਨੂੰ ਗੁਰੂ ਮੰਨਣ ਲਈ ਮੇਰਾ ਗੁਰੂ ਕਹਿ ਕੇ ਗਿਆ ਹੈ, ਉਹ ਗ੍ਰੰਥ ਇਹਨਾਂ ਗ੍ਰੰਥਾਂ ਵਿੱਚੋਂ ਕਿਹੜਾ ਹੈ, ਤਾਂ ਕਿ ਮੈਂ ਉਹਦੇ ਅੱਗੇ ਮੱਥਾ ਟੇਕਾਂ। ਤੇ ਇੰਨੇ ਗ੍ਰੰਥਾਂ ਦੀ ਉੱਥੇ ਭਰਮਾਰ ਲਾਈ ਹੋਈ ਹੈ। ਉੱਥੇ ਵਿਵਾਦ ਸ਼ੁਰੂ ਹੋ ਗਿਆ। ਉਹ ਵਿਵਾਦ ਇੰਨਾ ਜ਼ਿਆਦਾ ਭਖ ਗਿਆ ਕਿ ਕਰੀਬਨ ਦੁਨੀਆ ਦੇ ਹਰ ਕੋਨੇ ਵਿੱਚ ਜਿੱਥੇ ਸਿੱਖ ਵਸਦੇ ਸਭ ਨੂੰ ਉਹਦਾ ਪਤਾ ਹੈ। ਹੁਣ ਲੜਾਈ ਕੀ ਸੀ? ਲੜਾਈ ਸੀ ਗੁਰੂ ਗ੍ਰੰਥ ਸਾਹਿਬ, ਉਹਦੇ ਬਰਾਬਰ ਦਸਮ ਗ੍ਰੰਥ ਦੀ। ਪ੍ਰੋਫੈਸਰ ਦਰਸ਼ਨ ਸਿੰਘ ਨੇ ਸ਼ੁਰੂ ਕੀਤੀ। ਏਜੰਸੀਆਂ ਦੀ ਚਾਲ ਦੇਖੋ ਕੈਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਈਡ ਤੇ ਕਰ ਦਿੱਤਾ, ਲੜਾਈ ਬਣਾ ਦਿੱਤੀ ਦਸਮ ਗ੍ਰੰਥ ਬਨਾਮ ਪ੍ਰੋਫੈਸਰ ਦਰਸ਼ਨ ਸਿੰਘ। ਕਾਫੀ ਲੜਾਈ ਭਖੀ। ਉਹਨਾਂ ਨੇ ਦਸਮ ਗ੍ਰੰਥ ਨੂੰ ਪਾਸੇ ਕਰਕੇ ਫਿਰ ਲੜਾਈ ਜਿਹੜੀ ਸੀ ਉਹ ਪਾ ਦਿੱਤੀ ਪ੍ਰੋਫੈਸਰ ਦਰਸ਼ਨ ਸਿੰਘ ਬਨਾਮ ਅਕਾਲ ਤਖਤ। ਹੁਣ ਉੱਥੋਂ ਜਿਹੜਾ ਸੀ ਰੌਲਾ ਪੈ ਗਿਆ ਕਿ ਅਕਾਲ ਤਖਤ ਤੇ ਉਹਨਾਂ ਨੂੰ ਬੁਲਾਇਆ ਜਾਂਦਾ। ਲੜਾਈ ਫਿਰ ਇਸ ਤਰੀਕੇ ਨਾਲ ਬਣਾ ਦਿੱਤੀ ਕਿ ਜਿਹੜੀ ਲੜਾਈ ਉਹ ਬਣ ਗਈ ਕਿ ਅਕਾਲ ਤਖਤ ਬਨਾਮ ਸਕੱਤਰੇਤ,
ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਹਾ ਮੈਂ ਸਕੱਤਰੇਤ ਵਿੱਚ ਜਾ ਕੇ ਮਿਲਣਾ ਨਹੀਂ। ਲੜਾਈ ਪੈ ਗਈ ਵੀ ਅਕਾਲ ਤਖਤ ਕੇ ਸਕੱਤਰੇਤ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਉਹਨਾਂ ਨੇ ਆਪਣੇ ਪੰਥ ਵਿੱਚੋਂ ਛੇਕ ਦਿੱਤਾ, ਉਹਨਾਂ ਦੇ ਆਪਣੇ ਪੰਥ ਵਿੱਚੋਂ। ਸਿੱਖੀ ਵਿੱਚੋਂ ਤੇ ਕੋਈ ਕਿਸੇ ਨੂੰ ਨਹੀਂ ਛੇਕ ਸਕਦਾ, ਉਹਨਾਂ ਨੇ ਆਪਣੇ ਪੰਥ ਚੋਂ ਕੱਢ ਦਿੱਤਾ। ਉਸ ਤੋਂ ਬਾਅਦ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਲਹਿਰ ਸੀ, ਇਹ ਲਹਿਰ ਬੜੀ ਜ਼ਬਰਦਸਤ ਬਣ ਗਈ। ਇਹਦੇ ਵਿੱਚ ਜਿਹੜੇ ਸੀ ਉਹਨਾਂ ਦੇ ਨਾਲ ਬਰਾਬਰ ਚੱਲਣ ਵਾਲੇ ਸਹਿਯੋਗੀ, ਜਿਸ ਤਰ੍ਹਾਂ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਜੀ ਹੋਣੀ, ਉਹਨਾਂ ਤੇ ਆ ਗਿਆ ਸਮਾਂ, ਉਹਨਾਂ ਨੇ ਘੇਰ ਲਿਆ ਕਿਸੇ ਤਰੀਕੇ ਨਾਲ। ਹੁਣ ਉਹ ਚਲੇ ਗਏ ਉੱਥੇ ਜਿੱਥੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨਹੀਂ ਗਏ ਸੀ। ਲੜਾਈ ਬਣਾ ਦਿੱਤੀ ਪ੍ਰੋਫੈਸਰ ਦਰਸ਼ਨ ਸਿੰਘ ਬਨਾਮ ਸਰਬਜੀਤ ਸਿੰਘ ਧੁੰਦਾ। ਕਿੱਥੋਂ ਲੜਾਈ ਸ਼ੁਰੂ ਹੋਈ, ਕਿਹੜੇ ਪਾਸੇ ਨੂੰ ਕਰਕੇ ਤੇ ਕਿਹੜੇ ਪਾਸੇ ਉਹਨਾਂ ਨੇ ਲਿਆ ਕੇ ਫਿਨਿਸ਼ ਕਰ ਦਿੱਤੀ ਸਾਰੀ ਲਹਿਰ। ਹੁਣ ਵੀ ਉਹ ਦਸਮ ਗ੍ਰੰਥ ਦੀ ਲੜਾਈ ਕਿਤੇ ਨਾ ਕਿਤੇ ਚੱਲ ਰਹੀ ਹੈ ਗਾਹੇ ਬਗਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਪਰੰਤੂ ਉਸ ਲੜਾਈ ਨੂੰ ਉਧਰੋਂ ਹਟਾ ਕੇ ਹੁਣ ਸਰਬਲੋ ਗ੍ਰੰਥ ਵਾਲੇ ਪਾਸੇ ਜਿਹੜਾ ਸੀ ਫਿਰ ਲੈ ਇੱਕ ਗ੍ਰੰਥ ਹੋਰ ਵਿਹੜੇ ਚ ਸੁੱਟ ਦਿੱਤਾ, ਤਾਂ ਕਿ ਇਹ ਲੜਾਈ। ਹੁਣ ਜਿਹੜਾ ਸਰਬਲੋ ਗ੍ਰੰਥ ਹੈ, ਮੈਂ ਜਿਨ੍ਹਾਂ ਨੇ ਕਾਰ ਸੇਵਾ ਕਰਾਈ ਸੀ 1984 ਵਿੱਚ ਬਾਬੇ ਸੰਤਾ ਸਿੰਘ ਨੇ, ਮੈਂ ਉਹਨਾਂ ਕੋਲੋਂ ਪੜ੍ਹਿਆ ਵਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜਦੋਂ ਸਾਨੂੰ ਨਹੀਂ ਸੀ, ਮੈਨੂੰ ਨਹੀਂ ਸੀ ਗੁਰਮਤਿ ਦੀ ਸੋਝੀ, ਉਦੋਂ ਕਿਉਂਕਿ ਜਿਹੜਾ ਬੰਦਾ ਜਿਸ ਰੰਗ ਵਿੱਚ ਹੁੰਦਾ ਵਾ ਉਹ ਉਸੇ ਨੂੰ ਸੱਚ ਸਮਝੀ ਬੈਠਾ ਹੁੰਦਾ ਵੀ ਇਹੀ ਸੱਚ ਹੈ। ਪਰ ਜਦੋਂ ਕਾਲਜ ਵਿੱਚ ਗਏ, ਅੱਖਾਂ ਖੁੱਲੀਆਂ, ਗੁਰਬਾਣੀ ਦੀ ਸਮਝ ਆਈ ਵੀ ਨਹੀਂ, ਅਸਲ ਵਿੱਚ ਜੋ ਕੁਝ ਹੁਣ ਤੱਕ ਮੈਂ ਮੰਨਦਾ ਆ ਰਿਹਾ ਸੀ ਜਾਂ ਕਰਦਾ ਆ ਰਿਹਾ ਸੀ, ਉਹ ਸਾਰਾ ਕੁਝ ਗੁਰਮਤਿ ਦੇ ਉਲਟ ਆ। ਉਹ ਚੀਜ਼ਾਂ ਸਾਰੀਆਂ ਛੱਡ ਦਿੱਤੀਆਂ ਹੋਵੇ। ਹੁਣ ਸਰਬਲੋ ਗ੍ਰੰਥ ਦੀ ਕਥਾ ਜਿਹੜੀ ਹੈ, ਇਹ ਉਹ ਬਾਬਾ ਸੰਤਾ ਸਿੰਘ ਕਰਦਾ ਹੁੰਦਾ ਸੀ। ਇਹ ਉਹਨੇ ਛਪਾਇਆ ਉਦੋਂ, ਕਿਉਂਕਿ ਅਸੀਂ ਉਹਨਾਂ ਕੋਲ ਪੜ੍ਹਦੇ ਸਾਂ, ਮੈਨੂੰ ਨਹੀਂ ਸੀ ਪਤਾ। ਜਿਹੜੇ ਸਰਬਲੋ ਗ੍ਰੰਥ ਦੇ ਪਦ ਅਰਥ ਲਿਖੇ, ਕਿਤੇ ਤੁਹਾਨੂੰ ਪੁਸਤਕਾਂ ਮਿਲ ਜਾਣ, 2 ਭਾਗਾਂ ਵਿੱਚ ਹੈ, ਉਹਦੇ ਪਦ ਅਰਥ ਮੈਂ ਲਿਖੇ ਹੋਏ ਨੇ, ਕਿਉਂਕਿ ਮੈਨੂੰ ਨਹੀਂ ਸੀ ਉਦੋਂ ਪਤਾ ਇਹਨਾਂ ਚੀਜ਼ਾਂ ਦਾ। ਜਿਵੇਂ ਮੈਨੂੰ ਕਹਿੰਦੇ ਸੀ ਉਸ ਤਰੀਕੇ ਨਾਲ ਅਸੀਂ ਸਾਰੇ ਕਰਦੇ ਸਾਂ। ਉਹ ਸਰਬਲੋ ਗ੍ਰੰਥ ਦਾ ਕੋਈ ਵਜੂਦ ਉਸ ਤੋਂ ਪਹਿਲਾਂ ਹੈ ਹੀ ਨਹੀਂ। ਬਾਬੇ ਸੰਤਾ ਹੋਣ ਤੋਂ ਪਹਿਲਾਂ ਕੋਈ ਉਹਦਾ ਨਾਂ ਨਹੀਂ ਸੀ ਹੈਗਾ, ਨਾ ਕੋਈ ਉਹਦੇ ਬਾਰੇ ਜਾਣਦਾ ਸੀ ਸਰਬਲੋ ਗ੍ਰੰਥ ਕੀ ਹੈ। ਇਹ ਸਾਰੇ ਜਾਣਦੇ ਸਰਬਲੋ ਦਾ ਕੜਾ, ਸਰਬਲੋ ਦਾ ਬਾਟਾ, ਸਰਬਲੋ ਦੇ ਬਰਤਨ, ਇਹ ਤੇ ਆਪਾਂ ਸਾਰੇ ਸੁਣਦੇ ਹੀ ਸਾਂ। ਸਰਬਲੋ ਗ੍ਰੰਥ ਵੀ ਕੋਈ ਹੈ, ਇਹ ਕਿਸੇ ਨੂੰ ਨਹੀਂ ਸੀ ਪਤਾ। ਇਹ ਉਹਨਾਂ ਨੇ ਸਾਹਮਣੇ ਲਿਆਂਦਾ। ਔਰ ਸਰਬਲੋ ਗ੍ਰੰਥ ਜਦੋਂ ਤੁਸੀਂ ਕਿਤੇ ਵੇਖੋਗੇ, ਤੁਹਾਨੂੰ ਕਿਤੇ ਗਾਹੇ ਬਗਾਹੇ ਮਿਲੇ, ਪੜੋਗੇ, ਉਹਦੇ ਵਿੱਚ ਬਹੁਤ ਸਾਰੇ ਐਸੇ ਪੰਨੇ ਨੇ ਜਿੱਥੇ ਜਿਵੇਂ ਦੋਹਰਾ ਲਿਖਿਆ ਹੈ, ਅੱਗੇ ਲਿਖਿਆ ਕੁਛ ਨਹੀਂ, ਲਕੀਰਾਂ ਮਾਰੀਆਂ ਹੋਈਆਂ ਨੇ। ਚੌਪੀ ਲਿਖੀ, ਅੱਗੇ ਲਕੀਰਾਂ ਮਾਰੀਆਂ ਹੋਈਆਂ ਨੇ। ਮੈਂ ਪੁੱਛਿਆ ਉਹਨਾਂ ਨੂੰ ਉਦੋਂ ਵੀ ਇਹ ਲਕੀਰਾਂ ਕਾਹਦੇ ਲਈ? ਕਹਿੰਦੇ ਜੀ ਇਹ ਸ਼ਬਦ ਜਿਹੜੇ ਅਜੇ ਲੱਭਣੇ ਆ, ਇਹ ਸਾਡੀ ਖੋਜ ਵਿੱਚੋਂ ਸਾਨੂੰ ਲੱਭੇ ਨਹੀਂ ਗਏ, ਇੱਥੇ ਹੋਰ ਸ਼ਬਦ ਵੀ ਅਜੇ ਐਡ ਹੋਣੇ ਆ, ਇਸ ਲਈ ਖਾਲੀ ਥਾਂ ਛੱਡੇ ਆ। ਇਹਦਾ ਮਤਲਬ ਹੈ ਕਿ ਇਸ ਗ੍ਰੰਥ ਦੇ ਵਿੱਚ ਅਜੇ ਹੋਰ ਬਹੁਤ ਕੁਝ ਐਡ ਹੋਣਾ। ਇਸ ਤਰੀਕੇ ਦੇ ਨਾਲ ਸਿੱਖੀਜ਼ਮ ਜਿਹੜਾ ਹੈ, ਜਦੋਂ ਕਿਸੇ ਵੀ ਦੇਸ਼ ਨੂੰ ਖਤਮ ਕਰਨਾ ਹੋਵੇ, ਗੁਲਾਮ ਕਰਨਾ ਹੋਵੇ, ਉਹਦੀ ਸੰਵਿਧਾਨ ਦੇ ਉੱਤੇ ਚੋਟ ਮਾਰੀ ਜਾਂਦੀ ਹੈ, ਉਹਦੇ ਸੰਵਿਧਾਨ ਨੂੰ ਚੈਲੰਜ ਕੀਤਾ ਜਾਂਦਾ ਹੈ, ਉਹਦੇ ਪੈਰਲਰ ਹੋਰ ਚੀਜ਼ਾਂ ਜਿਹੜੀਆਂ ਲਿਆਂਦੀਆਂ ਜਾਂਦੀਆਂ। ਜਿਵੇਂ ਜਦੋਂ ਤੋਂ ਬੀਜੇਪੀ ਗਵਰਨਮੈਂਟ ਇੰਡੀਆ ਚ ਆਈ, ਤੁਸੀਂ ਦੇਖਿਆ ਹੋਣਾ ਸੰਵਿਧਾਨ ਦੇ ਉੱਪਰ ਕਿਸ ਤਰ੍ਹਾਂ ਚੋਟ ਵੱਜ ਰਹੀ ਹੈ, ਕਿਵੇਂ ਸੰਵਿਧਾਨ ਨੂੰ ਪਾਸੇ ਕਰਕੇ ਮਨੂ ਸਿਮਰਤੀ ਜਾਂ ਇਹਨਾਂ ਚੀਜ਼ਾਂ ਦੇ ਮੁਤਾਬਕ ਫੈਸਲੇ ਕੀਤੇ ਜਾ ਰਹੇ। ਆ ਜਿਹੜੇ ਕਾਲੇ ਕਾਨੂੰਨਾਂ ਦਾ ਜ਼ਿਕਰ ਆਉਂਦਾ ਕਿਸਾਨੀ ਨਾਲ ਜੁੜੇ ਹੋਏ, ਸੰਵਿਧਾਨ ਦੇ ਮੁਤਾਬਕ ਇਹ ਫੈਡਰਲ ਗਵਰਨਮੈਂਟ ਦਾ ਇਸ਼ੂ ਹੀ ਨਹੀਂ ਹੈ, ਪਰ ਉਹ ਸੰਵਿਧਾਨ ਨੂੰ ਪਾਸੇ ਕਰਕੇ ਜਾਂ ਉਹਨੂੰ ਤੋੜ ਕੇ ਫੈਡਰਲ ਗਵਰਨਮੈਂਟ ਜਿਹੜੀ ਹੈ ਉਹ ਇਹਨੂੰ ਆਪਣੇ ਵਿੱਚ ਲੈ ਰਹੀ। ਜਦੋਂ ਕਿ ਇਹ ਜਿਹੜਾ ਐਗਰੀਕਲਚਰ ਸਿਸਟਮ ਹੈ, ਇਹ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ ਉਹਦੇ ਅੰਡਰ ਆਉਂਦਾ ਹੈ। ਸੇਮ ਹੀ ਚੀਜ਼ ਸਿੱਖੀਜ਼ਮ ਦੀ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਇੱਕ ਦੀ ਗੱਲ ਕਰਦਾ ਹੈ, ਉਹ ਅਵਤਾਰਵਾਦ ਨੂੰ ਰੱਦ ਕਰਦਾ ਹੈ, ਇੱਕ ਓੰਕਾਰ ਤੋਂ ਆਰੰਭਤਾ ਕਰਦਾ ਹੈ। ਦਸਮ ਗ੍ਰੰਥ ਜਿਹੜਾ ਹੈ, ਉਹਦੀ ਜਿੰਨੀ ਵੀ ਗੱਲ, ਉੱਥੇ 24 ਅਵਤਾਰਾਂ ਦਾ ਜ਼ਿਕਰ ਹੈ, ਉਹਨਾਂ ਦੀ ਵਿਆਖਿਆ ਲਿਖੀ, ਕਥਾ ਲਿਖੀ ਹੋਈ ਹੈ। ਸਰਬਲੋ ਗ੍ਰੰਥ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਪਹਿਲਾ ਹੀ ਉਹਦਾ ਸ਼ਲੋਕ ਹੈ, ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ, ਇਨ ਬਿਦ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ। ਉਹ ਲక్ష్ਮੀ ਦੀ ਪੂਜਾ ਤੋਂ ਸ਼ੁਰੂ ਹੁੰਦਾ ਹੈ, ਦੇਵੀ ਦੀ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਚੀਜ਼ਾਂ ਨੂੰ ਰੱਦ ਕਰਦੇ ਨੇ। ਇਹਦਾ ਮਤਲਬ ਸੰਵਿਧਾਨ ਦੇ ਉੱਪਰ ਚੋਟ ਇੱਕ ਹਿਸਾਬ ਦੀ ਜਿਹੜੀ ਆ ਮਾਰੀ ਗਈ ਹੈ। ਹੁਣ ਪ੍ਰੋਬਲਮ ਇਹ ਬਣ ਰਹੀ ਹੈ ਕਿ ਜਿਹੜੀ ਅਥਾਰਟੀ ਹੈ, ਜਿਹੜੀ ਪਾਵਰ ਹੈ, ਵੈਸੇ ਉਹ ਅਥਾਰਟੀ ਹੈ ਨਹੀਂ ਸਿੱਖੀ ਵਿੱਚ, ਧੱਕੇ ਦੇ ਨਾਲ ਸ਼ੁਰੂ ਤੋਂ ਉਹਨਾਂ ਨੇ ਬਣਾ ਕੇ ਉਹਨੂੰ ਪੇਸ਼ ਕਰ ਦਿੱਤਾ ਅਕਾਲ ਤਖਤ ਸਾਹਿਬ ਨੇ। ਅਥਾਰਟੀ ਪੰਥ ਦੇ ਹੱਥ ਵਿੱਚ ਹੈ। ਮੇਰਾ ਪਿੱਛੇ ਦੇ ਡਾਕਟਰ ਅਨੁਰਾਗ ਸਿੰਘ ਹੋਰਾਂ ਨਾਲ ਵੀ ਇਸ ਗੱਲ ਦੇ ਉੱਤੇ ਬੜੀ ਡਿਬੇਟ ਹੋਈ। ਮੈਂ ਉਹਨਾਂ ਨੂੰ ਸਵਾਲ ਕੀਤਾ,
ਮੈਂ ਕਿਹਾ ਵੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਤੁਸੀਂ ਕਹਿੰਦੇ ਵੀ ਅਕਾਲ ਤਖਤ ਸਾਹਿਬ ਦੇ ਜਿਹੜਾ ਸੰਵਿਧਾਨ ਹੈ, ਸਿਸਟਮ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਜੇ ਮਹੰਤਾਂ ਦਾ ਰਾਜ ਸੀ, 5 ਮਹੰਤਾਂ ਦਾ ਨਾਂ ਦੱਸ ਦਿਓ ਜਿਹੜੇ ਤਖਤਾਂ ਦੇ ਮੁਖੀ ਜਥੇਦਾਰ ਸੀ, ਜਿਹੜੇ ਕਿਤੇ ਫੈਸਲੇ ਕਰਦੇ ਹੋਣਗੇ। 5 ਮਹੰਤਾਂ ਦੇ ਨਾਂ ਨਹੀਂ ਪਤਾ ਉਹਨਾਂ ਨੂੰ। ਮੈਨੂੰ ਕਹਿੰਦੇ ਜੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਹੋਏ। ਮੈਂ ਕਿਹਾ ਫਿਰ ਮੈਨੂੰ ਇਹ ਦੱਸੋ ਵੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਫੈਸਲੇ ਭਾਈ ਗੁਰਦਾਸ ਜੀ ਕਰਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਕਰਦੇ ਸੀ? ਅਸਥਾਨਾਂ ਦੀ ਗੱਲ ਆਪਾਂ ਕਰਨੀ ਹੈ ਨਾ, ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ। ਕਿ ਫਿਰ ਫੈਸਲੇ ਕਿਹਦਾ ਮੰਨਿਆ ਜਾਂਦਾ ਸੀ? ਕਿ ਭਾਈ ਗੁਰਦਾਸ ਜੀ ਹੁਕਮਨਾਮੇ ਜਾਰੀ ਕਰਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਕਰਦੇ ਸੀ? ਕਰੇਗਾ ਤਾਂ ਜਿਹੜਾ ਮੁਖੀ ਹੋਵੇਗਾ, ਜਥੇਦਾਰ ਹੋਵੇਗਾ ਉੱਥੋਂ ਦਾ। ਕੋਈ ਜਵਾਬ ਨਹੀਂ ਉਹਨਾਂ ਦੇ ਕੋਲ। ਫਿਰ ਕੀ ਕਹਿੰਦੇ, ਤੁਸੀਂ ਕਾਮਰੇਡ ਹੋ, ਤੁਸੀਂ ਤੇ ਨਾਸਤਕ ਲੋਕ ਹੋ। ਨਾਸਤਕ ਦਾ ਮਤਲਬ ਤੇ ਇਹ ਕਹਾਂਗੇ ਨਾ ਆਪਾਂ ਵੀ ਜਿਹੜਾ ਗੁਰੂ ਆਪਣਾ ਅਕਾਲ ਪੁਰਖ ਰੱਬ ਦੀ ਹੋਂਦ ਤੋਂ ਮੁਨਕਰ, ਉਹ ਨਾਸਤਕ ਹੈ। ਉਹਦੀ ਤੇ ਗੱਲ ਹੀ ਨਹੀਂ ਚੱਲ ਰਹੀ। ਗੱਲ ਤੇ ਚੱਲ ਰਹੀ ਹੈ ਤੁਹਾਡੇ ਕਰਮ ਕਾਂਡਾਂ ਦੀ, ਤੁਹਾਡੀਆਂ ਮਨੌਤਾਂ ਦੀ, ਤੁਹਾਡੇ ਵੱਲੋਂ ਤਿਆਰ ਕੀਤੇ ਗਏ ਗ੍ਰੰਥ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ, ਉਹਨਾਂ ਦੀ, ਜਾਂ ਜਿਹੜੇ ਅਸਥਾਨਾਂ ਨੂੰ ਗੁਰੂ ਨੂੰ ਛੱਡ ਕੇ ਅਸਥਾਨ ਨੂੰ ਜ਼ਿਆਦਾ ਪ੍ਰਮੋਟ ਅਹਿਮੀਅਤ ਦੇਣ ਦੀ। ਤਖਤ ਜਿਹੜਾ ਉਹ ਇੱਕੋ ਹੀ ਹੈ, ਤੇ ਤਖਤ ਦਾ ਬਾਦਸ਼ਾਹ ਜਿਹੜਾ ਵਾ ਉਹ ਬੈਠਦਾ ਹੈ ਗੁਰੂ ਗ੍ਰੰਥ ਸਾਹਿਬ। ਕਿਸੇ ਜਗ੍ਹਾ ਦਾ ਨਾਂ ਤਖਤ ਨਹੀਂ ਹੈ। ਅਕਾਲ ਬੁੰਗਾ, ਆਪਾਂ ਅਰਦਾਸ ਵਿੱਚ ਬੁੰਗਿਆਂ ਦਾ ਜ਼ਿਕਰ ਕਰਦੇ ਹਾਂ, ਪਰੰਤੂ ਕਿਉਂਕਿ ਉਹਨੇ ਚੀਜ਼ਾਂ ਅਥਾਰਟੀ ਬਣਾ ਦਿੱਤੀ ਗਈ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਐਕਟ ਹੈ, ਸ਼ਾਇਦ ਤੁਸੀਂ ਜੇ ਪੜ੍ਹੋ ਕਿਤੇ ਜਾਂ ਪੜ੍ਹਿਆ ਹੋਵੇ ਤੁਹਾਨੂੰ ਪਤਾ ਹੋਏਗਾ, ਉਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦੀ ਹੋਂਦ ਦਾ ਕੋਈ ਹੈ ਹੀ ਨਹੀਂ ਕਿ ਉਹ ਵੀ ਕੋਈ ਪੋਸਟ ਹੈਗੀ ਹੈ ਜਾਂ ਕੁਛ ਹੈ, ਪਰ ਬਣਾ ਦਿੱਤੀ ਗਈ। ਅਸਲ ਵਿੱਚ ਕੀ ਹੁੰਦਾ ਸੀ, ਪੰਥ ਦੀ ਗੱਲ ਚੱਲਦੀ ਸੀ, ਪੰਥ ਫੈਸਲੇ ਕਰਦਾ ਸੀ, ਪੰਥ ਗੁਰਮਤੇ ਕਰਦਾ ਸੀ, ਪੰਥ ਨੇ ਐਕਸ਼ਨ ਕਰਨਾ ਹੁੰਦਾ ਹੈ ਅੱਗੇ ਜਾ ਕੇ। ਪੰਥ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੱਲਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪੰਥ, ਗ੍ਰੰਥ ਪੰਥ ਦਾ ਸਿਸਟਮ ਜਿਹੜਾ ਹੈ ਸਾਡੇ ਵਿੱਚ ਚੱਲ ਰਿਹਾ। ਗ੍ਰੰਥ ਪੰਥ ਦੀ ਗੱਲ ਹੀ ਆਪਾਂ ਸਾਰੇ ਕਰ ਰਹੇ ਹਾਂ। ਭਾਈ ਗੁਰਦਾਸ ਜੀ ਦੀ ਗੱਲ ਕਰਦੇ, ਉਹ ਵੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਰੋਜ਼ ਪੜ੍ਹਦੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਤਖਤ ਦਾ, ਕਿਸੇ ਅਸਥਾਨ ਦਾ, ਕਿਸੇ ਜਗ੍ਹਾ ਦਾ ਕਿਤੇ ਜ਼ਿਕਰ ਹੀ ਨਹੀਂ ਹੈ ਸਾਡੇ ਜਿੰਨਾ ਵੀ ਪੁਰਾਤਨ ਫਲਸਫਾ ਉਹਦੇ ਵਿੱਚ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਸ਼ੁਰੂ ਹੋਈ, ਪਹਿਲੀ ਜੰਗ ਹੈ ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਸੀ, ਤੇ ਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਛੱਡ ਕੇ ਬਾਹਰ ਜਾ ਕੇ ਲੋਹਗੜ੍ਹ ਉਹਨਾਂ ਨੇ ਜੰਗ ਲੜੀ। ਉਹਨਾਂ ਦੀ ਬੱਚੀ ਦਾ ਵਿਵਾਹ ਜਿਹੜਾ ਸੀ ਝਬਾਲ ਨਗਰ ਹੋਇਆ, ਜਿੱਥੇ ਬੀੜਬਾ ਬੁੱਢਾ ਸਾਹਿਬ ਹੈ। ਉਸ ਤੋਂ ਬਾਅਦ ਕੋਈ ਗੁਰੂ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਨਹੀਂ ਗਏ। ਹਾਂ, ਜ਼ਿਕਰ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਉਹ ਇੱਕ ਵਾਰ ਗਏ, ਪਰ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ। ਇਹਦਾ ਮਤਲਬ ਉੱਥੇ ਗੁਰੂ ਸਾਹਿਬਾਂ ਦਾ ਪ੍ਰਬੰਧ ਹੈ ਹੀ ਨਹੀਂ, ਪੁਜਾਰੀਆਂ ਦਾ ਪ੍ਰਬੰਧ ਹੈ, ਅਸਥਾਨ ਪੁਜਾਰੀਆਂ ਦੇ ਕਬਜ਼ੇ ਵਿੱਚ ਹੈ। ਤੇ ਜਿਹੜੇ ਗੁਰਸਿੱਖ ਸੀ ਉਹਨਾਂ ਸਮਿਆਂ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ, ਉਹ ਕਿੱਥੇ ਜਾਂਦੇ ਸੀ? ਉਹ ਕਿਹਨੂੰ ਅਥਾਰਟੀ ਮੰਨਦੇ ਸੀ? ਉਹ ਕਿਹਦੀ ਗੱਲ ਮੰਨਦੇ ਸੀ? ਉਹ ਕਿਹਦੇ ਹੁਕਮਨਾਮੇ ਨੂੰ ਮੰਨਦੇ ਸੀ? ਉਹ ਕਿਹਦੇ ਕੋਲੋਂ ਅਗਵਾਈ ਲੈਂਦੇ ਸੀ? ਗੁਰੂ ਗੋਬਿੰਦ ਸਿੰਘ ਜੀ ਤੇ ਇਸ ਏਰੀਏ ਦੇ ਵਿੱਚ ਹੀ ਨਹੀਂ ਆਏ, ਮਾਝੇ ਦੇ ਏਰੀਏ ਵਿੱਚ। ਉਹ ਸਾਰੇ ਸਿੱਖ ਉੱਥੇ ਜਾਂਦੇ ਸੀ ਜਿੱਥੇ ਗੁਰੂ ਹੈ। ਜੇ ਗੁਰੂ ਸਾਹਿਬ ਕੀਰਤਪੁਰ ਨੇ, ਉਹ ਕੀਰਤਪੁਰ ਜਾਂਦੇ ਨੇ। ਜੇ ਗੁਰੂ ਸਾਹਿਬ ਅਨੰਦਪੁਰ ਸਾਹਿਬ, ਉਹ ਅਨੰਦਪੁਰ ਸਾਹਿਬ ਜਾਂਦੇ ਨੇ। ਜੇ ਗੁਰੂ ਸਾਹਿਬ ਦਿੱਲੀ ਗਏ ਨੇ, ਉਹ ਦਿੱਲੀ ਨੂੰ ਜਾਂਦੇ ਨੇ। ਕਿਉਂਕਿ ਗੁਰੂ ਦਾ ਤੇ ਸਿੱਖ ਦਾ ਆਪਸ ਵਿੱਚ ਰਿਸ਼ਤਾ ਹੈ, ਜਗ੍ਹਾ ਦਾ ਰਿਸ਼ਤਾ ਨਹੀਂ ਹੈ। ਸਿੱਖ ਦੇ ਜੀਵਨ ਵਿੱਚ ਜਿੰਨੀ ਅਹਿਮੀਅਤ ਹੈ ਉਹ ਗੁਰੂ ਦੀ ਹੈ, ਸਿੱਖ ਗੁਰੂ ਦਾ ਹੈ। ਆਪਾਂ ਦੇ ਗੁਰਬਾਣੀ ਚ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ। ਕਿੰਨਾ ਵਧੀਆ ਪ੍ਰੂਫ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਸਿੱਖ ਕਿਹਦਾ ਕਮਾਉਣਾ ਹੈ? ਗੁਰੂ ਸਤਿਗੁਰੂ ਦਾ। ਗੁਰੂ ਦੇ ਨਾਲ ਹੀ ਸੰਬੰਧ ਹੈ ਸਭ ਦਾ। ਪਰ ਸਾਡੇ ਵਿੱਚ ਇਹੋ ਜਿਹੀਆਂ ਗੱਲਾਂ ਪ੍ਰਚਲਿਤ ਕਰ ਦਿੱਤੀਆਂ, ਇੰਨੀਆਂ ਜ਼ਿਆਦਾ ਪ੍ਰਚਲਿਤ ਕਰ ਦਿੱਤੀਆਂ, ਉਹ ਚੀਜ਼ਾਂ ਨੂੰ ਅਸੀਂ ਜਿਹੜਾ ਹੌਲੀ ਹੌਲੀ ਸਾਡੇ ਸਮਾਜ ਨੇ ਐਕਸੈਪਟ ਕਰ ਲਿਆ ਤੇ ਮੰਨ ਲਿਆ ਇਹੀ ਸਾਰਾ ਕੁਝ। ਉਹ ਮੈਨੂੰ ਕਹਿੰਦੇ ਜੀ ਤੁਸੀਂ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਹੋਣ ਦੇ ਤੇ ਵੀ ਸਵਾਲ ਖੜਾ ਕਰੋਗੇ। ਮੈਂ ਕਿਹਾ ਬਿਲਕੁਲ। ਬਾਬਾ ਬੁੱਢਾ ਸਾਹਿਬ ਦਰਬਾਰ ਸਾਹਿਬ ਜਾਂ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਨਹੀਂ ਗਏ।
ਉਹ ਗ੍ਰੰਥ ਦੇ ਗ੍ਰੰਥੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਨੇ। ਪਰ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ, ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ, ਕਿਸੇ ਨੇ ਨਹੀਂ ਪ੍ਰਚਾਰਿਆ। ਜਿਹੜਾ ਵੀ ਪ੍ਰਚਾਰਦਾ, ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ, ਜਦੋਂ ਕਿ ਹਰਮੰਦਰ ਸਾਹਿਬ ਨਹੀਂ, ਅਸਲ ਵਿੱਚ ਦਰਬਾਰ ਸਾਹਿਬ ਹੈ। ਚਲੋ ਆਪਾਂ ਉਸ ਮਸਲੇ ਨੂੰ ਫਿਰ ਕਿਤੇ ਵਿਚਾਰਾਂਗੇ ਕਿ ਹਰਮੰਦਰ ਸਾਹਿਬ ਕਿਉਂ ਕਿਹਾ ਜਾਂਦਾ ਹੈ, ਦਰਬਾਰ ਸਾਹਿਬ ਦਾ ਅਸਲ ਵਿੱਚ ਕੀ ਸਿਧਾਂਤ ਹੈ, ਕਿਉਂਕਿ ਗੁਰੂ ਦਾ ਦਰਬਾਰ ਹੀ ਹੈ। ਆ ਤੂਚਾ ਤਾਕਾ ਦਰਬਾਰ ਹਰਮੰਦਰ ਦੀ ਗੱਲ ਹੈ, ਤੇ ਹਰਮੰਦਰ ਇਹ ਸਰੀਰ ਹੈ ਜਿਸ ਸੰਸਾਰ ਨੂੰ ਕਿਹਾ ਗਿਆ। ਖੈਰ, ਗੁਰੂ ਦਰਬਾਰ ਸਜਾਉਂਦਾ ਹੈ, ਗੁਰੂ ਦੇ ਸਜੇ ਹੋਏ ਦਰਬਾਰ ਵਿੱਚ ਗੁਰਸਿੱਖ ਸੰਗਤਾਂ ਆਉਂਦੀਆਂ ਨੇ। ਇਹ ਕਨਸੈਪਟ ਜਿਹੜਾ ਦਰਬਾਰ ਦਾ ਹੈ। ਖੈਰ, ਹੁਣ ਬਾਬਾ ਬੁੱਢਾ ਸਾਹਿਬ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਜਾਂ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਕਿਉਂ? ਕਿਉਂਕਿ ਉਸ ਜਗ੍ਹਾ ਨੂੰ ਅੱਗੇ ਰੱਖਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਉਹ ਸੇਵਾਦਾਰ ਨੇ, ਪਹਿਲੇ ਗ੍ਰੰਥੀ ਸਿੰਘ ਨੇ, ਉਹ ਚੀਜ਼ ਨਹੀਂ। ਉਹ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਨੇ। ਵੇਖੋ ਕਿੰਨੀ ਵੱਡੀ ਗੱਲ ਇਹਦੇ ਪਿੱਛੇ ਸਾਜ਼ਿਸ਼ ਹੈ ਕਿ ਸ਼ਬਦ ਨੂੰ, ਗ੍ਰੰਥ ਨੂੰ, ਗੁਰਬਾਣੀ ਨੂੰ ਪਾਸੇ ਕਰ ਦਿਓ, ਜਗ੍ਹਾ ਦੇ ਨਾਲ ਉਹਨਾਂ ਨੂੰ ਜੋੜ ਦਿਓ, ਉਹਨਾਂ ਦਾ ਨਾਂ ਜਗ੍ਹਾ ਦੇ ਨਾਲ ਜੁੜ ਜਾਏ। ਇਹ ਧਾਰਮਿਕ ਸਥਾਨ ਇਸ ਤਰੀਕੇ ਦੇ ਨਾਲ ਜਿਹੜੇ ਸੀ ਸਾਡੇ ਉੱਪਰ ਜਿਹੜੇ ਸੀ ਹਾਵੀ ਕਰ ਦਿੱਤੇ। ਠੀਕ ਹੈ, ਧਾਰਮਿਕ ਸਥਾਨ ਨੇ, ਉਹਨਾਂ ਦੀ ਹਿਸਟਰੀ ਹੈ, ਉਹਨਾਂ ਦਾ ਇਤਿਹਾਸ ਹੈ। ਫਤਿਹਗੜ੍ਹ ਸਾਹਿਬ ਜਾਂਦੇ, ਉੱਥੋਂ ਦਾ ਇਤਿਹਾਸ ਹੈ। ਇੱਕ ਚਮਕੌਰ ਸਾਹਿਬ ਜਾਂਦੇ, ਇਤਿਹਾਸ ਹੈ। ਅਨੰਦਪੁਰ ਸਾਹਿਬ ਜਾਂਦੇ, ਇਤਿਹਾਸ ਹੈ। ਉਸ ਇਤਿਹਾਸ ਨੂੰ ਜਿਉਂਦਿਆਂ ਰੱਖਣਾ ਠੀਕ ਹੈ, ਪਰ ਬੇਸ਼ੱਕ ਭਾਵੇਂ ਕਿੰਨਾ ਵੀ ਵੱਡਾ ਇਤਿਹਾਸ ਦਾ ਕੋਈ ਹੋਵੇ, ਗੁਰੂ ਦੇ ਪੈਰਲਲ, ਗੁਰੂ ਦੀ ਬਰਾਬਰਤਾ ਜਾਂ ਗੁਰੂ ਦੀ ਥਾਂ ਨਹੀਂ ਲੈ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਖਿਲਾਫ ਕੋਈ ਬੋਲ ਜਾਵੇ, ਕਿਸੇ ਦਾ ਹਿਰਦਾ ਨਹੀਂ ਤੜਫਦਾ। ਜੇ ਕਿਸੇ ਪ੍ਰਚਾਰਕ ਨੇ ਕਹਿ ਦਿੱਤਾ ਜੀ ਸਰੋਵਰ ਦਾ ਪਾਣੀ ਲੈ ਕੇ ਆਉਂਦੇ ਜੇ, ਉੱਥੋਂ ਬਾਣੀ ਵੀ ਲੈ ਕੇ ਆਇਆ ਕਰੋ, ਤੁਸੀਂ ਜੀ ਸਰੋਵਰ ਦਾ ਪਾਣੀ ਕਹਿ ਦਿੱਤਾ, ਉਹ ਤੇ ਅੰਮ੍ਰਿਤ, ਤੁਸੀਂ ਪਾਣੀ ਕਿਵੇਂ ਕਹਿ ਦਿੱਤਾ? ਉਹਦੇ ਤੇ ਤੜਫਦਾ ਹੈ ਮਨ, ਉਹਦੇ ਤੇ ਭਾਵਨਾਵਾਂ ਤੜਫਦੀਆਂ ਨੇ। ਇਹਦਾ ਮਤਲਬ ਬਾਣੀ ਦੀ ਅਹਿਮੀਅਤ ਨਹੀਂ ਹੈ, ਪਾਣੀ ਦੀ ਅਹਿਮੀਅਤ ਹੋ ਗਈ। ਤੁਸੀਂ ਹਰਮੰਦਰ ਸਾਹਿਬ ਕਿਉਂ ਨਹੀਂ ਕਿਹਾ? ਦਰਬਾਰ ਸਾਹਿਬ ਕਿਉਂ ਕਹਿ ਦਿੱਤਾ? ਤੁਸੀਂ ਬਿਲਡਿੰਗ ਕਿਉਂ ਕਹਿ ਦਿੱਤਾ? ਇਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕੀ, ਉਹਨਾਂ ਚੀਜ਼ਾਂ ਨੂੰ ਲੈ ਕੇ ਭਾਵਨਾਵਾਂ ਤੜਫ ਰਹੀਆਂ। ਜਿਵੇਂ ਧਾਰਮਿਕ ਗ੍ਰੰਥ ਜਿਹੜੇ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੁਪਰੀਮਤਾ ਨੂੰ ਚੈਲੰਜ ਕਰਨ ਵਾਸਤੇ, ਉਸ ਸੰਵਿਧਾਨ ਨੂੰ ਪਾਸੇ ਕਰਕੇ ਇੱਕ ਨਵਾਂ ਸੰਵਿਧਾਨ ਇਹਨਾਂ ਗ੍ਰੰਥਾਂ ਦੇ ਜਰੀਏ ਸਾਡੇ ਥੋਪਣ ਵਾਸਤੇ ਇਹ ਚੀਜ਼ਾਂ ਦੀ ਭਰਮਾਰ ਸਾਡੇ ਵਿਹੜੇ ਵਿੱਚ ਆਈ। ਇਸੇ ਤਰ੍ਹਾਂ ਧਾਰਮਿਕ ਅਸਥਾਨਾਂ ਦੀ ਭਰਮਾਰ ਵੀ ਸਾਡੇ ਵਿਹੜੇ ਵਿੱਚ ਆ ਗਈ। ਉਹ ਇੰਨਾ ਜ਼ਿਆਦਾ ਅਹਿਮ ਹੋ ਗਏ ਸਥਾਨ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉਹਦੇ ਅੱਗੇ ਅਰਦਾਸ ਕਰੋ, ਕੋਈ ਤੁਹਾਡੇ ਅੰਦਰ ਉਹ ਨਹੀਂ ਗੀ ਉੱਠੇਗੀ ਭਰੋਸੇ ਵਾਲੀ ਗੱਲ। ਹਾਂ, ਤੁਸੀਂ ਇੱਥੇ ਬੈਠਿਆਂ ਨੇ ਪੈਸੇ ਭੇਜ ਕੇ ਅਰਦਾਸ ਦਰਬਾਰ ਸਾਹਿਬ ਜਾਂ ਕਿਸੇ ਹੋਰ ਸਥਾਨ ਤੇ ਕਰਾ ਦਿੱਤੀ, ਤੁਹਾਡੇ ਤਸੱਲੀ ਹੋ ਜਾਂਦੀ ਕਿ ਹਾਂ ਸਾਡੀ ਉੱਥੇ ਹੁਣ ਸੁਣੀ ਜਾਊਗੀ। ਜਗ੍ਹਾ ਕਿੰਨੀ ਹਾਵੀ ਹੋ ਗਈ ਸਿੱਖੀ ਦੇ ਵਿਹੜੇ ਵਿੱਚ। ਉਹਨਾਂ ਜਗ੍ਹਾਵਾਂ ਦੇ ਨਾਲ ਹੀ ਫਿਰ ਜਿੰਨੇ ਇਹ ਡੇਰੇ ਸੀ, ਇਹਨਾਂ ਨੇ ਉਹਨਾਂ ਦੇ ਪੈਰਲਰ ਆਪਣੀਆਂ ਜਗ੍ਹਾਵਾਂ ਜਿਹੜੀਆਂ ਸੀ ਉਹ ਤਿਆਰ ਕਰ, ਸਥਾਨ ਤਿਆਰ ਕਰ ਲਏ, ਆਪਣੀਆਂ ਜਥੇਬੰਦੀਆਂ ਬਣਾ ਲਈਆਂ ਫਿਰ, ਕਿਉਂਕਿ ਉਹਨਾਂ ਨੂੰ ਸੰਭਾਲਣ ਵਾਸਤੇ, ਉਹਨਾਂ ਨੂੰ ਜਿਹੜਾ ਸੇਵਾ ਸੰਭਾਲ ਵਾਸਤੇ ਜਿਹੜੇ ਸਥਾਨ ਬਣੇ ਨੇ, ਕੋਈ ਨਾ ਕੋਈ ਗਰੁੱਪ ਤੇ ਚਾਹੀਦਾ ਹੀ ਹੈ। ਤੁਸੀਂ ਕਦੇ ਗੌਰ ਕਰਿਓ, ਜਿੰਨੇ ਵੀ ਇਹ ਗਰੁੱਪ ਨੇ, ਚਾਹੇ ਟਕਸਾਲ ਹੈ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਨਿਹੰਗ ਸਿੰਘ ਜਥੇ, ਸਾਰੇ ਨੇ, ਇਹ ਸਾਰੇ ਕਿਹੜੇ ਵਾਸਤੇ ਹੈ? ਧਾਰਮਿਕ ਸਥਾਨਾਂ ਨੂੰ ਸੰਭਾਲਣ ਲਈ ਹੈ, ਆਪੋ ਆਪਣੇ ਸਥਾਨਾਂ ਦੀ ਸੇਵਾ ਸੰਭਾਲ। ਇਹਦਾ ਮਤਲਬ ਸਿੱਖਾਂ ਵਾਸਤੇ ਤਾਂ ਨਹੀਂ ਗੇ। ਸ਼੍ਰੋਮਣੀ ਕਮੇਟੀ ਪ੍ਰਬੰਧ ਕਿਹਦਾ ਸੰਭਾਲ ਰਹੀ ਹੈ? ਗੁਰਦੁਆਰਿਆਂ ਦਾ। ਸਿੱਖਾਂ ਦੀ ਤਾਂ ਗੱਲ ਹੀ ਹੈ ਨਹੀਂ ਉੱਥੇ। ਸਿੱਖਾਂ ਨੂੰ ਕੀ ਚੀਜ਼ ਚਾਹੀਦੀ ਹੈ? ਸਿੱਖਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ? ਸਿੱਖਾਂ ਦੇ ਵਿੱਚ ਕਿਸ ਆਪਣਾ ਕਿਹੜੀਆਂ ਕੁਰੀਤੀਆਂ ਨੇ ਜਾਂ ਕੀ ਕੁਛ ਕਰਨਾ ਹੈ ਆਪਾਂ, ਉਧਰ ਤੇ ਹੈ ਹੀ ਨਹੀਂ ਕਿਸੇ ਦਾ ਪ੍ਰਬੰਧ। ਗੁਰਦੁਆਰਿਆਂ ਦਾ, ਟਕਸਾਲ ਦਾ ਪ੍ਰਬੰਧ ਆਪਣੇ ਗੁਰਦੁਆਰਿਆਂ ਦਾ, ਜਿਹੜੇ ਡੇਰੇ ਨੇ ਉਹਨਾਂ ਦੀ, ਨਿਹੰਗਾਂ ਦਾ ਪ੍ਰਬੰਧ ਆਪਣੀਆਂ ਛਾਉਣੀਆਂ ਦਾ। ਫਿਰ ਸਿੱਖਾਂ ਦੇ ਨਾਲ ਤੇ ਸੰਬੰਧ ਨਾ ਰਹਿ ਗਿਆ। ਇਹ ਚੀਜ਼ ਜਥੇਬੰਦੀਆਂ ਬਣਾ ਕੇ ਸਾਡੇ ਤੇ ਥੋਪੀਆਂ ਗਈਆਂ। ਗੁਰੂ ਸਾਹਿਬ ਨੇ ਪੰਥ ਸਜਾਇਆ ਸੀ, ਚਲਾਇਆ ਸੀ, ਨਾ ਕਿ ਕੋਈ ਜਥੇਬੰਦੀ।
ਆਪਾਂ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਜਥੇਬੰਦੀ ਦਾ ਜ਼ਿਕਰ ਥੋੜੀ ਹੈ, ਕਿਸੇ ਟਕਸਾਲ ਦਾ, ਕਿਸੇ ਹੋਰ ਚੀਜ਼ ਦਾ ਜ਼ਿਕਰ ਥੋੜੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸੰਬੰਧ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਲਾਇਆ ਹੈ, ਮੱਥਾ ਟੇਕ ਕੇ ਕਿਹਾ ਸੀ ਅੱਜ ਤੋਂ ਸਾਰਾ ਕੁਝ ਇਹੀ ਹੈ ਤੁਹਾਡੇ ਲਈ, ਇਹ ਸਾਡੀ ਥਾਂ ਤੇ ਹੈ, ਇਹ ਸਾਡੇ ਵੱਲੋਂ ਵਰਸਾਇਆ ਹੋਇਆ ਕਹਿ ਲਓ, ਜਾਂ ਸਾਡੇ ਵੱਲੋਂ ਚਲਾਇਆ ਹੋਇਆ ਕਹਿ ਲਓ। ਤੇ ਜਿਹੜੇ ਕਹਿੰਦੇ ਜੀ ਆਹ ਜਥੇਬੰਦੀ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਹੈ, ਤੋਰੀ ਹੈ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਪੈਰਲਰ ਉਸ ਜਥੇਬੰਦੀ ਨੂੰ ਅੱਗੇ ਲੈ ਕੇ ਆ। ਉਹਨਾਂ ਦੇ ਸਥਾਨਾਂ ਤੇ ਜਾਓਗੇ, ਬਾਹਰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨਹੀਂ ਲਿਖਿਆ ਹੋਵੇਗਾ, ਉਹਨਾਂ ਦੀ ਜਥੇਬੰਦੀ ਦਾ ਵੱਡੇ ਵੱਡੇ ਬੈਨਰ ਲੱਗੇ ਹੋਣਗੇ, ਫਲੈਕਸ ਬੋਰਡ ਲੱਗੇ ਹੋਣਗੇ। ਔਰ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਆਪਣੇ ਆਪਣੇ ਸਿਸਟਮ, ਆਪਣੀ ਆਪਣੀਆਂ ਮਰਿਆਦਾਵਾਂ, ਆਪਣਾ ਆਪਣਾ ਸਾਰਾ ਕੁਝ ਉਹਨਾਂ ਬਣਾਇਆ ਹੋਇਆ ਹੈ। ਫਿਰ ਉਹ ਜਥੇਬੰਦੀ ਵੇਖੋ ਕਿੰਨੇ ਕਮਾਲ ਦੀ ਗੱਲ ਕਰਦੀ ਹੈ, ਜਿਸ ਗੁਰੂ ਨੇ ਵਰਸਾਈ ਕਹਿੰਦੇ ਨੇ ਉਸ ਗੁਰੂ ਤੋਂ ਸਿੱਧਾ ਆਪਣੇ ਜਥੇਬੰਦੀ ਨੂੰ ਆਉਂਦੇ ਆ। ਐਗਜ਼ਾਮਪਲ ਮੈਂ ਦੋ ਕੁ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ। ਨਾਨਕਸਰ ਇੱਕ ਸੰਪਰਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਿੱਧੀ ਆਪਣੇ ਸੰਪਰਦਾ ਵਾਲੇ ਪਾਸੇ ਗੱਲ ਲੈ ਕੇ ਆਉਂਦੇ। ਮੈਂ ਨਹੀਂ ਦੇਖਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਿਹਾੜਾ ਉਹਨਾਂ ਨੂੰ ਮਨਾਉਂਦੇ ਆ, ਮੈਂ ਨਹੀਂ ਦੇਖਿਆ ਛੋਟੇ ਸਾਹਿਬਜ਼ਾਦੇ ਜਾਂ ਵੱਡੇ ਸਾਹਿਬਜ਼ਾਦਿਆਂ ਦੇ ਦਿਨ ਵੀ ਕਦੇ ਮਨਾਉਂਦੇ ਨੇ। ਉਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ, ਉਸ ਤੋਂ ਬਾਅਦ ਸਿੱਧਾ ਆਪਣੇ ਬਾਬਿਆਂ ਦੀਆਂ ਬਰਸੀਆਂ ਤੇ ਜਨਮ ਦਿਨ ਮਨਾਉਣੇ ਸ਼ੁਰੂ ਕਰਦੇ ਨੇ। ਬਾਕੀ ਗੁਰੂ ਸਾਹਿਬਾਨਾਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ। ਜੇ ਟਕਸਾਲ ਦੀ ਗੱਲ ਕਰ ਲਓ, ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਸੀਂ ਸ਼ੁਰੂ ਹੋਏ ਹਾਂ। ਤੁਸੀਂ ਕਦੇ ਵੇਖੋ ਇਹਨਾਂ ਦੀਆਂ ਜਿੰਨੀਆਂ ਲਿਖਤਾਂ, ਜਿੰਨਾ ਪ੍ਰਚਾਰ ਸਾਰਾ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਤੋਂ ਨਾਲ ਹੈ, ਉਸ ਤੋਂ ਬਾਅਦ ਸਿੱਧਾ ਆਪਣੀ ਜਥੇਬੰਦੀ ਵੱਲ ਹੈ। ਜੇ ਨਿਹੰਗਾ ਸਿੰਘਾਂ ਦੀ ਗੱਲ ਕਰ ਲਓਗੇ, ਜੇ ਬਿਧੀ ਚੰਦ ਵਾਲਾ ਗਰੁੱਪ ਹੈ, ਉਹ ਸਿੱਧਾ ਭਾਈ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ, ਉਹ ਤੋਂ ਬਿਧੀ ਚੰਦ ਤੋਂ ਆਪਣੀ ਸੰਪਰਦਾ। ਬਾਕੀ ਕੇ ਕੋਈ ਉਹਨਾਂ ਨੂੰ ਮਤਲਬ ਨਹੀਂ ਗੁਰੂ ਸਾਹਿਬ ਕਿੱਥੇ ਕਿਵੇਂ ਹੈ। ਜਾਣੀ ਕਿ ਉਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਗੁਰੂ ਨਾਲ ਸਾਡਾ ਸੰਬੰਧ ਜੁੜਿਆ ਹੈ ਨਾ ਜਥੇਬੰਦੀ ਦਾ, ਉਸ ਗੁਰੂ ਤੋਂ ਬਾਅਦ ਇਹ ਜਥੇਬੰਦੀ ਹੀ ਸਾਰਾ ਕੁਝ ਹੈ, ਬਾਕੀ ਹੋਰ ਕੁਝ ਨਹੀਂ ਸੀ। ਬੁੱਢਾ ਦਲ ਵਾਲੇ ਕਹਿੰਦੇ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਗਏ ਉੱਥੇ ਗਵਾਲੀਅਰ, ਰਿਹਾ ਕਰਾ ਕੇ ਲਿਆਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਉਹਨਾਂ ਵਰ ਦਿੱਤਾ ਤੁਹਾਡੇ ਨਾਂ ਤੇ ਬਾਬਾ ਜੀ ਦਲ ਪੰਥ ਚੱਲੇਗਾ। ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਬੁੱਢਾ ਦਲ ਚੱਲ ਰਿਹਾ। ਤੁਸੀਂ ਉਹਨਾਂ ਲਿਖਤਾ ਪੜ੍ਹ ਲਓ, ਇਹੀ ਕਹਿ ਰਹੇ ਨੇ। ਉਹ ਸਿੱਧਾ ਫਿਰ ਆਪਣੇ ਜਥੇਬੰਦੀ ਵਾਲੇ ਪਾਸੇ ਆ ਜਾਂਦੇ। ਸੇਮ ਹੀ ਬਾਕੀ ਗਰੁੱਪਾਂ ਦੀ ਵੀ ਗੱਲ ਸਾਰੀ ਚੱਲ ਰਹੀ ਹੈ। ਸਿੱਖੀਜ਼ਮ ਦੇ ਵਿੱਚ ਵਿਚਾਰਧਾਰਾ ਪ੍ਰਮੁੱਖ ਹੈ, ਨਾ ਕਿ ਕੋਈ ਗਰੁੱਪ ਜਾਂ ਜਥੇਬੰਦੀ। ਸਿਧਾਂਤ ਮੁੱਖ ਹੈ, ਸਰੀਰ ਮੁੱਖ ਨਹੀਂ ਹੈ। ਪ੍ਰੋਬਲਮ ਇਹ ਬਣ ਗਈ ਕਿ ਉਹ ਜਥੇਬੰਦੀਆਂ ਜਿਹੜੀਆਂ ਨੇ ਉਹ ਇੰਨੀਆਂ ਜ਼ਿਆਦਾ, ਹੁਣ ਤੁਸੀਂ ਜੇ ਟਕਸਾਲ ਦੀ ਗੱਲ ਕਰੋ ਕਹਿਣਗੇ ਜੀ ਲੈ ਇਹਦਾ ਮਤਲਬ ਤੁਸੀਂ ਬਾਬਾ ਦੀਪ ਸਿੰਘ ਤੇ ਕਿੰਤੂ ਪਰੰਤੂ ਕਰ ਰਹੇ ਹੋ। ਬੁੱਢੇ ਦਲ ਦੀ ਗੱਲ ਕਰੋਗੇ ਉਹ ਕਹਿਣਗੇ ਬਾਬਾ ਬੁੱਢਾ ਸਾਹਿਬ ਤੇ ਕਿੰਤੂ ਪਰੰਤੂ ਕਰ ਰਹੇ ਹੋ। ਜੇ ਉਹ ਸੁਰ ਸਿੰਘ ਵਾਲੇ ਬਿਧੀ ਚੰਦ ਵਾਲਿਆਂ ਦਾ ਗਰੁੱਪ, ਉਹਨਾਂ ਦੀ ਗੱਲ ਕਰੋ ਕਹਿਣਗੇ ਬਾਬਾ ਬਿਧੀ ਚੰਦ ਤੇ ਤੁਸੀਂ ਕਿੰਤੂ ਪਰੰਤੂ ਕਰ ਰਹੇ ਹੋ ਜਥੇਬੰਦੀਆਂ ਬਣਾ ਕੇ। ਇਹ ਬਹੁਤ ਵੱਡੀ ਇੱਕ ਖਤਰਨਾਕ ਸਾਜ਼ਿਸ਼ ਹੈ। ਔਰ ਇਹ ਸਾਰੀਆਂ ਦੇ ਸਾਰੀਆਂ ਪਰੰਪਰਾਵਾਦੀ ਜਥੇਬੰਦੀਆਂ ਨੇ, ਪਰੰਪਰਾਵਾਂ ਨੂੰ ਮੰਨਣ ਵਾਲੀਆਂ। ਆਪਣੀ ਪਰੰਪਰਾ ਨਹੀਂ ਝੂਠੀ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬੇਸ਼ੱਕ ਪਾਸੇ ਜਾਂਦੀ ਚੱਲ ਜੇ, ਪਰ ਸਾਡੇ ਪਰੰਪਰਾ, ਸਾਡੀ ਮਨੌਤ ਜੋ ਸਾਡੇ ਵੱਡੇ ਵਡੇਰੇ ਕਰਦੇ ਆ ਰਹੇ ਨੇ। ਮੈਨੂੰ ਇੱਕ ਨਾ ਬੜਾ ਸੁਲਝਿਆ ਹੋਇਆ ਵਿਅਕਤੀ ਹੈ, ਟਕਸਾਲ ਨਾਲ ਸੰਬੰਧਿਤ ਹੈ, ਚੰਗਾ ਨਾਮਵਰ ਬੰਦਾ ਹੈ, ਉਹ ਬੁਲਾਰਾ ਹੈ। ਤੇ ਕਈ ਵਾਰ ਕਈ ਹੁੰਦਾ ਕਿ ਕਈ ਇਹੋ ਜਿਹੇ ਬੰਦੇ ਹੁੰਦੇ ਨੇ, ਉਹਨਾਂ ਨੂੰ ਸੱਚ ਦਾ ਪਤਾ ਹੁੰਦਾ ਵਾ, ਤੇ ਉਹਨਾਂ ਦੇ ਮੂੰਹ ਕੋਈ ਨਾ ਕੋਈ ਗਾਹੇ ਬਗਾਹੇ ਗੱਲ ਉਹੋ ਜਿਹੀ ਨਿਕਲ ਜਾਂਦੀ। ਮੇਰੀ ਉਹਨਾਂ ਨਾਲ ਵਿਚਾਰ ਚੱਲ ਰਹੀ ਸੀ, ਮੈਂ ਕਿਹਾ ਜੀ ਜੋ ਲਿਖਤਾਂ ਤੁਹਾਡੀਆਂ ਕਹਿ ਰਹੀਆਂ ਅੱਜ ਦੀ ਤਰੀਕ 'ਚ ਸਾਰੀਆਂ ਝੂਠੀਆਂ ਸਾਬਤ ਹੋ ਰਹੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਵੀ ਵਿਚਾਰਧਾਰਾ ਦੀ ਗੱਲ ਕਰਾਂਗੇ, ਉਹ ਉਹਦੇ ਪੈਰਲਲ ਟਕਰਾਅ 'ਚ ਆ ਰਹੀਆਂ ਨੇ। ਉਹ ਕਹਿੰਦਾ ਜੀ ਸਾਨੂੰ ਸਾਰਾ ਪਤਾ, ਇਹ ਸਾਰਾ ਕੁਝ ਹੋ ਰਿਹਾ। ਮੈਂ ਫਿਰ ਤੁਸੀਂ ਮੰਨਦੇ ਕਿਉਂ ਨਹੀਂ? ਕਹਿੰਦੇ ਜੇ ਮੰਨਿਆ ਤੇ ਜਿਹੜੇ ਸਾਡੇ ਵੱਡੇ ਵਡੇਰੇ ਝੂਠੇ ਸਾਬਤ ਹੋਣਗੇ। ਸਾਡੀ ਉਹ ਸਾਰਾ ਗਰੁੱਪ ਹੁਣ ਤੱਕ ਦੀ ਜਥੇਬੰਦੀ ਝੂਠੀ ਸਾਬਤ ਹੋ ਜਾਏਗੀ। ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਅਸੀਂ ਝੂਠੇ ਹਾਂ, ਤੁਸੀਂ ਸਾਨੂੰ ਇਹ ਸਾਬਤ ਨਾ ਕਰੋ ਕਿ ਅਸੀਂ ਝੂਠੇ ਹਾਂ। ਤੁਸੀਂ ਚੁੱਪ ਕਰਕੇ ਆਪਣੀ ਗੱਲ ਕਰੀ ਚੱਲੋ। ਜੇ ਸਾਡੇ ਵੱਲ ਗੱਲ ਕਰੋਗੇ ਤਾਂ ਅਸੀਂ ਤੁਹਾਡੀ ਜ਼ੁਬਾਨ ਬੰਦ ਕਰਾਉਣ ਲਈ ਆਵਾਂਗੇ ਕਿ ਸਾਡੀ ਗੱਲ ਕਿਉਂ ਕਰਦੇ ਹੋ।
ਮੈਂ ਉਹਨਾਂ ਨੂੰ ਕਿਹਾ ਜੀ ਬਾਬੇ ਨਾਨਕ ਦੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਵਿਚਾਰਧਾਰਾ ਦੀ ਗੱਲ, ਉਹ ਮੁਸਲਮਾਨ ਦੀ ਗੱਲ ਵੀ ਕਰਦੇ, ਜੇ ਉੱਥੇ ਕੋਈ ਇਹੋ ਜਿਹੀ ਗੱਲ ਹੈ, ਹਿੰਦੂਇਜ਼ਮ ਦੀ ਗੱਲ ਵੀ ਕਰਦੇ ਆ, ਸਾਰਿਆਂ ਦੀ ਗੱਲ ਕਰਦੇ, ਜੋਗੀਆਂ ਦੀ ਗੱਲ ਕਰਦੇ ਆ, ਸਿੱਧਾਂ ਦੀ ਗੱਲ ਕਰਦੇ ਆ, ਤੇ ਤੁਸੀਂ ਕਿਸ ਤਰ੍ਹਾਂ ਮਨਾ ਕਰ ਰਹੇ ਹੋ ਕਿ ਤੁਸੀਂ ਜਿਹੜੀ ਸਾਡੀ ਗੱਲ ਨਹੀਂ ਕਰ ਸਕਦੇ? ਪਰ ਨਹੀਂ, ਉਹ ਪਰੰਪਰਾਵਾਦੀ ਨੇ, ਉਹ ਆਪਣੀਆਂ ਪਰੰਪਰਾਵਾਂ ਤੋਂ ਬਾਹਰ ਨਹੀਂ ਜਾ ਸਕਦੇ। ਮੈਨੂੰ ਬਾਬੇ ਸੰਤਾਂ ਦੀ ਇੱਕ ਗੱਲ ਥੋੜੀ ਵਧੀਆ ਲੱਗੀ ਸੀ, ਮੈਂ ਕਈ ਵਾਰ ਜੋ ਇਕੱਲਾ ਬੈਠਦਾ ਨਾ, ਇਸ ਚੀਜ਼ ਤੋਂ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਜਦੋਂ ਉਹਨਾਂ ਕੋਲੋਂ ਮੈਂ ਪੜ੍ਹਦਾ ਹੁੰਦਾ ਸੀ ਨਾ, ਨਾਲ ਮੈਂ ਸਟੱਡੀ ਕਰਦਾ ਸੀ ਆਪਣੇ ਜਿਹੜੀ ਸਕੂਲੀ ਵਿੱਦਿਆ ਦੀ, ਉਹਨਾਂ ਨੇ ਇੱਕ ਗੱਲ ਕਹੀ ਸੀ ਜੋ ਮੇਰੀਆਂ ਗੱਲਾਂ ਵਿਚਾਰਾਂ ਜੋ ਉਹਨਾਂ ਨੂੰ ਸਮਝ ਆਈ। ਉਹ ਮੈਨੂੰ ਕਹਿੰਦੇ ਸੀ ਵੀ ਬੇਟਾ ਤੂੰ ਸਾਡੇ ਪਰੰਪਰਾ ਦੇ ਲਾਇਕ ਨਹੀਂ ਹੈ, ਜਿਹੜੀਆਂ ਪਰੰਪਰਾਵਾਂ ਸਾਡੇ, ਤੂੰ ਉਹਦੇ ਵਾਸਤੇ ਨਹੀਂ ਬਣਿਆ, ਤੁਹਾਨੂੰ ਮੈਂ ਮਿਸ਼ਨਰੀ ਕਾਲਜ ਵਿੱਚ ਆਪ ਭੇਜ ਦਾਂਗੇ, ਜਾ ਕੇ ਪੜ੍ਹੋ। ਅਸੀਂ ਆਪਣੀਆਂ ਸੰਪਰਦਾ ਦੀ ਵਿੱਚ ਪਰੰਪਰਾਵਾਂ ਤੋਂ ਬਾਹਰ ਨਹੀਂ ਜਾ ਸਕਦੇ, ਪਰ ਤੇਰੀ ਲਾਈਨ ਵੱਖਰੀ ਹੈ, ਤੂੰ ਉੱਥੇ ਜਾ ਕੇ ਪੜ੍ਹ, ਤੇਰੀ ਲਾਈਨ ਉਧਰ ਦੀ ਹੈ। ਉਹਨਾਂ ਨੇ ਮੈਨੂੰ ਮਿਸ਼ਨਰੀ ਕਾਲਜ ਭੇਜਿਆ ਪੜ੍ਹਨ ਵਾਸਤੇ, ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ। ਜਦੋਂ ਮੈਂ ਪੜ੍ਹਿਆ ਮੈਂ ਤੇ ਹੈਰਾਨ ਹੋ ਗਿਆ ਵੀ ਹੈ ਉਹ ਤੇ ਕੁਝ ਹੋਰ ਹੀ ਸਾਨੂੰ ਅੱਜ ਤੱਕ ਕਹੀ ਗਏ ਨੇ, ਗੁਰਬਾਣੀ ਦਾ ਫਲਸਫਾ ਤੇ ਕੁਝ ਹੋਰ ਹੀ ਹੈ। ਉੱਥੋਂ ਬਸ ਜਿਹੜਾ ਸੀ ਮੈਂ ਫਿਰ ਆਪਣਾ ਗੁਰਬਾਣੀ ਨੂੰ ਮੁੱਖ ਰੱਖ ਕੇ ਇਸ ਪਾਸੇ ਨੂੰ ਆ ਗਿਆ। ਇਹ ਪਰੰਪਰਾਵਾਦੀ ਸੰਪਰਦਾਇਕ ਇਹ ਜਿੰਨਾ ਵੀ ਜਥੇਬੰਦਕ ਢਾਂਚਾ ਹੈ, ਇਹ ਸਾਡੇ ਲਈ ਇੱਕ ਬਹੁਤ ਵੱਡਾ, ਜਿਸ ਤਰੀਕੇ ਨਾਲ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਨਾ ਤੁਹਾਡੇ ਨਾਲ ਧਾਰਮਿਕ ਸਥਾਨਾਂ ਦਾ, ਧਾਰਮਿਕ ਗ੍ਰੰਥਾਂ ਦਾ, ਵੀ ਉਹ ਸਾਡੇ ਲਈ ਜਿਸ ਰੂਪ ਦੇ ਵਿੱਚ, ਉਸ ਰੂਪ ਵਿੱਚ ਇਹ ਵੀ ਹੈ। ਕਿਉਂਕਿ ਸਮੇਂ ਦੇ ਨਾਲ ਸਿਸਟਮ ਚੇਂਜ ਹੁੰਦੇ ਨੇ। ਪਹਿਲਾਂ ਘੋੜਿਆਂ ਤੇ ਆਪਣਾ ਵਹੀਕਲ ਸੀ, ਘੋੜੇ ਵਹੀਕਲ ਸੀ, ਸਾਧਨ ਸੀ, ਉਹ ਬੈਲ ਗੱਡੀਆਂ, ਹੁਣ ਕਾਰਾਂ ਦਾ ਯੁੱਗ ਆ ਗਿਆ। ਆਉਣ ਵਾਲੇ ਸਮੇਂ 'ਚ ਹੋਰ ਯੁੱਗ ਇਸ ਤੋਂ ਵੀ ਚੇਂਜ ਹੋ ਸਕਦਾ। ਜਿਹੜਾ ਸਮੇਂ ਦਾ ਯੁੱਗ ਉਹਦੇ ਮੁਤਾਬਕ ਹੀ ਚੱਲਿਆ ਜਾਂਦਾ। ਇਹ ਗੱਲ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਵਿੱਚ ਵੀ ਕੀਤੀ। ਵਿਚਾਰ ਦਾ ਯੁੱਗ ਹੈ, ਗੁਰੂ ਨਾਨਕ ਸਾਹਿਬ ਦੀ ਗੱਲ ਹੈ। ਜੇ ਇੱਥੇ ਫਿਰ ਅਗਲੇ ਪਾਸੇ ਤੁਹਾਡੇ ਕੋਈ ਜ਼ਾਲਮ ਚੜ੍ਹ ਕੇ ਆਇਆ ਹੈ ਤੇ ਉੱਥੇ ਜੇ ਜੰਗ ਦੀ ਗੱਲ ਚੱਲਦੀ, ਫਲਸਫਾ ਵੀ ਗੁਰੂ ਸਾਹਿਬਾਂ ਨੇ ਹੰਢਾ ਕੇ ਦਿਖਾਇਆ। ਸਮੇਂ ਦੇ ਹਿਸਾਬ ਦੇ ਨਾਲ ਤੁਹਾਨੂੰ ਚੱਲਣਾ ਪਏਗਾ। ਵਕਤ ਵਿਚਾਰੇ ਸੋ ਬੰਦਾ ਹੋ। ਸਮੇਂ ਨੂੰ ਵਿਚਾਰਨਾ ਹੈ, ਵਕਤ ਨੂੰ ਵਿਚਾਰਨਾ ਹੈ, ਵੇਲੇ ਨੂੰ ਵਿਚਾਰਨਾ ਹੈ। ਪਰੰਤੂ ਜਿਹੜੀਆਂ ਪਰੰਪਰਾਵਾਂ ਨੇ ਇਹ ਕਦੇ ਵੀ ਤੁਹਾਨੂੰ ਵਕਤ ਦੇ ਨਾਲ ਨਹੀਂ ਚੱਲਣ ਦਿੰਦੀ। ਇਹ ਉੱਥੇ ਹੀ ਰੱਖਣਗੇ ਜਿੱਥੇ ਸੀ। ਜੋ ਹਸ਼ਰ ਇਸਲਾਮ ਦਾ ਹੋਇਆ ਸੀ ਨਾ, ਸ਼ਰ੍ਹਾਂ ਨੂੰ ਲੈ ਕੇ, ਅੱਜ ਦੀ ਤਰੀਕ ਵਿੱਚ ਉਹੀ ਹਸ਼ਰ ਸਿੱਖੀਜ਼ਮ ਦਾ ਹੋ ਰਿਹਾ ਹੈ, ਇਹਨਾਂ ਪਰੰਪਰਾਵਾਂ ਨੂੰ ਲੈ ਕੇ। ਆਪ ਇਹ ਸਾਰੇ ਪਰੰਪਰਾਵਾਂ ਛੱਡ ਚੁੱਕੇ ਨੇ। ਜਿਹੜੇ ਪਰੰਪਰਾ ਦਾ ਨਾਅਰਾ ਲਾਉਣ ਵਾਲੇ ਲੋਕ ਨੇ, ਆਪ ਸਾਰੇ ਛੱਡ ਚੁੱਕੇ ਨੇ। ਪਰੰਪਰਾ ਕਿਸੇ ਵੀ ਜਥੇਬੰਦੀ ਦੀ ਪਰੰਪਰਾ ਨਹੀਂ ਸੀ ਮੋਬਾਈਲ ਫੋਨ ਯੂਜ਼ ਕਰਨਾ, ਹੁੰਦੇ ਨਹੀਂ ਸੀ, ਹੁਣ ਸਾਰੇ ਕਰਦੇ ਆ। ਇਹਨਾਂ ਦੀਆਂ ਪਰੰਪਰਾਵਾਂ ਹੁੰਦੀਆਂ ਸੀ, ਇਹਨਾਂ ਨੇ ਕਰਮੰਡਲ ਹੱਥ 'ਚ ਫੜਨੇ ਜਾਂ ਲੋਹੇ ਦੇ ਬਰਤਨ ਹੱਥ 'ਚ ਫੜ ਕੇ ਤੇ ਪੈਦਲ ਜਾਣਾ ਜਾਂ ਘੋੜਿਆਂ ਤੇ ਜਾਣਾ। ਹੁਣ ਤੇ ਜਹਾਜ਼ਾਂ ਵਿੱਚ ਬੈਠੇ। 5 ਕਕਾਰ ਧਾਰਨ ਕਰਨੇ, ਕਹਿੰਦੇ ਜੀ ਅਸੀਂ ਉਹਦੇ ਤੋਂ ਬਗੈਰ ਇੱਕ ਛਿਣ ਨਹੀਂ ਰਹਿ ਸਕਦੇ। ਤੇ ਜੇ ਕਿਤੇ ਸਪਾਂਸਰ ਮਿਲ ਜੇ ਕੈਨੇਡਾ ਅਮਰੀਕਾ ਦੀ, ਸ੍ਰੀ ਸਾਹਿਬ ਸਾਰਿਆਂ ਨੇ ਪਹਿਲੇ ਬੈਗ ਵਿੱਚ ਬਿਲਟੀ ਕਰਾਈ ਹੁੰਦੀ ਹੈ। ਫਿਰ ਵੀ ਪਰੰਪਰਾ ਸਾਡੇ ਤੇ ਥੋਪਣ ਵਾਸਤੇ ਇਹ ਬਹੁਤ ਵੱਡੀ ਜਥੇਬੰਦਕ ਢਾਂਚਾ ਜਿਹੜਾ ਨਾ, ਇੱਕ ਖਤਰਾ ਹੈ ਕਹਿ ਲਓ ਤੁਸੀਂ। ਇਹਨਾਂ ਨੇ ਫਿਰ ਜੋ ਕੁਛ ਆਪਣੇ ਸਮਾਜ, ਆਪਣੇ ਵਜੂਦ ਨੂੰ ਜਿਉਂਦਿਆਂ ਰੱਖਣ ਲਈ ਕਰਨਾ ਹੈ, ਉਹਨੂੰ ਕਿਹਾ ਜਾਂਦਾ ਕਰਮਕਾਂਡ। ਕਿਉਂਕਿ ਇਹਨਾਂ ਨੇ ਜੋ ਕਰਮ ਕਰਨੇ ਨੇ ਉਹ ਪਰੰਪਰਾ ਦੇ ਅੰਦਰ ਰਹਿ ਕੇ ਕਰਨੇ ਆ। ਸਿੱਖੀਜ਼ਮ ਦੇ ਵਿੱਚ ਕਰਮ ਜਿਹੜਾ ਪ੍ਰਧਾਨ ਹੈ, ਕਰਮ ਭੂਮ ਮੈਂ ਬੋਹ ਨਾਮ, ਕਰਮਾ ਸੰਦੜਾ ਖੇਤ, ਕਰਮੀ ਆਪੋ ਆਪਣੀ। ਆਪਾਂ ਪੜ੍ਹਦੇ ਵੀ ਆ, ਕਰਮ ਦੀ ਗੱਲ ਹੈ, ਕਰਮ ਕਾਂਡ ਦੀ ਗੱਲ ਨਹੀਂ। ਪਰੰਤੂ ਇਹਨਾਂ ਦੇ ਵਿੱਚ ਕਰਮ ਕਾਂਡ ਜਿਹੜੇ ਉਹਨਾਂ ਦੀ ਭਰਮਾਰ ਜ਼ਿਆਦਾ। ਇਹ ਜੀਵਨ ਨੂੰ ਤਾਂ ਨਹੀਂ ਮੁੱਖ ਰੱਖਦੇ, ਇਹ ਸਰੀਰ ਨੂੰ ਮੁੱਖ ਰੱਖਦੇ, ਤਨ ਨੂੰ ਮੁੱਖ ਰੱਖਦੇ ਨੇ। ਕਿਹੋ ਜਿਹੇ ਕੱਪੜੇ ਹੋਣੇ ਚਾਹੀਦੇ ਨੇ, ਕਿਹੜੇ ਪਾਸੇ ਮੂੰਹ ਕਰਕੇ ਅਸੀਂ ਪਾਠ ਕਰਨਾ ਹੈ, ਸਾਡੀਆਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ, ਖੁੱਲੀਆਂ ਹੋਣੀਆਂ ਚਾਹੀਦੀਆਂ, ਕਿਹੜੇ ਵਿਧੀ ਦਾ ਆਸਨ ਹੋਣਾ ਚਾਹੀਦਾ ਜਦੋਂ ਸਿਮਰਨ ਕਰਨਾ ਹੈ, ਸੁਰਤ ਕਿੱਥੇ ਚੜਾਉਣੀ ਹੈ, ਕੀ ਕਰਨਾ। ਕਰਮਕਾਂਡ
ਜੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਕਰਮ ਕਾਂਡਾਂ ਨੂੰ ਆਪਣਿਆਂ ਨੂੰ ਕਾਮਯਾਬ ਕਰਨ ਵਾਸਤੇ ਕਿੰਨਾ ਕੁਝ ਹੋਇਆ ਸਾਡੇ ਲੱਖਲਵਾ। ਸਭ ਤੋਂ ਵੱਡਾ ਦੁਖਾਂਤ ਇਹ ਹੈ ਨਾ ਕਿ ਪਹਿਲਾਂ ਜੰਗਲਾਂ ਦੇ ਵਿੱਚ ਸੀ, ਉਸ ਤੋਂ ਬਾਅਦ ਇਹੋ ਜਿਹੀ ਇਹਨਾਂ ਨੇ ਸਾਡੀ ਹਾਲਤ ਕਰ ਦਿੱਤੀ ਕਿ ਸਾਨੂੰ ਇਸ ਪਾਸੇ ਵਾਪਸ ਆਉਣ ਹੀ ਨਹੀਂ ਦਿੱਤਾ, ਵਿਚਾਰਧਾਰਾ ਨੂੰ ਸਮਝ ਸਕੀਏ। ਕਰਮ ਕਾਂਡਾਂ ਵਾਲੇ ਪਾਸੇ ਜ਼ਿਆਦਾ ਚਲੇ ਗਏ। ਕੁਛ ਰਹਿਤਨਾਮੇ ਆ ਜਿਹੜੇ ਕਹੇ ਜਾਂਦੇ ਨੇ ਗੁਰੂ ਸਾਹਿਬ ਦੇ ਸਮਕਾਲੀ ਸਿੱਖਾਂ ਦੇ ਲਿਖੇ ਹੋਏ, ਚਲੋ ਮੰਨ ਲਓ ਜੀ ਉਸ ਸਮੇਂ ਦੇ ਆ, ਉਹਨਾਂ ਰਹਿਤਨਾਮਿਆਂ ਵਿੱਚ ਲਿਖਤਾਂ ਨੇ ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ। ਆਪਾਂ ਇੱਥੇ ਪੜ੍ਹਦੇ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਏ, ਪ੍ਰਗਟ ਗੁਰਾਂ ਕੀ ਦੇ। ਉੱਥੇ ਕੀ ਹੈ? ਉੱਥੇ ਅਕਾਲ ਪੁਰਖ ਕੇ ਬਚਨ ਸੇ ਪ੍ਰਗਟ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੀਏ ਗ੍ਰੰਥ। ਅੱਗੇ ਗੁਰੂ ਗ੍ਰੰਥ ਜੀ ਮਾਨੀਓ ਨਹੀਂ ਹੈ, ਅੱਗੇ ਗੁਰੂ ਖਾਲਸਾ ਜਾਣਿਓ, ਪ੍ਰਗਟ ਗੁਰਾਂ ਕੀ ਦੇ। ਦੇਹ ਦਾ ਮਤਲਬ ਹੁੰਦਾ ਸਰੀਰ, ਸ਼ਬਦ ਸਰੀਰ ਨਹੀਂ ਹੈ। ਪਰ ਗਿਆਨੀ ਗਿਆਨ ਸਿੰਘ ਜੀ ਨੇ ਉਸ ਚੀਜ਼ ਨੂੰ ਪਾਸੇ ਕਰਕੇ ਉੱਥੇ ਕਿਹਾ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਸ਼ਬਦ ਨੂੰ ਦੇਹ ਵਾਲੇ ਪਾਸੇ ਲੈ ਕੇ ਹੋਇਆ ਕੀ? ਸਿਆਲ ਆ, ਗਰਮ ਰਮਾਲਾ ਚਾਹੀਦਾ, ਠੰਡ ਲੱਗਦੀ ਹੈ। ਗਰਮੀਆਂ ਵਿੱਚ ਏਸੀ ਚਾਹੀਦਾ, ਗਰਮੀ ਲੱਗਦੀ ਗੁਰੂ ਸਾਹਿਬ ਨੂੰ। ਹੁਣ ਤੇ ਇਹੋ ਜਿਹੇ ਵੀ ਸਾਡੇ ਹੋ ਗਏ ਨੇ ਜਿਹੜੇ ਸਿਰ ਤੇ ਚੁੱਕ ਕੇ ਸੈਰ ਕਰਾਉਂਦੇ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਥੱਕ ਜਾਣਗੇ, ਸਾਰਾ ਦਿਨ ਸਵੇਰ ਤੋਂ ਪਲੰਗੇ ਤੇ ਬੈਠੇ ਪੀੜੇ। ਹੋਰ ਛੱਡੋ, ਮੈਂ ਨਾਨਕਸਰ ਵਾਲਿਆਂ ਦੀ ਵਿਚਾਰਧਾਰਾ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿੰਦੇ ਜੀ ਅਸੀਂ ਵੱਡਾ ਪਲੰਗਾ ਉਹਦੇ ਤੇ ਪ੍ਰਕਾਸ਼ ਕਰਦੇ। ਕਿਉਂ? ਕਿਉਂਕਿ ਜਦੋਂ ਚੌਂਕੜਾ ਮਾਰ ਕੇ ਗੁਰੂ ਸਾਹਿਬ ਬੈਠਦੇ ਆ ਤੇ ਪੀੜੇ ਦੇ ਉੱਤੋਂ ਫਿਰ ਗੋਡੇ ਬਾਹਰ ਨਿਕਲਦੇ ਹੋਣ। ਚੌਰ ਸਾਹਿਬ ਤਾਂ ਨੂੰ ਕਰਕੇ ਕਰਨਾ ਵਾ, ਕਿਉਂ? ਉਹਨਾਂ ਦੇ ਮੋਢਿਆਂ ਨੂੰ ਨਾ ਵੱਜੇ। ਉਹ ਕੀ ਕਿੱਥੇ ਚਲੇਗੀ ਅਕਲ? ਵੀ ਸਰੀਰ ਸਮਝੋ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਵੀ ਸਰੀਰ ਹੈ, ਇਹ ਦੇਹ ਹੈ। ਭੋਗ ਲਵਾਉਣ ਦੀ ਵੀ ਵਿਧੀ ਉਹਨਾਂ ਦੀ ਇਸੇ ਕਰਕੇ ਵੱਖਰੀ ਹੈ। ਉਹ ਨਾਲ ਤੌਲੀਆ ਰੱਖਦੇ ਨੇ, ਚਮਚ ਦੇ ਨਾਲ ਪ੍ਰਸ਼ਾਦ ਦਾ ਭੋਗ ਵੀ ਲਵਾਉਂਦੇ ਆ, ਹੱਥ ਵੀ ਧੋਂਦੇ, ਬਹੁਤ ਕੁਝ ਕਰਦੇ ਆ। ਕਰਮਕਾਂਡ ਉਹਨਾਂ ਦੇ ਜਿਹੜੇ ਸ਼ਬਦ ਦਾ ਫਲਸਫਾ ਹੈ, ਸਿਧਾਂਤ ਹੈ, ਜੀਵਨ ਨਾਲ ਉਹਦਾ ਸਾਡਾ ਸੰਬੰਧ ਹੈ, ਇਹ ਚੀਜ਼ਾਂ ਜਿਹੜੀਆਂ ਨੇ ਪਾਸੇ ਕਰ ਦਿੱਤੀ, ਕਰਮਕਾਂਡ ਅੱਗੇ ਲੈ ਆਉਂਦੇ। ਸਮੇਂ ਦੇ ਨਾਲ ਕਰਮਕਾਂਡ ਝੂਠੇ ਸਾਬਤ ਹੁੰਦੇ ਆ। ਹੋ ਸਕਦਾ ਕਿਸੇ ਸਮੇਂ ਦਾ ਸੱਚ ਹੋਣਗੇ, ਪਰ ਅੱਜ ਦੇ ਸਮੇਂ ਦਾ ਸੱਚ ਨਹੀਂ ਹੈ। ਕ੍ਰਿਸਚਨ ਕਿਉਂ ਕਾਮਯਾਬ ਹੁੰਦੇ ਜਾ ਰਹੇ? ਉਹਨਾਂ ਨੂੰ ਪਤਾ ਹੈ ਕਿ ਬਾਈਬਲ ਜਿਹੜੀ ਹੈ ਉਹ ਲਿਖਤ ਉਹਨਾਂ ਦੇ ਬਾਅਦ ਵਿੱਚ ਲਿਖਤ ਹੋਣੀ ਚਾਹੀਏ। ਉਹਨਾਂ ਨੇ ਸਮੇਂ ਦੇ ਨਾਲ ਉਹਦੇ ਵਿੱਚ ਉਸੇ ਹਿਸਾਬ ਨਾਲ ਹੀ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ। ਜਿਹੜੀ ਚੀਜ਼ ਰੱਦ ਹੁੰਦੀ ਹੈ ਉਹਨੂੰ ਵਿੱਚੋਂ ਪਾਸੇ ਕਰੀ ਜਾਂਦੇ। ਨਹੀਂ ਤੇ ਇਹ ਉਹੀ ਵਿਚਾਰਧਾਰਾ ਵਾਲੇ ਲੋਕ ਹੈ ਜਿਹੜੇ ਜੇ ਕਿਤੇ ਕਿਸੇ ਨੇ ਕਿਹਾ ਜੀ ਧਰਤੀ ਗੋਲ ਹੈ ਤੇ ਉਹਦਾ ਸਿਰ ਕਲਮ ਕਰਨ ਨੂੰ ਤੁਰ ਪਏ ਸੀ। ਪਰ ਤੁਸੀਂ ਇਹ ਮਰਿਆਦਾਵਾਂ ਸਾਡੀਆਂ, ਕਰਮਕਾਂਡ ਸਾਡੇ, ਪਰੰਪਰਾਵਾਂ ਸਾਡੀਆਂ ਝੂਠੀਆਂ ਸਾਬਤ ਹੋ ਰਹੀਆਂ ਨੇ। ਅੱਜ ਦੀ ਤਰੀਕ ਦੇ ਵਿੱਚ ਇਹ ਕਰਮਕਾਂਡ ਝੂਠੇ ਸਾਬਤ ਹੋ ਰਹੇ ਆ। ਜੇ ਕਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਇਹਨਾਂ ਨੂੰ ਸੁਧਾਰ ਲਿਆ ਜਾਵੇ, ਇਹ ਡਾਂਗਾਂ ਲੈ ਕੇ ਸਾਡੇ ਪਿੱਛੇ ਆ ਜਾਣ। ਸਾਡੇ ਮਹਾਂਪੁਰਖ ਤੇ ਚੜ੍ਹਦੇ ਪਾਸੇ ਸੂਰਜ ਵੱਲ ਮੂੰਹ ਕਰਕੇ ਬਾਣੀ ਪੜ੍ਹਦੇ ਹੁੰਦੇ ਸੀ, ਤੁਸੀਂ ਅੱਜ ਉਹਨੂੰ ਰੱਦ ਕਰਨ ਲੱਗੇ। ਉਤਰਾ ਸਾਖੀ ਸੁਣਾਓਗੇ, ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਤੇ ਉਹਨਾਂ ਮੱਕਾ ਘੁਮਾ ਦਿੱਤਾ, ਕਿਹਾ ਜਿਹੜੇ ਪਾਸੇ ਰੱਬ ਨਹੀਂ ਹੈਗਾ ਉਧਰ ਕਰ ਦਿਓ ਪੈ। ਆਪ ਤੁਸੀਂ ਮੰਨਦੇ ਨਹੀਂ। ਸਾਖੀਆਂ ਸਾਨੂੰ ਉਹਨਾਂ ਦੀਆਂ ਸੁਣਾ ਰਹੇ ਜਿਹੜੇ ਭਰਮ ਤੋੜੇ, ਆਪ ਉਹਨਾਂ ਹੀ ਭਰਮਾਂ ਵਿੱਚ ਪਏ ਹੋਏ ਕਿ ਕਿਹੜੇ ਪਾਸੇ ਮੂੰਹ ਹੋਣਾ ਚਾਹੀਦਾ। ਇਹ ਚੀਜ਼ਾਂ ਬਹੁਤ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਸਿੱਖੀ ਦੇ ਵਿਹੜੇ ਵਿੱਚ ਆ ਕੇ। ਹੁਣ ਸੋਲੂਸ਼ਨ ਦੀ ਗੱਲ ਕੀਤੀ ਸੀ ਡਾਕਟਰ ਸਾਹਿਬ ਨੇ, ਕਿਸ ਤਰ੍ਹਾਂ ਇਹਨਾਂ ਚੋਂ ਹੁਣ ਆਪਾਂ ਬਾਹਰ ਨਿਕਲੀਏ। ਇਹ ਹੁਣ ਆਪਾਂ ਡਿਸਕਸ ਕਰਨੀ ਆ ਆਪਸ ਵਿੱਚ, ਆਪਣੇ ਸਵਾਲ ਜਵਾਬਾਂ ਚ ਸੋਲੂਸ਼ਨ ਹੀ ਆਪਾਂ ਲੱਭਣੇ ਆ, ਕਿਉਂਕਿ ਸਾਰਿਆਂ ਨੂੰ ਸਵਾਲਾਂ ਦਾ ਤੇ ਪਤਾ ਹੈ, ਕਰਮਕਾਂਡਾਂ ਦਾ ਤੇ ਪਤਾ ਹੀ ਹੈ, ਜੋ ਕੁਝ ਹੋ ਰਿਹਾ ਉਹ ਤੇ ਪਤਾ ਹੈ। ਸਭ ਤੋਂ ਵੱਡਾ ਸੋਲੂਸ਼ਨ ਇਹਦਾ ਇੱਕ ਹੀ ਹੈ, ਗੁਰ ਜੈਸਾ ਨਾਹੀ ਕੋ ਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਦੂਜਾ ਨਹੀਂ। ਜੋ ਵੀ ਦੂਜਾ ਹੈ ਉਹਨੂੰ ਰੱਦ ਕਰ ਦਿਓ। ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋ, ਉਹ ਸੱਚ ਹੈ। ਉਹਦੇ ਪੈਰਲਲ, ਉਹਦੇ ਬਰਾਬਰ ਕਿਸੇ ਹੋਰ ਨੂੰ ਅਸੀਂ ਸੱਚ ਨਹੀਂ ਮੰਨਦੇ। ਫੇਰ ਤੇ ਅਸੀਂ ਆਪਣੇ ਜਿਹੜੇ ਕਰਮ ਕਰਦੇ ਆ, ਜੋ ਅਸੀਂ ਕਾਰ ਵਿਹਾਰ ਕਰਦੇ ਆ, ਘਰੇਲੂ ਕਾਰ ਵਿਹਾਰ, ਚਾਹੇ ਪਰਿਵਾਰਕ ਕਾਰ ਵਿਹਾਰ,
ਜੇ ਤੇ ਅਸੀਂ ਉਸ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਕਰਨਾ ਸ਼ੁਰੂ ਕਰ ਦਿੱਤਾ, ਇਹ ਸੋਲੂਸ਼ਨ ਹੈ। ਠੀਕ ਹੈ, ਅੱਜ ਇੱਕ ਸਰੀਰ ਹੈ, ਇੱਕ ਪਰਿਵਾਰ ਹੈ, ਕੱਲ ਨੂੰ 2 ਪਰਿਵਾਰ ਹੋ ਜਾਣਗੇ, ਫਿਰ 10 ਪਰਿਵਾਰ ਹੋ ਜਾਣਗੇ, ਹੌਲੀ ਹੌਲੀ ਇੱਕ ਕਾਫਲਾ ਬਣ ਜਾਵੇਗਾ। ਟਾਈਮ ਲੱਗੇਗਾ, ਵਕਤ ਲੱਗੇਗਾ। 239 ਸਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਲੱਗੇ ਸੀ ਕਾਫਲਾ ਤਿਆਰ ਕਰਨ ਵਾਸਤੇ, ਤੇ ਜਿੰਨਾ ਵੱਡਾ ਇਕੱਠ ਸੀ ਉਹਨੇ ਵੱਡੇ ਇਕੱਠ ਦੇ ਵਿੱਚ ਜਦੋਂ ਕਾਫਲੇ ਦੇ ਵਿੱਚੋਂ ਜਿਹੜੇ ਖਰੇ ਉਤਰਨ ਵਾਲਿਆਂ ਦੀ ਗੱਲ ਚੱਲੀ ਸੀ, 5 ਸਿੱਖਾਂ ਦਾ ਜ਼ਿਕਰ ਅਸੀਂ ਪੜ੍ਹਦੇ ਸੁਣਦੇ, ਜਿਹਨੂੰ 5 ਪਿਆਰੇ ਕਹਿੰਦੇ ਆਪਾਂ। ਭਰਮਾਰ ਨਹੀਂ ਹੁੰਦੀ ਕਦੇ ਵੀ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ। ਇਹ ਸ਼ੇਰਾਂ ਦਾ ਮਾਰਗ ਹੈ, ਇਹਦੇ ਉੱਤੇ ਇਕੱਲਿਆਂ ਹੀ ਤੁਰਨਾ ਪੈਂਦਾ ਹੈ। ਬਾਕੀ ਪ੍ਰਮਾਤਮਾ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ। ਹੋਰ ਜੇ ਕਿਸੇ ਦੇ ਮਨ 'ਚ ਕੋਈ ਸਵਾਲ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ, ਆਪਾਂ ਸਾਂਝੀ ਕਰਦੇ ਹਾਂ ਜੀ, ਤੇ ਵਿਚਾਰਾਂ ਦੀ ਇੱਥੇ ਸਮਾਪਤੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸ਼ਿਵਤੇਜ ਸਿੰਘ ਜੀ, ਬੜੀ ਚੰਗੀ ਤਰ੍ਹਾਂ ਨਾਲ ਤੁਸੀਂ ਇਹ ਤਿੰਨੇ ਪੱਖ ਜਿਹੜੇ ਆ ਧਾਰਮਿਕ ਗ੍ਰੰਥ, ਅਸਥਾਨਾਂ ਦੀ, ਜਥੇਬੰਦਿਕ ਢਾਂਚੇ ਦੀ ਤੇ ਕਰਮ ਕਾਂਡ ਕਿੱਦਾਂ ਰਿਲੇਟ ਹੋ ਗਏ ਆਪਸ ਵਿੱਚ, ਔਰ ਅਸੀਂ ਬੇਸਿਕਲੀ ਬਾਣੀ ਨੂੰ ਛੱਡ ਕੇ ਕਿੱਧਰ ਨੂੰ ਟੁਰ ਗਏ, ਕਿੱਧਰ ਨੂੰ ਚੱਲ ਪਏ। I think you put it in a very good perspective that way. So now we open up for Dr. Vic, ਤੁਸੀਂ ਹੱਥ ਰੇਜ਼ ਕੀਤਾ ਹੋਇਆ, ਪਲੀਜ਼ ਕੁਐਸਚਨ ਜਿਹੜਾ ਬਰੀਫ, ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਬਰੀਫ ਰੱਖੋ ਤਾਂ ਕਿ ਸਾਰਿਆਂ ਨੂੰ ਟਾਈਮ ਵੀ ਮਿਲ ਸਕੇ ਔਰ ਡਿਸਕਸ਼ਨ ਵਿੱਚ ਨਾ ਪਵੇ। ਮੇਰੇ ਖਿਆਲ ਸਾਡੇ ਸਾਰਿਆਂ ਕੋਲ ਆਪਣੇ ਸ਼ਿਵਤੇਜ ਸਿੰਘ ਹੋਰਾਂ ਦਾ ਕੰਟੈਕਟ ਵੀ ਹੈਗਾ, ਜੇ ਕੋਈ ਬਹੁਤ ਡਿਸਕਸ਼ਨ ਹੋਵੇ ਤਾਂ ਉਹ ਤੁਸੀਂ ਪ੍ਰਾਈਵੇਟਲੀ ਵੀ ਕਰ ਸਕਦੇ ਹੋ ਡਿਸਕਸ਼ਨ, ਪਰ ਜਿਹੜੀ ਕਾਮਨ ਹੈ ਕੁਐਸਚਨਸ ਤੇ ਆਪਣੇ ਟਾਈਮ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟਾ ਕਰੋ। ਥੈਂਕ ਯੂ ਜੀ, ਮੇਰੀ ਬੇਨਤੀ ਪਲੀਜ਼ ਪ੍ਰਵਾਨ ਕਰ। ਹਾਂਜੀ, ਡਾਕਟਰ ਜਗਜੀਤ ਸਿੰਘ ਜੀ, ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰ ਹੋ ਕਿ ਇਹੋ ਜਿਹਾ ਵਧੀਆ ਸਪੀਕਰ ਤੁਸੀਂ ਲੱਭਿਆ। ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦਾ, ਪਤਾ ਨਹੀਂ ਇੰਡੀਆ 'ਚ ਹੋਣਗੇ ਤਾਂ ਮੈਂ ਜ਼ਰੂਰ ਉਹਨਾਂ ਨਾਲ ਸੰਪਰਕ, ਤੁਸੀਂ ਫੋਨ ਜਾਂ ਈਮੇਲ ਦੇਣਾ, ਕਿਉਂਕਿ ਜੋ ਗੱਲਾਂ ਉਹਨਾਂ ਨੇ ਕੀਤੀਆਂ ਨੇ ਉਹ ਬਿਲਕੁਲ ਜਿਵੇਂ ਕਹੀਦਾ 16 ਆਨੇ ਸੱਚ ਹੈਗੀਆਂ। ਹੁਣੇ ਹੀ ਆਪਣਾ ਜਿਵੇਂ ਤੁਹਾਡਾ ਫੋਰਮ ਹੈ, ਇੱਕ ਫੋਰਮ ਸਾਡੇ ਮੇਰੇ ਕੁਲੀਗ ਨੇ, ਤੁਸੀਂ ਜਾਣਦੇ ਹੋ, ਡਾਕਟਰ ਪੱਟੀ, SS ਪੱਟੀ, ਤੇ ਉਹਦੇ 'ਚ ਬੜੀ ਵਾਰੀ ਜ਼ਿਕਰ ਆਉਂਦਾ ਹੈਗਾ। ਮੈਂ ਉਹ ਗ੍ਰੰਥ ਪੁੱਛਿਆ, ਪਰ ਜੀ ਗੁਰੂ ਗੋਬਿੰਦ ਸਿੰਘ ਜੀ ਅਖੀਰਲੇ ਸਮੇਂ 52 ਹੁਕਮ ਉਹਨਾਂ ਦੇ ਨੇ। ਉਹ ਮੈਨੂੰ ਬੜੀ ਵਾਰੀ ਹੈਰਾਨੀ ਹੁੰਦੀ ਹੈ ਕਿ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਆਪਣਾ ਕਰਤਾਰ ਸਿੰਘ ਸੋਲਨ ਹੋਰਾਂ ਦਾ ਵੀ ਕੋਈ ਕਿਤਾਬ ਉੱਥੇ ਫਿਰ ਕੋਈ ਰੱਖ ਗਿਆ ਲਾਇਬ੍ਰੇਰੀ 'ਚ। ਤੋ ਇਸ ਤਰ੍ਹਾਂ ਦੇ ਜਿਹੜੇ ਫੇਕ ਗ੍ਰੰਥ ਹੈਗੇ ਉਹ ਬਹੁਤ ਸਾਰੇ ਸਿੱਖੀ ਵਿੱਚ ਪ੍ਰਵਾਨ ਚੜ ਰਹੇ ਨੇ। ਈਵਨ ਜਿਹੜਾ ਆਪਣਾ ਜਿਹਨੂੰ 10ਵੇਂ ਗ੍ਰੰਥ ਕਰਕੇ ਪੂਜਾ ਵੀ ਕਰਦੇ ਨੇ, ਔਰ ਤੁਹਾਨੂੰ ਪਤਾ ਹੀ ਹੈ ਉਹਦਾ ਨਾਂ ਪਹਿਲਾਂ ਵਿਚਿੱਤਰ ਨਾਟਕ ਸੀਗਾ। ਤਾਂ ਉਸ ਲੰਬੀ ਗੱਲ 'ਚ ਅਸੀਂ ਨਹੀਂ ਜਾਂਦੇ, ਪਰ ਮੈਨੂੰ ਇੰਨਾ ਹੈਗਾ ਕਿ ਇਸ ਝਗੜੇ ਨੇ ਸਿੱਖੀ ਦੇ ਪਰਿਵਾਰਾਂ ਨੂੰ ਦੋਫਾੜ ਕੀਤਾ ਹੋਇਆ। ਮੈਂ ਪੰਜਾਬੀ ਯੂਨੀਵਰਸਿਟੀ ਸੀਗਾ, ਉੱਥੇ ਇੰਦਰ ਸਿੰਘ ਘੱਗਾ ਤੇ ਹਰਪਾਲ ਸਿੰਘ ਪੰਨੂ। ਇੰਦਰ ਸਿੰਘ ਘੱਗਾ ਦੇ ਤੁਸੀਂ ਵੀਡੀਓ ਦੇਖ ਲਓ, ਉਹ ਕਹਿੰਦਾ ਜਾਪ, ਉਹ ਤਾਂ ਕਹਿੰਦਾ ਕੋਈ ਹੈ ਹੀ ਨਹੀਂ ਰਚਨਾ। ਜਾਪ ਸਾਹਿਬ ਨੂੰ ਵੀ ਕੰਡੈਮ ਕਰਦੇ ਨੇ ਜੀ, ਇਹ ਸਾਰਾ ਉਹਨਾਂ ਦੇ ਕਵੀਆਂ ਦੀ। ਪਰ ਉਹਦਾ ਭਰਾ ਪ੍ਰੋਫੈਸਰਸ਼ਿਪ ਉਹਨੂੰ ਗੁਰੂ ਗੋਬਿੰਦ ਸਿੰਘ ਚੇਅਰ ਮਿਲੀ ਹੋਈ ਹੈ, ਔਰ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ, ਹਰਭਜਨ ਸਿੰਘ ਵਿਰਕ ਵੀ, ਉਹ ਜਿਹੜਾ ਦੇਹਰਾਦੂਨ ਵਾਲਾ, 50-60 ਬੰਦੇ ਨੇ। ਉਹਨਾਂ ਨੇ ਕੋਰਟ ਵਿੱਚ ਜਾਂ ਆਪਣਾ ਥਾਣੇ 'ਚ ਗੁਰਤੇਜ ਔਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਮੈਨੂੰ ਵੀ ਉਬਲੇਟਣਾ ਚਾਹੁੰਦੇ ਸੀ। ਕੇਸ ਕੀਤਾ ਹੋਇਆ 295 ਇਹ ਧਾਰਾ ਕੋਈ ਹੈਗੀ ਹੈ ਧਰਮ ਦੀ। ਤੋ ਇਸ ਟਾਈਪ ਦਾ ਜਿਹੜਾ ਪ੍ਰਚਾਰ ਹੈ, ਜਿਵੇਂ ਕਿਹਾ ਸ਼ਿਵ ਤੇ, ਕਿ ਗੁਰੂ ਗ੍ਰੰਥ ਦੇ, ਜੇ ਮੈਨੂੰ ਤਾਂ ਇੱਕੋ ਹੀ ਆਰਗੂਮੈਂਟ ਹੈ, ਲੌਜੀਕਲ ਹੈ, ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਬਾਣੀ ਆਪਣੀ ਅਥੈਂਟਿਕ ਹੁੰਦੀ, ਜਿਵੇਂ ਉਹਨਾਂ ਨੇ ਆਪਣੇ ਪਿਤਾ ਜੀ ਦੀ ਬਾਣੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜਾਂ ਜਿਹੜੀ ਦਮਦਮਾ ਬੀੜ 'ਚ ਹੈ, ਤਾਂ ਉਹ ਆਪਣੀ ਬਾਣੀ ਜ਼ਰੂਰ ਦਰਜ ਕਰਦੇ। ਤਾਂ ਉਹ ਇੱਕ ਵੱਡਾ, ਜਿਵੇਂ ਇਹਨਾਂ ਨੇ ਕਿਹਾ, ਏਜੰਸੀਆਂ ਕਹਿ ਲਓ ਜਾਂ ਇਹ ਜਿਹੜੀਆਂ ਸੰਪਰਦਾਵਾਂ ਨੇ,
ਉਹਨਾਂ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਕਹਿ ਲਓ। ਸੋ ਇਹਨੇ ਸਿੱਖੀ ਦਾ ਬਹੁਤ ਸਾਰਾ ਨੁਕਸਾਨ ਕੀਤਾ ਹੈਗਾ। ਮੈਂ ਆਪਣੀ ਗੱਲ ਦੱਸਦਾ, ਜਿੰਨੀ ਵਾਰੀ ਡਾਕਟਰ ਸਾਹਿਬ ਬਰੀਫ ਕਰੋ। ਹਾਂਜੀ, ਕਿ ਜਿਹੜੀ ਜਦੋਂ ਤੁਸੀਂ ਬਾਣੀ ਨੂੰ, ਕਿਉਂਕਿ ਮੈਂ ਤਾਂ ਕਹਿੰਦਾ 99% ਸਿੱਖ ਚਾਹੇ ਕੈਨੇਡਾ ਅਮਰੀਕਾ ਨੇ, ਉਹ ਬਾਣੀ ਨੂੰ ਸਮਝਦੇ ਹੀ ਨਹੀਂ ਹੈਗੇ। ਪਾਠ ਕੀਤਾ, ਮੱਥਾ ਟੇਕਿਆ, ਲੰਗਰ ਕੀਤਾ, ਸਾਡਾ ਇਹੀ। ਤੋ ਜਦੋਂ ਬਾਣੀ ਦੀ ਸਮਝ ਆਈ, ਮੈਂ ਪਟਿਆਲੇ ਤੋਂ ਜਾਣਾ, ਪਹਿਲਾਂ ਇਸ਼ਨਾਨ ਕਰਨਾ, ਫਿਰ ਮੱਥਾ ਟੇਕ। ਜਦੋਂ ਬਾਣੀ 'ਚ ਪਤਾ ਲੱਗਿਆ ਕਿ ਇਸ਼ਨਾਨ ਤਾਂ ਜਿਹੜਾ ਹੈ ਅੰਦਰਲੇ ਦੀ ਮਹੱਤਤਾ ਹੈ, ਬਾਹਰਲੇ ਇਸ਼ਨਾਨ ਦੀ ਕੋਈ ਵੈਲਿਊ ਨਹੀਂ ਸਿੱਖੀ। ਮੈਂ ਉੱਥੇ 29 ਸਾਲ ਜਿੰਨੇ ਚਿਰ ਰਿਹਾ, ਮੈਂ ਘਰੋਂ ਇਸ਼ਨਾਨ ਕਰਕੇ ਮੱਥਾ ਟੇਕਣ ਜਾਣਾ, ਪਰ ਕਦੀ ਉੱਥੇ ਸਰੋਵਰ। ਤੋ ਇਹ ਜਿਹੜੇ ਬੜੇ ਸਾਡੇ ਚੱਲ ਰਹੇ ਨੇ, ਮੂਲ ਮੰਤਰ ਦਾ ਵੀ ਹੁਣ ਜਿਹੜਾ ਟਕਸਾਲ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਛਪਿਆ ਹੈ, ਗੁਰਤੇਜ ਦੇ ਲੇਖ ਵੀ ਹੈਗੇ, ਗੁਰਤੇਜ ਸਿੰਘ IAS ਜਿਹੜਾ, ਕਿ ਉਹ ਜਿਹੜਾ ਸਲੋਕ ਹੈਗਾ ਗੁਰੂ ਗ੍ਰੰਥ ਸਾਹਿਬ 'ਚ ਸਤਿਗੁਰ ਪ੍ਰਸਾਦ ਤੱਕ ਮੂਲ ਮੰਤਰ ਖਤਮ ਹੁੰਦਾ, ਉਹਨਾਂ ਨੇ ਸਲੋਕ ਵਿੱਚ ਐਂਟਰ ਕਰਕੇ ਜਿਹੜਾ ਉਹਦੀ ਡਿਵੀਜ਼ਨ ਸੀ ਉਹ ਵੀ ਖਤਮ ਕਰ ਦਿੱਤੀ। ਸੋ ਇਹੋ ਜਿਹੇ ਬਹੁਤ ਸਾਰੇ ਚੱਲ ਰਹੇ ਨੇ। ਇਹਦਾ ਕਿਉਂ ਅਸਰ ਹੋ ਰਿਹਾ? ਕਿਉਂਕਿ ਜਿਹੜੀ ਵੀ ਪਾਵਰ ਵਿੱਚ ਕੋਈ ਗਵਰਨਮੈਂਟ ਹੁੰਦੀ ਹੈ, ਦੋ ਸਾਡੇ ਪ੍ਰੋਫੈਸਰ ਨੇ, ਸਭ ਨੂੰ ਪਤਾ ਹੈ, ਨਾ ਮੈਂ ਨਹੀਂ ਲਵਾਂਗਾ ਕਿਉਂਕਿ ਮੈਂ ਉਹਨਾਂ ਨਾਲ ਕੰਮ ਕੀਤਾ। ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਵਿੱਚ ਜਿਹੜਾ ਚਾਂਸਲਰ ਹੈਗਾ, ਉਹ ਕਿਉਂਕਿ RSS ਦੇ ਏਜੰਡੇ ਨੂੰ ਸਪੋਰਟ ਕਰਦਾ, ਉਹ ਉੱਥੇ ਦੂਜਾ ਬੰਦਾ ਜਿਹਨੂੰ ਕੋਈ ਪ੍ਰੋਫੈਸਰ ਨਹੀਂ ਸੀ ਲਾਉਂਦਾ ਪੰਜਾਬ 'ਚ, ਉਹ ਸੈਂਟਰਲ ਯੂਨੀਵਰਸਿਟੀ ਦਾ ਚਾਂਸਲਰ ਦੀ ਪੋਜੀਸ਼ਨ ਜਿਹੜੀ ਹੈ ਗਵਰਨਰ ਦੇ ਬਰਾਬਰ ਹੁੰਦੀ। ਅੰਗਰੇਜ਼ਾਂ ਵੇਲੇ ਤਾਂ ਗਵਰਨਰ ਹੀ ਹੁੰਦਾ ਸੀ। ਉਸ ਨੂੰ ਕਿਉਂਕਿ ਉਹਨੇ ਇੱਕ ਟੇਪ ਮੇਰੇ ਕੋਲ ਹੈ, ਉਹਨੇ ਕਿਹਾ ਜੀ ਸਿੱਖੀ ਤਾਂ ਵੇਦਾਂ ਚੋਂ ਨਿਕਲੀ ਹੈ, ਅਗਲੇ 3-4 ਦਿਨ 'ਚੋਂ ਚਾਂਸਲਰ। ਸੋ ਇਹ ਜਿਹੜੀ ਇੱਕ ਸਿੱਖਾਂ ਦੀ ਮਾਰ ਹੋ ਗਈ ਹੈ ਕਿ ਤੁਹਾਨੂੰ ਪਾਵਰ ਜਿਹੜੀ ਬ੍ਰੋਕਰਸ ਨੇ ਉਹਨਾਂ ਨਾਲ। ਸੋ ਐਨੀਵੇ, ਸ਼ਿਵਤੇਜ ਦੇ ਕਿਸੇ ਵੀ ਗੱਲ ਦੇ ਉੱਤੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਦਾ, ਮੈਂ ਸਿਰਫ ਕੰਟੈਕਟ ਚਾਹੁੰਦਾ ਸੀ, ਉਹ ਤੁਹਾਡੇ ਤੋਂ ਮਿਲ ਜਾਏਗਾ। ਠੀਕ ਹੈ ਜੀ, ਠੀਕ ਹੈ, ਮੈਂ ਤੁਹਾਨੂੰ ਪੁੱਛ ਕੇ ਭੇਜ ਦਿਆਂਗਾ ਜੀ। ਹਾਂਜੀ, ਜੋਗਿੰਦਰ ਸਿੰਘ ਜੀ, ਆਈ ਥਿੰਕ ਡਾਕਟਰ ਸਾਹਿਬ ਦੇ ਤਾਂ ਜ਼ਿਆਦਾ ਕਮੈਂਟ ਸੀਗੇ। ਹਾਂਜੀ ਹਾਂਜੀ, ਕੋਈ ਕੁਐਸਚਨ ਵਿੱਚੋਂ ਨਹੀਂ ਹੈ? ਹਾਂਜੀ ਹਾਂਜੀ, ਮੈਂ ਬਹੁਤ ਡਿਟੇਲ 'ਚ ਨਹੀਂ ਜਾਣਾ। ਮੈਂ ਇਹ ਆ ਵੀ ਇਹਨਾਂ ਨੇ ਸੋਲੂਸ਼ਨ ਤਾਂ ਦੱਸ ਹੀ ਦਿੱਤਾ, ਤੇ ਉਹ ਅਖੀਰ 'ਚ ਉਹਨਾਂ ਨੇ ਕਨਕਲੂਡ ਜੋ ਕੀਤਾ ਉਹ ਇੱਕ ਸੋਲੂਸ਼ਨ ਹੈ। ਉਹਨੂੰ ਉਹ ਸਾਨੂੰ ਸਾਰਿਆਂ ਨੂੰ, ਦੇਖੋ ਗੱਲ ਹੁਣ ਇੱਥੇ ਆ ਕੇ ਫਿਰ ਆਪਾਂ ਹੁਣ ਕਰਨਾ ਕੀ ਆ? ਇਹ ਆਪਾਂ ਬੜੇ ਸੋਲੂਸ਼ਨ, ਬੜਾ ਹੀ ਡਿਸਕਸ਼ਨ, ਬੜਾ ਕੁਝ ਹੋ ਰਿਹਾ, ਬਹੁਤ ਹੀ ਐਵਰੀ ਡੇ ਆਪਾਂ ਵੈਬਿਨਾਰ ਵੀ ਬਹੁਤ ਕੀਤੇ ਆ, ਪਰ ਉਤੋਂ ਸੋਲੂਸ਼ਨ ਦੇ ਆਪਾਂ ਫਿਰ ਹੁਣ ਇੱਥੋਂ ਛੱਡ ਦੇਣਾ। ਹੁਣ ਇੱਥੇ ਅੱਜ ਤੋਂ ਜਾਂ ਤਾਂ ਆਪਾਂ ਹੁਣ ਚੱਲੀਏ ਵੀ ਇਹ ਸੋਲੂਸ਼ਨ ਆ, ਇਹਦੇ ਉੱਤੇ ਚੱਲਣਾ। ਹੁਣ ਭਾਈ ਸਾਹਿਬ ਨਾਲ, ਸ਼ਿਵਦੇਵ ਸਿੰਘ ਨਾਲ ਮੇਰੀ ਗੱਲ ਪਹਿਲਾਂ ਵੀ ਹੋ ਚੁੱਕੀ ਇੱਕ ਵਾਰੀ, ਮੈਂ ਇਹਨਾਂ ਨਾਲ ਇਸ ਗੱਲ ਤੇ ਵਿਚਾਰ ਅਸੀਂ ਸੁਸਾਇਟੀ 'ਚ ਵੀ ਹੋਈ ਆ, ਤੇ ਹੁਣ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਕੋਲ ਬਹੁਤ ਕੁਛ, ਬੜਾ ਗਿਆਨ ਆ, ਬੜਾ ਭੰਡਾਰ ਆ, ਔਰ ਬੜੀ ਇਹਨਾਂ ਦੀ ਪਕੜ ਆ, ਔਰ ਇਹਨਾਂ ਨੂੰ ਸੁਣਨ ਨੂੰ ਵੀ। ਦੇਖੋ ਕੁਛ ਗੱਲਾਂ ਹੁੰਦੀਆਂ ਹਰ ਇੱਕ ਬੰਦੇ ਕੋਲ ਉਹ ਨਹੀਂ ਹੈ, ਟੈਲੈਂਟ ਆ ਇਹਨਾਂ ਕੋਲ, ਉਹ ਆ ਵੀ ਜਿਹੜਾ ਇਹ ਵਰਕ ਕਰ ਸਕਦਾ। ਹੁਣ ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ ਕਿ ਮੈਂ ਆਪਣਾ ਭਾਈ ਰਾਮ ਸਿੰਘ ਬਾਰੇ ਤੁਸੀਂ ਜਾਣਦੇ ਡਾਕਟਰ ਸਾਹਿਬ, ਹਾਂਜੀ, ਉਹਨਾਂ ਨੇ ਚਲੋ ਜਿੱਦਾਂ ਵੀ ਹੈ ਉਹਨਾਂ ਨੇ ਕੰਮ ਉਹ ਸ਼ੁਰੂ ਕੀਤਾ। ਉਹ ਕਾਫੀ ਗੁਰੂ ਗ੍ਰੰਥ ਸਾਹਿਬ ਤੋਂ ਜੋ ਉਹਨਾਂ ਨੇ ਉਹਦੀ ਲੜੀਵਾਰ ਕਥਾ ਵੀ ਸ਼ੁਰੂ ਕੀਤੀ ਆ, ਇੱਕ ਅੱਧੇ ਘੰਟੇ ਦੀ ਵੀਡੀਓ ਰੋਜ਼ ਅਪਲੋਡ ਕਰਦੇ ਆ, ਔਰ ਬਹੁਤ ਪਰਿਵਾਰ ਜੁੜ ਚੁੱਕੇ ਆ। ਔਰ ਦੂਜਾ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਦੂਜਾ ਕੰਮ ਕਰ ਰਿਹਾ ਹੈ, ਉਹ ਤੁਹਾਨੂੰ ਪਤਾ ਸਟੂਡੈਂਟ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਸਿਲੇਬਸ ਤਿਆਰ ਕੀਤਾ, ਉਹ ਸਾਰਾ ਕੁਝ ਉਹਨਾਂ ਨੇ ਕਾਫੀ, ਇੱਕ ਦਿਨ ਤੁਸੀਂ ਲਿਆਓ ਡਿਟੇਲ 'ਚ ਦੱਸ ਦੇਣਗੇ। ਤੇ ਉਹਦੇ ਦੇਖੋ ਆਪਾਂ ਨੂੰ ਏਦਾਂ ਕੋਈ ਇੱਥੇ ਵੀ ਚੱਲਣਾ ਪੈਣਾ, ਕਰਨਾ ਪੈਣਾ। ਉਹਦੇ ਲਈ ਮੇਰੀ 6 ਮਹੀਨੇ ਪਹਿਲਾਂ ਸ਼ਿਵਤੇਜ ਸਿੰਘ ਨਾਲ ਗੱਲ ਹੋਈ ਸੀ, ਇਹਨਾਂ ਕਿਹਾ ਸੀ ਆਪਾਂ ਫਿਰ ਇਹਦੇ ਤੇ ਵਿਚਾਰ ਕਰਾਂਗੇ। ਪਹਿਲਾਂ ਹੀ ਕਾਫੀ ਬਿਜ਼ੀ ਸੀ ਪਰਿਵਾਰਕ ਤੌਰ ਤੇ। ਹੁਣ ਮੈਂ ਚਾਹਾਂਗਾ ਕਿ ਇਹਨਾਂ ਦਾ ਕੀ ਵਿਚਾਰ ਆ, ਆਪਾਂ ਇੱਧਰ ਨੂੰ ਤੁਰਨਾ ਸ਼ੁਰੂ ਕਰੀਏ।
ਤਾਂ ਹੀ ਗੱਲ ਅੱਗੇ ਤੁਰਨੀ ਆ। ਆਪਾਂ ਨੂੰ ਦੇਖੋ ਇੱਕ ਗੱਲ ਬੜੀ ਇੰਪੋਰਟੈਂਟ ਇਹਨਾਂ ਨੇ ਕੀਤੀ ਆ, ਉਹ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਕੰਟਰੋਵਰਸੀ ਨਹੀਂ ਆ, ਕਿਸੇ ਜਥੇਬੰਦੀ ਨੂੰ, ਕਿਸੇ ਨੂੰ ਵੀ, ਔਰ ਕਿਸੇ ਇਨਸਾਨ ਨੂੰ ਵੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਈ ਵੀ ਕਿੰਤੂ ਪਰੰਤੂ ਨਹੀਂ ਆ। ਤੇ ਇਹ ਇੱਕ ਬੜੀ ਸਾਡੇ ਕੋਲ ਫੇਰ ਵੀ ਪ੍ਰਮਾਤਮਾ ਨੂੰ ਬੜੀ ਵੱਡੀ ਗੱਲ ਆ। ਤੇ ਹੁਣ ਤੁਰਨ ਲਈ ਮੈਂ ਕਹੂੰਗਾ ਸ਼ਿਵਤੇਜ ਸਿੰਘ ਹੋਣੀ ਕੀ ਆਪਾਂ ਕੀ ਕਰਨਾ ਉਹਦੇ ਲਈ ਆਪਾਂ ਗੱਲ ਕਰੀਏ ਔਰ ਕੀਤਾ ਜਾਵੇ। ਮੈਂ ਇਹਦੇ ਲਈ ਅਸੀਂ ਨਾਲ ਸਹਿਯੋਗ ਦਿਆਂਗੇ। ਹਾਂਜੀ ਸ਼ਿਵਤੇਜ ਸਿੰਘ ਜੀ। ਹਾਂਜੀ, ਆਪਣਾ ਇਹਨਾਂ ਨੇ ਨਾ ਮੇਰੇ ਖਿਆਲ 6 ਮਹੀਨੇ ਹੋ ਗਏ, ਪਹਿਲਾਂ ਵੀ 2-3 ਵਾਰ ਸਾਡੀ ਗੱਲ ਹੋਈ ਇਹਨਾਂ ਨਾਲ। ਮੈਂ ਵੀ ਇਸ ਚੀਜ਼ ਦਾ ਇਸ਼ੂ ਕਿਹਾ, ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਹਾਂ ਇਹਦੇ ਤੇ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ। ਮੈਂ ਇੱਕ ਟੀਮ ਦੇ ਹਿਸਾਬ ਨਾਲ ਲੱਭ ਰਿਹਾ ਵਾਂ ਵੀ ਮੇਰੇ ਇਕੱਲੇ ਦੇ ਵਾਸਤੇ ਦੇ ਵਿੱਚ ਨਹੀਂ ਹੈ, ਕਿਉਂਕਿ ਇਹਦੇ ਵਾਸਤੇ ਜਿਹੜਾ ਜਿਸ ਤਰ੍ਹਾਂ ਕੈਮਰੇ ਦਾ ਸਿਸਟਮ ਹੈ, ਚੈਨਲ ਦੇ ਨੂੰ ਲੈ ਕੇ ਚੱਲਣਾ, ਕਿਸ ਤਰੀਕੇ ਨਾਲ ਅਪਲੋਡ ਕਰਨਾ, ਜੋ ਵੀ ਉਹ ਸਾਰਾ ਕਿਹੜੇ ਕਨਸੈਪਟ ਤੇ ਆਪਾਂ ਵਿਚਾਰ ਕਰਨੀ ਹੈ, ਉਹ ਡਿਸਕਸ ਹੋਵੇ ਵੀ ਹਾਂ ਵੀ ਆਹ ਕੁਐਸਚਨ ਨੇ, ਇਹਨਾਂ ਦੇ ਬਾਰੇ ਉੱਤੇ ਆਪਾਂ ਆ ਜਿਹੜਾ ਵਾ ਵਿਚਾਰ ਕਰਨੀ ਹੈ। ਉਹ ਮੈਂ ਕੋਸ਼ਿਸ਼ ਕਰ ਰਿਹਾ ਵਾਂ, ਲੱਭ ਰਿਹਾ ਵੀ ਕੋਈ 2-4 ਸੱਜਣ ਮੇਰੇ ਨਾਲ ਕਿਸੇ ਤਰੀਕੇ ਦੇ ਨਾਲ ਜੁੜ ਜਾਣ। ਵੀਕ ਵਿੱਚ ਭਾਵੇਂ ਅਸੀਂ ਇੱਕ ਦਿਨ ਇਕੱਠੇ ਹੋ ਜਾ ਕਰੀਏ, ਤੇ ਉਹ ਫਿਰ ਜਿਹੜਾ ਸਾਰਾ ਬਣਾ ਕੇ ਉਹਨੂੰ ਬਕਾਇਦਾ ਰਿਕਾਰਡ ਕਰਕੇ ਫਿਰ ਉਸ ਨੂੰ ਆਪਾਂ ਜਿਹੜਾ ਵਾ YouTube ਤੇ ਜਾਂ ਹੋਰ ਵੀ ਜਿਹੜੇ ਵੱਖਰੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਆਪਾਂ ਜਿਹੜਾ ਉਹਨੂੰ ਚਲਾ ਸਕੀਏ। ਤੇ ਮੈਂ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਨਾ ਬੰਦੇ ਸਾਰੇ ਪਤਾ ਨਹੀਂ ਜਾਂ ਇਹਨਾਂ ਇਸ ਕੰਟਰੀ ਵਿੱਚ ਬਿਜੀ ਜ਼ਿਆਦਾ ਰਹੇ। ਮੈਂ ਸਰਦਾਰ ਕੁਲਤਾਰ ਸਿੰਘ ਹੋਰਾਂ ਨਾਲ ਉਹ ਵੀ ਕਹਿੰਦੇ ਜੀ ਟਾਈਮ ਨਹੀਂ ਲੱਗ ਪਾ ਰਿਹਾ, ਹੋਰ ਵੀ ਜਿਹੜੇ ਕੋਈ ਇਹੋ ਜਿਹੇ ਸੁਹਿਰਦ ਬੰਦੇ ਨੇ, ਮੈਂ ਕੋਸ਼ਿਸ਼ ਕਰ ਰਿਹਾ ਵਾਂ। ਮੇਰੀ ਆ ਥੋੜੇ ਦਿਨ ਪਹਿਲਾਂ ਇੱਕ ਸਰਦਾਰ ਹਰਕੀਤ ਸਿੰਘ ਹੋਰਾਂ ਨਾਲ ਵੀ ਗੱਲ ਹੋਈ ਇਸੇ ਵਿਸ਼ੇ ਦੇ ਉੱਤੇ, ਤੇ ਗੱਲ ਬਸ ਉਹ ਸਾਰੇ ਬਿਜੀ ਬਹੁਤ ਚੱਲ ਰਹੇ ਨੇ। ਆਪਾਂ ਕੋਸ਼ਿਸ਼ ਕਰੀਏ ਜੇ ਤੁਹਾਡੇ ਨਿਗਾਹ ਵਿੱਚ ਕੋਈ ਐਸਾ ਸੱਜਣ ਹੈ ਜਿਹੜਾ ਸਪੋਰਟ ਕਰ ਸਕੇ ਸਾਡੇ ਨਾਲ, ਕੋਈ ਟਾਈਮ ਸਾਨੂੰ ਦੇ ਸਕੇ, ਕਿਉਂਕਿ 2-4 ਸਿੰਘ ਅਸੀਂ ਹੋਵਾਂਗੇ ਫਿਰ ਅਸੀਂ ਕਾਮਯਾਬ। ਇਹ ਨਹੀਂ ਮੈਂ ਚਾਹੁੰਦਾ ਕਿ ਹਾਂ ਵੀ 2 ਹਫ਼ਤੇ ਤੇ ਚੱਲੇ, ਤੀਜੇ ਹਫ਼ਤੇ ਬੰਦ ਹੋ ਜੇ, ਫਿਰ ਕੰਟੀਨਿਊ ਆਪਾਂ ਉਹਨੂੰ ਲੈ ਕੇ ਚੱਲੀਏ। ਹਾਂਜੀ ਜੋਗਿੰਦਰ ਸਿੰਘ ਅਨਮਿਊਟ ਕਰ ਲਓ, ਸਪਲੀਮੈਂਟਰੀ ਹੈਗਾ ਤੁਹਾਡਾ ਤੇ ਪਲੀਜ਼। ਹਾਂਜੀ ਬਿਲਕੁਲ, ਇਹ ਜਿਹੜੀ ਇਹ ਤੁਸੀਂ ਗੱਲ ਕੀਤੀ ਆ, ਆਪਾਂ ਇਹਦਾ ਹੋ ਜਾਏਗਾ, ਪਰ ਤੁਸੀਂ ਕੋਈ ਨਾ ਕੋਈ ਇਹਦਾ ਜਿਹੜਾ ਉਹ ਬਣਾ ਲਓ ਕਿ ਕੀ ਇਹਦਾ ਆਪਾਂ ਕਿੱਧਰ ਨੂੰ ਚੱਲਣਾ, ਕੀ ਕਰਨਾ, ਕੀ ਤੁਰਨਾ, ਕੁਛ ਨਾ ਬੈਕਗਰਾਉਂਡ ਬਣਾ ਕੇ ਰੱਖੋ। ਤੇ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਵੀ ਉਹ ਕੰਪਿਊਟਰ ਇੱਧਰ ਸਾਡਾ ਸਾਰਾ ਕੁਝ ਜਾਣਦੇ ਆ ਕਾਫੀ, ਹੋਰ ਵੀ ਆਪਣਾ ਇਹਦੇ ਲਈ ਆਪਾਂ ਬੰਦੋਬਸਤ ਫਿਰ ਬਾਅਦ ਚ ਹੋ ਜਾਊਗਾ। ਤੁਸੀਂ ਇਹਦਾ ਉਹ ਬਣਾਓ ਰੂਪ ਰੇਖਾ ਬਣਾ ਕੇ ਇਹ ਆਪਾਂ ਇਹਦੇ ਤੇ ਵਿਚਾਰ ਸ਼ੁਰੂ ਕਰੀਏ। ਉਹਦੇ ਲਈ ਇਕੱਠੇ ਹੋ ਕੇ ਤੁਹਾਡੇ ਨਾਲ ਆ। ਤੁਸੀਂ ਮੈਨੂੰ ਪਤਾ ਇਹ ਸਾਰਾ ਕੁਝ ਜਦੋਂ ਸ਼ੁਰੂਆਤ ਹੋ ਗਈ ਨਾ, ਫਿਰ ਆਪਣੇ ਆਪ ਹੀ ਕੋਈ ਨਾ ਕੋਈ ਆਪਣਾ ਹੱਲ ਤੁਰ ਪੈਣਾ। ਤੁਹਾਨੂੰ ਪਤਾ ਹੀ ਆ, ਬਾਬਾ ਨਾਲ ਇਕੱਲਾ ਹੀ ਤੁਰਿਆ ਸੀ ਤੇ ਤੁਸੀਂ ਵੀ ਤੁਰਨਾ ਸ਼ੁਰੂ ਕਰੋ ਬਸ। ਠੀਕ ਹੈ ਜੀ, ਬਿਲਕੁਲ। ਅੱਛਾ, ਮੇਰਾ ਇੱਕ ਜਸਟ ਮੇਰੇ ਵੱਲੋਂ ਹੈਗਾ ਸੁਜੈਸ਼ਨ ਹੈ, ਉਹਦੇ ਬਾਰੇ ਕਮੈਂਟਸ ਮੈਂ ਚਾਹਾਂਗਾ ਕਿ ਐਟ ਲੀਸਟ ਮੈਂ ਦੇਖਦਾ ਅਸੀਂ 40-45 ਬੰਦੇ ਇੱਥੇ ਜੁੜਦੇ ਆ ਜਾਂ 50 ਬੰਦੇ ਦੇ ਕਰੀਬ, ਕੀ ਸਾਡੀ ਟਰਮੀਨੋਲੋਜੀ ਜਿਹੜੀ ਹੈ, ਅਸੀਂ ਜਿਹੜੀਆਂ ਡੇ ਟੂ ਡੇ ਟਰਮਸ ਯੂਜ਼ ਕਰਦੇ ਆ, ਉਹ ਡੇ ਟੂ ਡੇ ਆਪਣੇ ਬੋਲ ਬਾਲੇ ਵਿੱਚ ਵੀ ਯੂਜ਼ ਕਰਦੇ ਆ। ਜਿੱਦਾਂ ਤੁਸੀਂ ਕਿਹਾ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ, ਕੀ ਅਸੀਂ ਆਪਣੇ ਰੋਜ਼ ਹਰਮੰਦਰ ਕਹਿੰਦੇ ਆ ਆਪ ਕਿ ਦਰਬਾਰ ਸਾਹਿਬ ਕਹਿੰਦੇ ਆ? ਕੀ ਅਸੀਂ ਗੁਰੂ ਨਾਨਕ ਦੇਵ ਕਹਿੰਦੇ ਆ ਕਿ ਗੁਰੂ ਨਾਨਕ ਕਹਿੰਦੇ ਆ? ਕੀ ਅਸੀਂ ਜਿਹੜੀਆਂ ਟਰਮਸ ਰੋਜ਼ ਯੂਜ਼ ਕਰਦੇ ਆ, ਡੇ ਟੂ ਡੇ ਯੂਜ਼ ਕਰਦੇ ਆ, ਕੀ ਅਸੀਂ ਉਹਨਾਂ ਨੂੰ ਐਟਲੀਸਟ ਆਪਣੇ ਲੈਵਲ ਤੇ ਤਾਂ ਕਰੈਕਟ ਕਰ ਸਕਦੇ ਆ, ਆਪ ਤਾਂ ਕਰ ਸਕਦੇ ਆ ਕਿ ਨਹੀਂ? ਐਟਲੀਸਟ ਜਿਹੜੇ ਬੈਠੇ ਆ, ਭਾਵੇਂ ਦੂਜਿਆਂ ਦੀ ਸੋਲੂਸ਼ਨ ਬਾਅਦ ਵਿੱਚ ਜਾਈਏ, ਪਹਿਲੇ ਆਪਣੇ ਆਪ ਨੂੰ ਠੀਕ ਕਰ ਲਈਏ। ਐਟਲੀਸਟ ਇਹ ਪਾਰਟ ਤਾਂ ਅਸੀਂ ਸਾਰੇ ਜਣੇ ਡੇ ਟੂ ਡੇ ਦੇ ਵਿੱਚ ਆਪਣੇ ਜਿੰਨੇ ਵੀ ਬੈਠੇ ਆ ਤੇ ਸਾਰੇ ਇੰਨੇ ਵਧੀਆ ਸੱਜਣ ਹੈਗੇ ਆ ਕਿ ਐਵਰੀਬਡੀ ਇਜ਼ ਆਪਣੇ ਚ ਇੰਸਟੀਟਿਊਸ਼ਨ ਹੈਗੇ ਕੱਲੇ। ਜੇ ਉਹ ਵੀ ਯੂਜ਼ ਕਰਨ, ਆਪਣੇ ਪਰਿਵਾਰਾਂ ਵਿੱਚ ਵੀ ਯੂਜ਼ ਕਰਨ, ਤੇ ਜਿੱਦਾਂ ਫੋਟੋਆਂ ਦਾ ਕੰਮ ਹੈਗਾ ਜਾਂ ਕੁਛ ਹੈਗਾ, ਕੀ ਅਸੀਂ ਆਪ ਕਿਉਂ ਨਹੀਂ, ਹਰ ਇੱਕ ਬੰਦਾ ਧਰਮਸਾਲ ਕਿਉਂ ਨਹੀਂ ਬਣਦਾ?
ਸੋ ਜੇ ਉਹੀ ਬਣਨੇ ਸ਼ੁਰੂ ਹੋ ਜਾਣ ਪਰੰਪਰਾ ਵਿੱਚ, ਉਹ ਛੱਡਣਾ ਸ਼ੁਰੂ ਕਰ ਦੇਣ ਜਾਂ ਉਹਨਾਂ ਨੂੰ ਕਰਨ, ਜਾਂ ਸਾਡੇ ਚੋਂ ਤਾਂ ਕੋਈ ਐਸਾ ਨਹੀਂ ਕਿ ਜਿਹੜਾ ਜਾ ਕੇ ਦਰਬਾਰ ਸਾਹਿਬ ਇੱਥੋਂ ਪੈਸੇ ਦੇ ਕੇ ਪਾਠ ਕਰਾ ਰਿਹਾ। ਕੀ ਸਾਡੇ ਰਿਸ਼ਤੇਦਾਰਾਂ ਚ ਤਾਂ ਕੋਈ ਨਹੀਂ? ਜੇ ਅਸੀਂ ਉਹਨਾਂ ਨੂੰ ਵੀ ਇੰਟਰੈਕਟ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਇਹਦੇ ਬਾਰੇ ਤੁਸੀਂ ਕਮੈਂਟਸ ਪਲੀਜ਼। ਮੇਰੀ ਇਹ ਪਰਸਨਲ ਤੌਰ ਤੇ ਫੀਲਿੰਗ ਹੈ ਕਿ ਅਸੀਂ ਹਰ ਇੱਕ ਆਪਣੇ ਪਰਿਵਾਰਾਂ ਵਿੱਚ ਹੀ ਪਹਿਲੇ ਸ਼ੁਰੂ ਕਰੀਏ, ਪਹਿਲੇ ਆਪ ਫਿਰ ਆਪਣੇ ਨਾਲ ਆਲੇ ਦੁਆਲੇ। ਇਹਦੇ ਬਾਰੇ ਕੀ ਕਮੈਂਟਸ ਹੈ ਤੁਹਾਡੇ? ਹਾਂਜੀ ਡਾਕਟਰ ਸਾਹਿਬ, ਇੱਕ ਮਿੰਟ ਜਸਵੀਰ ਸਿੰਘ ਜੀ ਰੁਕੋ ਜ਼ਰਾ। ਅੱਛਾ ਜੀ। ਹਾਂਜੀ, ਗੁਰਬਾਣੀ ਦੇ ਵਿੱਚ ਇੱਕ ਬੜਾ ਖੂਬਸੂਰਤ ਸਿਧਾਂਤ ਵੀ ਹੈ, ਆਪ ਸਵਾਰ ਹੈ ਮੈਂ ਮਿਲੇ। ਪਹਿਲਾਂ ਤੇ ਆਪਣੇ ਆਪ ਤੋਂ ਹੀ ਸ਼ੁਰੂਆਤ ਸਾਨੂੰ ਕਰਨੀ ਪਏਗੀ। ਜਦੋਂ ਅਸੀਂ ਚੇਂਜ ਹੋਵਾਂਗੇ ਫਿਰ ਹੀ ਦੂਜੇ ਪਾਸੇ ਜਿਹੜਾ ਵਾ ਅਸੀਂ ਕੋਈ ਗੱਲ ਕਰ ਸਕਾਂਗੇ। ਤੇ ਇਸ ਕਰਕੇ ਜਿਹੜੀ ਸਾਡੀ ਇਹ ਤਕਰੀਬਨ ਆਮ ਸਾਡੀ ਵਰਤੋਂ ਵਿਹਾਰ ਵਿੱਚ ਜਿਹੜੇ ਲਫ਼ਜ਼ ਆਉਂਦੇ ਨੇ, ਜਾਂ ਜਿਹੜੇ ਥੋੜੇ ਬਹੁਤੇ ਰਹਿਣ ਸਹਿਣ ਦੇ ਤਰੀਕੇ ਨੇ, ਇਹਨਾਂ ਚੀਜ਼ਾਂ ਨੂੰ ਆਪਾਂ ਫੋਲੋ ਕਰਨਾ ਸ਼ੁਰੂ ਕਰ ਦਈਏ। ਜਿਵੇਂ ਆਪਾਂ ਜੇ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਕੀ ਕਰਨਾ ਵਾ, ਗੁਰਮਤ ਮੁਤਾਬਕ ਕੀ ਕਰਨਾ ਚਾਹੀਦਾ, ਆਪਾਂ ਉਹ ਕਰਨਾ ਸ਼ੁਰੂ ਕਰ ਦਈਏ। ਕੋਈ ਨਾ ਕੋਈ ਸਾਨੂੰ ਦੇਖ ਰਿਹਾ, ਵਾਚ ਕਰ ਰਿਹਾ ਵਾ, ਉਹ ਸਵਾਲ ਕਰੇਗਾ ਸਾਡੇ ਉੱਤੇ। ਮੈਂ ਕਈ ਵਾਰ ਸੋਚਦਾ ਵੀ ਗੁਰੂ ਨਾਨਕ ਸਾਹਿਬ ਦਾ ਵੇਖੋ ਇੱਕ ਤਰੀਕਾ ਸੀ, ਜਿਹੜੀ ਉਹ ਹਰਿਦੁਆਰ ਵਾਲੀ ਘਟਨਾ ਕਹਿੰਦੇ, ਪਾਣੀ ਲਹਿੰਦੇ ਪਾਸੇ ਸੁੱਟਣਾ, ਵੀ ਲੋਕ ਵੇਖਣਗੇ ਤੇ ਵੱਖਰਾ ਜਿਹਾ ਕੰਮ ਦੇਖਣਗੇ ਤੇ ਸਵਾਲ ਤੇ ਕਰਨਗੇ। ਜੋ ਸਵਾਲ ਕਰਨਗੇ ਤੇ ਉਹਨਾਂ ਨੂੰ ਰਿਐਲਿਟੀ ਦੱਸ ਦਿਆਂਗੇ। ਇਸੇ ਤਰੀਕੇ ਦੇ ਨਾਲ ਜਿਹੜਾ ਸਾਨੂੰ ਵੀ ਜਿਹੜਾ ਵਾ ਆਪਣੇ ਆਪ ਨੂੰ ਇਸ ਪਾਸੇ ਲੈ ਕੇ ਆਉਣਾ ਪਏਗਾ। ਪਹਿਲਾਂ ਆਪ, ਫਿਰ ਆਪਣਾ ਪਰਿਵਾਰ, ਫਿਰ ਆਪਣੇ ਜਿਹੜੇ ਹੋਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਡਿਸਕਸ ਕਰਨੀ, ਇਹ ਬਹੁਤ ਜ਼ਰੂਰੀ ਹੈ। ਥੈਂਕ ਯੂ ਜੀ। ਡਾਕਟਰ ਜਸਵੰਤ ਸਿੰਘ ਜੀ ਤੁਸੀਂ ਅਨਮਿਊਟ ਕੀਤਾ ਪਲੀਜ਼। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੇ ਮੈਂ ਤੇ ਇੰਨਾ ਹੀ ਕਹਿ ਸਕਦਾ ਕਿ ਜਿਨ੍ਹਾਂ ਕੋ ਇਹਨਾਂ ਦੀ ਟਾਕ ਸੁਣੀ ਹੈ, ਆਈ ਥਿੰਕ ਦਿਸ ਇਜ਼ ਵਨ ਆਫ ਦੀ ਅਨਯੂਜੂਅਲ, ਵੈਰੀ ਪ੍ਰੈਕਟੀਕਲ, ਦਿਲ ਨੂੰ ਲੱਗਦੀ ਹੈ ਤੇ ਲੱਗਦਾ ਹੈ ਕਿ ਇਹਨਾਂ 'ਚ ਉਹ ਮਾਦਾ ਹੈ ਜਿਹੜਾ ਕਿ ਇਹ ਸਿੱਖ ਪੰਥ ਵਾਸਤੇ ਕੁਝ ਕਰ ਸਕਦੇ ਹੈ। ਗੱਲ ਸਿਰਫ ਇੰਨੀ ਲੱਗੀ ਹੈ ਮੈਨੂੰ ਕਿ ਟਾਕ ਬਹੁਤ ਅੱਛੀ ਸੀ, ਬੜੀ ਇੰਪ੍ਰੈਸਿਵ ਸੀਗੀ। ਪਰ ਇੱਕ ਗੱਲ ਹੈ ਵੀਰ ਜੀ ਕਿ ਇਹ ਸਾਰੀ ਜਿਹੜੀ ਹੈ ਨਾ, ਇਟ ਵਾਸ ਫੋਕਸਡ ਟੂਵਰਡਸ ਆਵਰ ਓਨ ਸੈਲਸ। ਸਿੱਖਾਂ ਦੇ ਵਿੱਚ ਦੀ ਗੱਲ ਹੈ, ਸਿੱਖੀ ਦੇ ਵਿੱਚ ਗੱਲ ਹੈ। ਮੈਨੂੰ ਸਮਝ ਨਹੀਂ ਆਉਂਦੀ, ਪਰ ਪਿਛਲੇ 3-4 ਮਹੀਨਿਆਂ ਤੋਂ ਮੈਂ ਸੋਚਦਾ ਰਹਿਣਾ ਕਿ ਠੀਕ ਹੈ, ਸਾਡੇ ਧਰਮ ਵਿੱਚ ਬੜੀਆਂ ਟਾਈਮ ਦੇ ਨਾਲ ਉਣਤਾਈਆਂ ਆ ਗਈਆਂ, ਇਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਹੈ, ਤੁਹਾਡੇ ਵਰਗੇ ਬੰਦੇ ਚਾਹੀਦੇ ਆ ਅੱਗੇ। ਪਰ ਹਰ ਇੱਕ ਬੰਦੇ 'ਚ ਇਹ ਸਟਰੈਂਥ ਨਹੀਂ, ਇਹ ਮਾਦਾ ਨਹੀਂ ਹੁਣ ਕਿ ਜੋ ਕੁਝ ਸਾਡੇ ਕਮਿਊਨਿਟੀ ਤੋਂ ਬਾਹਰ ਹੋ ਰਿਹਾ ਹੈ। ਤੇ ਜਿਹੜੀ ਪੁਆਇੰਟ ਮੈਂ ਆਉਣਾ ਚਾਹੁੰਦਾ ਉਹ ਹੈ ਕਿ ਬੜੀ ਰੈਪਿਡ ਕਨਵਰਸ਼ਨ ਆਫ ਸਿੱਖਸ, ਚਾਹੇ ਆਪਾਂ ਉਹਨਾਂ ਨੂੰ ਰਵਿਦਾਸੀਏ ਕਹਿ ਦਈਏ, ਚਾਹੇ ਦਲਿਤ ਕਹਿ ਦਈਏ, ਉਹਨਾਂ ਦੀ ਜਿਹੜੀ ਰੈਪਿਡ ਕਨਵਰਸ਼ਨ ਹੋ ਰਹੀ ਹੈ ਕ੍ਰਿਸਚੀਅਨਿਟੀ ਵੱਲ। ਹੁਣ ਮੇਰੇ ਵਰਗਾ ਬੰਦਾ ਇੱਕ ਅਮਰੀਕਾ ਦੇ ਸ਼ਹਿਰ 'ਚ ਬੈਠੇ ਹੋਇਆ, ਬਥੇਰੇ ਮੇਰੇ ਵਰਗੇ ਹੈਗੇ ਇੱਥੇ ਤੁਹਾਡੇ ਜਿਨ੍ਹਾਂ ਕੋਲ ਰਿਸੋਰਸਿਸ ਹੈਗੇ, ਬਟ ਵੀ ਕੈਨ ਨਾਟ ਬੀ ਔਨ ਦਾ ਗਰਾਊਂਡ ਜਿੱਥੇ ਕਿ ਐਕਸ਼ਨ ਹੋ ਰਿਹਾ ਹੈ। ਕੀ ਤੁਸੀਂ ਆਪਣੀ ਇੰਨੀ ਜਿਹੜੀ ਤੁਹਾਡੀ ਐਨਰਜੀ ਹੈ ਇਸ ਉਮਰ 'ਚ, ਤੁਹਾਡੀ ਨੌਲੇਜ ਹੈ, ਕੀ ਤੁਸੀਂ ਉਹਨੂੰ ਥੋੜਾ ਜਿਹਾ ਉਧਰ ਡਾਈਵਰਟ ਕਰਕੇ ਕੀ ਤੁਸੀਂ ਗਰੁੱਪ ਕ੍ਰੀਏਟ ਕਰ ਸਕਦੇ ਹੋ ਜਿਹੜਾ ਕਿ ਉੱਥੇ ਗਰਾਊਂਡ ਜ਼ੀਰੋ ਤੇ ਜਾ ਕੇ ਜੋ ਕੁਝ ਹੋ ਰਿਹਾ ਹੈ ਉਹਨੂੰ ਥੋੜੀ ਜਿਹੀ ਠੱਲ ਪਾ ਸਕੇ? ਸਾਨੂੰ ਰੀਜ਼ਨ ਵੀ ਪਤਾ ਹੈ ਕਿਉਂ ਹੋ ਰਿਹਾ ਹੈ ਤੇ ਸਾਨੂੰ ਉਹਨਾਂ ਨੂੰ ਠੀਕ ਕਰਨ ਦੇ ਤਰੀਕੇ ਵੀ ਪਤਾ ਹੈ ਕਿਸੇ ਹੱਦ ਤੱਕ, ਪਰ ਉਹ ਆਪਣੇ ਆਪ ਠੀਕ ਨਹੀਂ ਹੋਣਾ ਜਦ ਤੱਕ ਕਿ ਕਿਸੇ ਨੇ ਬੀੜਾ ਨਹੀਂ ਚੁੱਕਣਾ। ਇਹ ਜਿਹੜੀ ਆਪਸ ਵਿੱਚ ਗੱਲ ਹੈ ਦਸਮ ਗ੍ਰੰਥ ਦੀ ਜਾਂ ਰਾਗਮਾਲਾ ਦੀ ਜਾਂ ਉਹ ਜਿਹੜੀਆਂ ਗੱਲਾਂ ਇਹ ਰੋਜ਼ ਹੋ ਰਹੀਆਂ। ਕੋਈ ਵੀ ਤੁਸੀਂ ਇਹੋ ਜਿਹਾ ਗਰੁੱਪ ਖੋਲ ਲਓ, ਇੱਕ ਅੱਧਾ ਬੰਦਾ ਉਹਦੇ ਵਿੱਚ ਬੈਠਾ ਹੋਏਗਾ ਜਿਹੜਾ ਤੁਹਾਨੂੰ ਇਹ ਦੱਸਣ ਨੂੰ ਤਿਆਰ ਹੈ ਕਿ ਕੀ ਠੀਕ ਹੈ ਤੇ ਕੀ ਠੀਕ ਨਹੀਂ। ਅਸੀਂ ਗੁਰੂ ਦੇ ਰਸਤੇ ਨੂੰ ਭੁੱਲੇ ਹੋਏ ਹਾਂ। ਦੇਖੋ ਤੁਸੀਂ ਇੱਕੋ ਗੱਲ ਕੀਤੀ ਹੈ ਕਿ ਲਫ਼ਜ਼ ਸੀਗਾ ਆਪਣਾ ਗੁਰੂ ਗ੍ਰੰਥ ਦੀ ਥਾਂ ਵੀ ਆਪਾਂ ਪੰਥ ਨੂੰ ਮੰਨਣਾ ਹੈ, ਪਰ ਕਿਉਂਕਿ ਇੱਕ ਸਾਡੇ ਚੋਂ ਕੋਟ ਅਨਕੋਟ ਜਿਹੜਾ ਸਾਡਾ ਧਾਰਮਿਕ ਰਾਈਟਰ ਸੀਗਾ ਉਹ ਇੱਦਾਂ ਲਿਖ ਗਿਆ ਤੇ ਉਹਨੂੰ ਆਪਾਂ ਉਸ ਲਾਈਨ ਤੇ ਚੱਲ ਗਏ ਤੇ ਇਹ ਤੇ ਕੰਮ ਚੱਲਦੇ ਰਹਿਣਾ ਜੀ।
ਕਦੇ ਨਹੀਂ ਖਤਮ ਹੋਣਾ ਵੀਰ ਜੀ। ਜੇ ਅੱਜ ਅਸੀਂ ਥੋੜਾ ਜਿਹਾ ਇਹਨੂੰ ਇੰਪਰੂਵ ਕਰ ਲਾਂਗੇ, ਕੱਲ ਨੂੰ ਕੋਈ ਹੋਰ ਖੜਾ ਹੋ ਜਾਏਗਾ ਉਹਦੇ ਵਾਸਤੇ, ਕਿਉਂਕਿ ਬੜੇ ਬੈਠੇ ਹੋਏ ਆ ਉਸ ਡਾਇਰੈਕਸ਼ਨ ਨੂੰ ਸਾਨੂੰ ਖਿੱਚ ਕੇ ਲਿਜਾਣ ਵਾਸਤੇ। ਪਰ ਇਨ ਦ ਮੀਨਵਾਈਲ ਜਿਹੜਾ ਸਿੱਖੀ ਦਾ ਘਾਣ ਕੀਤਾ ਜਾ ਰਿਹਾ, ਮੈਂ ਅੰਦਰੋਂ ਇੰਟਰਨਲੀ ਆਈ ਬਰਨ ਵਿਦ, ਮੈਨੂੰ ਨਾ ਜਿਵੇਂ ਅੱਗ ਲੱਗ ਜਾਂਦੀ ਹੈ ਜਿਹਨੂੰ ਕਹਿੰਦੇ ਆ, ਕਿ ਜਦੋਂ ਮੈਂ ਦੇਖਦਾ ਕਿ ਪੱਗ ਬੰਨੀ ਹੋਈ ਹੈ ਤਾਂ ਉਹਨੂੰ ਚੁੱਕ ਕੇ ਪਾਣੀ ਦੇ ਵਿੱਚ ਡੁਬੋਇਆ ਜਾ ਰਿਹਾ, ਤੇ ਨਾਲ ਉਹਨੂੰ ਕਿਹਾ ਕਿ ਅੱਜ ਤੋਂ ਤੂੰ ਵੀ ਕ੍ਰਿਸਚੀਅਨ ਬਣ ਗਿਆ ਜਾਂ ਕ੍ਰਾਈਸਟ ਬਣ ਗਿਆ। ਤੁਸੀਂ ਸਾਰਿਆਂ ਨੇ ਦੇਖੀਆਂ ਉਹ ਤਸਵੀਰਾਂ ਜਾਂ ਉਹ ਵੀਡੀਓਜ਼। ਸੋ ਸਰਦਾਰ ਸ਼ਿਵਤੇਜ ਸਿੰਘ ਜੀ, ਆਈ honor you, I bow before you because you are young, you are full of energy and you have a way to communicate your message. ਬੜੇ ਘੱਟ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਅੰਦਰ ਤਾਂ ਹੁੰਦਾ ਪਰ ਉਹ ਗੱਲ ਉੱਦਾਂ ਕਰ ਨਹੀਂ ਸਕਦੇ, ਪਰ ਤੁਹਾਡੇ ਵਰਗੇ ਬੰਦੇ, ਉਧਰ ਪਟਿਆਲੇ ਦੀ ਉਹ ਜਿਹੜੀ ਹੈਗੀ ਬੀਵੀ ਹਰਸ਼ਰਨ ਕੌਰ ਐਂਡ ਹੋਰ ਤੁਹਾਡੇ ਵਰਗੇ ਬੰਦੇ ਹੈਗੇ ਜਿਹੜੇ ਕਿ ਅੱਗੇ ਹੋ ਕੇ ਬੀੜਾ ਚੱਕੋ। ਪੈਸਿਆਂ ਦੀ ਸ਼ਾਵਰ ਹੋਏਗੀ ਤੁਹਾਡੇ ਤੇ ਜੇਕਰ ਤੁਸੀਂ ਲੋਕ ਅੱਗੇ ਜਾ ਕੇ ਫਿਜ਼ੀਕਲੀ ਜਾ ਕੇ, ਮੈਨੂੰ ਪਤਾ ਨਹੀਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਮੈਂ ਤੁਹਾਡੀ ਟਾਕ ਅੱਧੀ ਸੁਣੀ ਹੈ, ਤੁਹਾਡੀ ਇੰਟਰੋਡਕਸ਼ਨ ਵੀ ਨਹੀਂ ਸੁਣ ਸਕਿਆ, ਪਰ ਇਫ ਯੂ ਆਰ ਲਿਵਿੰਗ ਇਨ ਦਿਸ ਕੰਟਰੀ ਆਈ ਐਮ ਸ਼ੋਰ ਤੁਹਾਡੇ ਵਰਗੇ ਉੱਥੇ ਬੰਦੇ ਹੈਗੇ ਜਿਨ੍ਹਾਂ ਦਾ ਤੁਹਾਡੇ ਕੰਟੈਕਟ ਹੈਗਾ, ਕੁਛ ਇਹਦੇ ਵਾਸਤੇ ਕੀਤਾ ਜਾਵੇ। ਦੈਟਸ ਮਾਈ ਰਿਕੁਐਸਟ। ਆਈ ਐਮ ਸੌਰੀ ਆਈ ਟੁਕ ਯੂ ਅਵੇ ਫਰਮ ਦ ਟੌਪਿਕ, ਬਟ ਆਈ ਵਾਂਟਡ ਟੂ ਸੇ ਇਟ। ਮੈਂ ਕੁਝ ਕਹਿਣਾ ਨਹੀਂ ਸੀ ਚਾਹੁੰਦਾ, ਪਰ ਡਾਕਟਰ ਜਗਜੀਤ ਸਿੰਘ ਨੇ ਮੈਨੂੰ ਨਾ ਯੂਜ਼ ਕਰ ਲਿਆ, ਸੋ ਦੈਨ ਇਟ ਵਾਜ਼ ਬੋਇਲਿੰਗ ਇਨ ਮੀ ਐਂਡ ਆਈ ਵਾਂਟਡ ਟੂ ਬ੍ਰਿੰਗ ਇਟ ਆਊਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹਦੇ ਬਾਰੇ ਮੈਂ ਇੱਕ ਤੁਹਾਨੂੰ ਰਿਕੁਐਸਟ ਦੱਸਾਂ। ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ, ਕਿਉਂਕਿ ਵੈਸੇ ਤਾਂ ਮੈਂ ਇੱਥੇ ਕੈਨੇਡਾ ਦੇ ਵਿੱਚ ਰਹਿਣਾ, ਇੱਥੋਂ ਦੇ ਹੁਣ ਅਸੀਂ ਪੱਕੇ ਹਾਂ, ਇੰਡੀਆ ਦੇ ਵਿੱਚ ਜਾਂਦੇ ਹੁੰਦੇ ਰਹੀਦਾ, ਸ਼ਾਇਦ ਮੈਂ ਨੈਕਸਟ ਈਅਰ ਹੁਣ ਫਿਰ ਜਾ ਰਿਹਾ ਵਾਂ। ਉੱਥੇ ਅਸੀਂ ਇੱਕ ਜਿਹੜੇ ਪ੍ਰਚਾਰਕ ਨੇ ਜਿਨ੍ਹਾਂ ਦੀ ਕਹਿ ਲਓ ਵੀ ਹਰ ਤਰ੍ਹਾਂ ਦੀ ਭਾਸ਼ਾ ਦੇ ਪਕੜ ਵੀ ਹੈ, ਉਹ ਤਿਆਰ ਕਰ ਰਹੇ ਅਸੀਂ। ਉਹਨਾਂ ਨੂੰ ਇਹ ਗੱਲ ਅਸੀਂ ਕਹੀ ਹੋਈ ਹੈ ਵੀ ਤੁਹਾਡੀ ਜਿਹੜੀ ਹੈ ਬਕਾਇਦਾ ਤੁਹਾਨੂੰ ਸੈਲਰੀ ਦੇ ਰੂਪ ਵਿੱਚ ਸਾਰਾ ਤੁਹਾਡੀ ਹੈਲਪ ਕਰਾਂਗੇ, ਤੁਸੀਂ ਸਿਰਫ ਪਿੰਡਾਂ ਦੇ ਵਿੱਚ ਖਾਸ ਕਰਕੇ ਇਸ ਗੁਰੂ ਗ੍ਰੰਥ ਸਾਹਿਬ, ਸਾਡੀ ਸਿੱਖੀ ਦੀਆਂ ਖੂਬੀਆਂ, ਇਹ ਚੀਜ਼ਾਂ ਜਿਹੜੀਆਂ ਨੇ ਅਸਲ ਵਿੱਚ ਕੀ ਨੇ, ਕਿਉਂ ਇਹਨਾਂ ਤੋਂ ਟੁੱਟ ਕੇ ਅਸੀਂ ਦੂਜੇ ਪਾਸੇ ਜਾ ਰਹੇ ਹਾਂ। ਜਿਹੜਾ ਤੁਸੀਂ ਕ੍ਰਿਸਚਨਾਂ ਦੀ ਗੱਲ ਕੀਤੀ ਹੈ ਜਾਂ ਹੋਰ ਵੀ ਬਹੁਤ ਸਾਰੇ ਇਸ ਤਰੀਕੇ ਦੇ ਨਾਲ ਨੇ, ਜਿਵੇਂ ਆਪਾਂ ਜੇ ਗੱਲ ਕਰੀਏ ਮਾਲਵੇ ਦੇ ਇਲਾਕੇ ਦੇ ਵਿੱਚ ਡੇਰਾਵਾਦ, ਸਿਰਸਾ, ਕੋਣ ਸਿੱਖੀ ਨਾਲ ਨਹੀਂ ਹੈ, ਉਹ ਸਿੱਖੀ ਤੋਂ ਅਲੱਗ ਦੀ ਗੱਲ ਹੈ। ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਤਕਰੀਬਨ ਮੇਰੇ ਖਿਆਲ ਨਾਲ 3 ਕਿ 4 ਸਿੰਘ ਸਾਨੂੰ ਮਿਲ ਵੀ ਗਏ ਨੇ ਜਿਹੜੇ ਇਸ ਚੀਜ਼ ਦੇ ਉੱਤੇ ਹੁਣ ਕਰ ਰਹੇ ਨੇ। ਕੁਛ ਅਸੀਂ ਬੀਬੀਆਂ ਤਿਆਰ ਕਰ ਰਹੇ ਹਾਂ, ਬੱਚੀਆਂ ਜਿਨ੍ਹਾਂ ਦੀ ਪਕੜ ਬਹੁਤ ਹੈ। ਇਹਨਾਂ ਵਿੱਚੋਂ ਇੱਕ ਨਾਮਵਾਰ ਨੇ, ਮੈਂ ਬੇਨਤੀ ਕਰਾਂਗਾ ਕਿਸੇ ਟਾਈਮ ਤੇ ਡਾਕਟਰ ਸਾਹਿਬ ਨੂੰ, ਉਸ ਬੱਚੀ ਨੂੰ ਵੀ ਤੁਹਾਡੇ ਰੂਬਰੂ ਕਰਾਵਾਂਗੇ, ਬੀਬੀ ਗਗਨਦੀਪ ਕੌਰ ਖਾਲਸਾ। ਸ਼ਾਇਦ ਤੁਸੀਂ ਨੈਟ ਦੇ ਉੱਤੇ ਕਦੇ ਉਹਨਾਂ ਨੂੰ ਸੁਣਿਆ ਹੋਵੇ, ਤੇ ਬੜੀ ਸੋਹਣੀ ਪਕੜ ਹੈ, ਕਿਉਂਕਿ ਉਹ ਜਦੋਂ ਬੱਚੀਆਂ ਗੱਲ ਕਰਦੀਆਂ ਤੇ ਜਿਹੜੀ ਲੇਡੀਜ਼ ਨੇ ਉੱਥੋਂ ਦੀਆਂ, ਉਹਨਾਂ ਉੱਤੇ ਬੜਾ ਅਸਰ ਪੈਂਦਾ ਹੈ। ਤੁਹਾਨੂੰ ਯਾਦ ਹੋਵੇਗਾ ਇੱਕ ਭੈਣ ਜੀ ਸੀ ਹਰਪ੍ਰੀਤ ਕੌਰ ਖਾਲਸਾ, ਸ਼੍ਰੋਮਣੀ ਕਮੇਟੀ ਦੇ ਵੈਸੇ ਉਹ ਪ੍ਰਚਾਰਕ ਸੀ, ਉਹ ਦਿੱਲੀ ਸੀ ਗੁਰਦੁਆਰਾ ਬੰਗਲਾ ਸਾਹਿਬ ਤੋਂ, ਸਾਡੇ ਕੋਲ ਉੱਥੇ ਆਏ ਤੇ ਮੈਨੂੰ ਕਹਿਣ ਲੱਗੇ ਵੀਰ ਜੀ ਮੇਰਾ ਵੀ ਜੀ ਕਰਦਾ ਟੀਵੀ ਤੇ ਕਥਾ ਕਰਨ ਨੂੰ। ਮੈਂ ਉਦੋਂ ਪ੍ਰਧਾਨ ਸੀ ਸਰਨਾ ਜੀ, ਮੈਂ ਉਹਨਾਂ ਨੂੰ ਕਿਹਾ ਵੀ ਇੱਕ ਇਤਿਹਾਸ ਹੋਵੇਗਾ ਕਿ ਇੱਕ ਲੇਡੀਜ਼ ਨੂੰ ਤੁਸੀਂ ਸਟੇਜ ਤੇ ਬਿਠਾ ਕੇ ਸੰਗਤ ਦੇ ਵਿੱਚ ਕਥਾ, ਕਿਉਂਕਿ ਬੀਬੀਆਂ ਨੂੰ ਤੇ ਉਹ ਲਾਗੇ ਨਹੀਂ ਲੱਗਣ ਦਿੰਦੇ, ਨਾ ਕੀਰਤਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਤੇ ਨਾ ਕਥਾ ਵਾਸਤੇ। ਉਸ ਬੱਚੀ ਨੇ ਕੁਦਰਤੀ ਸਬੱਬ ਐਸਾ ਬਣਿਆ ਕਿ ਉਦੋਂ ਰੱਖੜੀ ਦਾ ਸੀ ਸਮਾਂ, ਉਹਨੇ ਹੋਕਾ ਦਿੱਤਾ ਉਸ ਬੱਚੀ ਨੇ ਕਿ ਆਪਾਂ ਰੱਖੜੀ ਨਹੀਂ, ਆਪਾਂ ਭਰਮ ਤੋੜ ਦਿਵਸ ਮਨਾਉਣਾ। ਉਹਦਾ ਇੰਨਾ ਅਸਰ ਹੋਇਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਜਿਹੜੇ ਪਿੰਡ ਵਿੱਚ ਜਾਣਾ, ਜਿਹੜੇ ਵੀ ਉੱਥੇ ਬੀਬੀਆਂ ਨੇ, ਬੱਚਿਆਂ ਨੇ ਮਿਲਣਾ, ਸਾਰਿਆਂ ਨੇ ਉਹਦਾ ਜ਼ਿਕਰ ਕਰਨਾ, ਅਸੀਂ ਜੀ ਐਤਕੀ ਰੱਖੜੀ ਨਹੀਂ ਬੰਨੀ, ਅਸੀਂ ਭਰਮ ਤੋੜ ਦਿਵਸ ਮਨਾਇਆ। ਇਸ ਕਰਕੇ ਮੈਂ ਉਹਨਾਂ ਨੂੰ ਵੀ, ਭੈਣ ਜੀ ਹੋਰਾਂ ਨੂੰ, ਗਗਨਦੀਪ ਹੋਰਾਂ ਨੂੰ ਵੀ ਰਿਕੁਐਸਟ ਕੀਤੀ ਹੈ, ਉਹ ਵੀ ਇਸ ਚੀਜ਼ ਵਾਲੇ ਪਾਸੇ ਆ ਰਹੇ ਨੇ ਵੀ ਹਾਂ ਵੀ ਅਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਟਾਈਮ ਪਾਵਾਂਗੇ, ਕਿਉਂਕਿ ਉੱਥੋਂ ਦੇ ਵਸਨੀਕ ਨੇ। ਜਦੋਂ ਅਸੀਂ ਉਹਨਾਂ ਲੋਕਾਂ ਦੀ ਹੈਲਪ ਕਰਾਂਗੇ ਫਾਈਨੈਂਸ਼ਲੀ, ਉਹ ਲੋਕ ਜ਼ਰੂਰ ਜਿਹੜਾ ਆਪਣਾ 100% ਦੇਣਗੇ ਸਾਨੂੰ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਲੋੜ ਹੈ। ਫਿਰ ਪੜ੍ਹੇ ਲਿਖੇ ਨੇ ਉਹ, ਮੇਰੇ ਖਿਆਲ ਪ੍ਰੋਫੈਸਰ ਦੀ ਡਿਗਰੀਆਂ ਉਹਨਾਂ ਦੇ ਕੋਲ ਨੇ, ਤੇ ਕੋਸ਼ਿਸ਼ ਕਰ ਰਹੇ ਹਾਂ ਜੀ। ਆਈ ਹੋਪ ਬਹੁਤ ਜਲਦੀ ਜਿਹੜਾ ਵਾ ਸਾਰਿਆਂ ਸਾਹਮਣੇ ਅਸੀਂ ਉਹ ਚੀਜ਼ ਜਿਹੜੀ ਹੈ ਲੈ ਆਵਾਂਗੇ ਵੀ ਹਾਂ ਵੀ ਆਹ ਸਿੰਘ ਨੇ, ਆਹ ਸਾਡੇ ਕੋਲ ਨੇ, ਤੇ ਇਹਨਾਂ ਦੀ ਉਸ ਤੋਂ ਬਾਅਦ ਫਿਰ ਰਿਕੁਐਸਟ ਕਰਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਹੈਲਪ ਕਰਨੀ ਹੈ। ਹਾਂਜੀ, ਜਸਬੀਰ ਸਿੰਘ ਜੀ ਅਨਮਿਊਟ ਕਰ ਲਓ ਤੇ। ਹਾਂਜੀ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਡਾਕਟਰ ਜੀ, ਆਪਾਂ ਸਾਰਿਆਂ ਨੇ ਆਪ ਸ਼ੁਰੂ ਕਰਨਾ। ਗਿਆਨੀ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਵੀ ਗੁਰੂ ਸਾਹਿਬ ਨੂੰ ਵੀ ਕਿੰਨਾ ਸਮਾਂ ਲੱਗ ਗਿਆ ਸੀ, 239 ਸਾਲ ਲੱਗ ਗਏ।
ਹੁਣ ਜਿਹੜੀ ਤੁਸੀਂ ਗੱਲ ਮੁੱਢਲੀ ਗਿਆਨੀ ਜੀ ਨੇ ਕੀਤੀ ਉਹ ਹੀ ਕਹੀ ਆ ਵੀ ਸਾਨੂੰ ਆਪ ਸ਼ੁਰੂ ਕਰਨਾ ਚਾਹੀਦਾ। ਉੱਥੇ ਦੇਖਣਾ ਪੈਂਦਾ ਵੀ ਆਪਾਂ ਰੋਜ਼ ਦੀ ਜਿਹੜੀ ਬੋਲ ਚਾਲ ਆ ਉਹਦੇ ਵਿੱਚ ਸ਼ਬਦ ਕਿਹੜੇ ਆਉਂਦੇ ਆ। ਗੁਰਦੁਆਰੇ ਜਾਂਦੇ ਆ, ਕੀ ਕਰਦੇ ਆ, ਜੰਮਣ ਤੋਂ ਲੈ ਕੇ ਮਰਨ ਤਾਈਂ ਸਾਡੇ ਸਾਰਿਆਂ ਪਰਿਵਾਰਾਂ ਵਿੱਚ ਸਾਰੇ ਹੀ ਕਾਰਜ ਹੁੰਦੇ ਆ। ਕੀ ਆਪਾਂ ਉਹ ਕਾਰਜ ਆਪਣੇ ਘਰ ਦੇ ਵਿੱਚ ਜਿੱਥੇ ਤੇ ਸਾਡਾ ਤੁੱਲ ਕੇ ਬਾਹਰ ਜੇ ਨਹੀਂ ਕਰ ਸਕਦੇ, ਕੀ ਅਸੀਂ ਉਹ ਗੁਰੂ ਅਨੁਸਾਰੀ ਕਰਦੇ ਆ? ਜੇ ਨਹੀਂ ਕਰਦੇ ਤਾਂ ਜਦੋਂ ਗਿਆਨ ਜੀ ਨੇ ਕਿਹਾ ਵੀ ਪੁਰਾਣੀਆਂ ਪਰੰਪਰਾਵਾਂ ਬਣੀਆਂ ਹੋਣੀਆਂ, ਕਈ ਵਾਰੀ ਬਣਦੀਆਂ ਸਹੀ ਹੁੰਦੀਆਂ ਮੌਕੇ ਮੁਤਾਬਕ, ਉਹ ਮੁਗਰਵਾਣੀ ਕਰਮਕਾਂਡ ਬਣ ਜਾਂਦੀਆਂ। ਹੁਣ ਮੋਟੀਆਂ ਗੱਲਾਂ ਜਿੱਦਾਂ ਅਖੰਡ ਪਾਠ ਆ, ਇਹ ਪ੍ਰਚਲਿਤ ਕਰ ਦਿੱਤਾ ਗਿਆ। ਜਿੱਦਾਂ ਆਪਾਂ ਸਾਰੇ ਜਾਣਦੇ ਵੀ ਅਖੰਡ ਪਾਠ ਗੁਰੂ ਅਨੁਸਾਰੀ ਹੋ ਨਹੀਂ ਸਕਦਾ, ਕਿਉਂਕਿ ਸ਼ਬਦ ਦੇ ਵਿੱਚ ਰਾਵ ਦੀ ਪੰਕਤੀ ਦੱਸਦੀ ਹੈ ਭਾਈ ਰੁਕ ਜਾਓ ਇੱਥੇ, ਉਹ ਸਿੱਧਾ ਹੀ ਸੰਕੇਤ ਆ। ਹੋਰ ਸਾਨੂੰ ਕਿੱਥੇ ਕਿਸੇ ਕੋਲ ਪੁੱਛਣ ਦੀ ਲੋੜ ਕੋਈ ਨਹੀਂ। ਫਿਰ ਘਰਾਂ 'ਚ ਫੋਟੋਆਂ ਲਾਈਆਂ ਹੋਈਆਂ, ਜਦ ਅਸੀਂ ਪੜ੍ਹਦੇ ਹਾਂ ਵੀ ਗੁਰੂ ਸਾਹਿਬ ਦੀ ਕੋਈ ਫੋਟੋ ਜੇ ਹੁੰਦੀ ਅਸਲੀ ਤੋਂ ਬਣਵਾ ਲੈਂਦੇ ਉਸ ਵੇਲੇ, ਬਾਣੀ 'ਚ ਲਿਖਿਆ ਵੀ ਨਹੀਂ ਹੁੰਦੀ, ਅਸੀਂ ਫੇਕ ਘਰਾਂ 'ਚ ਲਾਈ ਜਾਂਦੇ, ਕਹਿੰਦੇ ਪ੍ਰਚਾਰ ਕਰਦੇ ਨਹੀਂ ਚਾਹੀਦੀਆਂ ਹੋਣੀਆਂ। ਪਰ ਜਿੱਦਾਂ ਗਿਆਨੀ ਜੀ ਨੇ ਕਿਹਾ ਕੀ ਆਪਾਂ ਇਹ ਸਾਰੀਆਂ ਗੱਲਾਂ ਆਪਣੇ ਜੀਵਨ ਤੇ ਆਪਣੀ ਸੰਸਥਾ ਬਣੀ ਹੋਈ ਹੈ ਘੱਟ ਤੋਂ ਘੱਟ ਇਹਦੇ ਵਿੱਚ ਅਸੀਂ ਲਾਗੂ ਕਰਦੇ ਕਿ ਨਹੀਂ ਕਰਦੇ? ਜੇ ਅਸੀਂ ਦੂਸਰਿਆਂ ਨੂੰ ਸੁਧਾਰੀ ਜਾਣਾ, ਉਹਨਾਂ ਬਾਰੇ ਕੰਮ ਕਰਨਾ, ਉਹ ਇੱਕ ਦੂਜਾ ਵਿਸ਼ਾ ਆ। ਗਿਆਨੀ ਤਾਂ 2-3 ਵਾਰੀ ਕਹਿ ਹਟੇ ਵੀ ਆਪਾਂ ਨੂੰ ਆਪਣੇ ਆਪ ਸ਼ੁਰੂ ਕਰਨਾ ਪੈਣਾ। ਨਿੱਕੀਆਂ ਗੱਲਾਂ ਕੀ ਅਸੀਂ ਪੁਰਾਣੀ ਪਰੰਪਰਾ ਸਾਡੇ ਪਰਿਵਾਰ ਚੱਲੀ ਆਉਂਦੀ ਹੈ, ਸਾਡੇ ਪਿੰਡ ਚੱਲੀ ਆਉਂਦੀ ਆ, ਕੀ ਅਸੀਂ ਉਹਨੂੰ ਤੋੜਨ ਨੂੰ ਤਿਆਰ ਆ? ਇਹ ਨਹੀਂ ਕਿ ਮੌਕੇ ਮੁਤਾਬਕ ਸਾਰੀਆਂ ਚੀਜ਼ਾਂ ਤੁਹਾਨੂੰ ਬਦਲੀ ਕਰਨੀਆਂ ਪੈਣੀਆਂ। ਮੈਨੂੰ ਚੇਤਾ ਇੱਥੇ ਪਹਿਲਾਂ ਅਸੀਂ ਗੁਰਦੁਆਰੇ ਸਕੂਲ ਦੇ ਵਿੱਚ ਨਿਆਣਿਆਂ ਨੂੰ ਬਰਗਰ ਬ੍ਰੈਡ ਲਿਆ ਕੇ ਦਿੱਤੀ ਤਾਂ ਸਾਡੇ ਬਹੁਤ ਝਗੜਾ ਹੋਇਆ, ਪੀਜ਼ਾ ਨਹੀਂ ਲਿਆਉਣ ਦਿੰਦੇ ਕਿ ਇੱਥੇ ਨਹੀਂ ਦਾਲ ਫੁਲਕਾ ਹੁੰਦਾ। ਉਹਨਾਂ ਨੂੰ ਆਰਗੂਮੈਂਟ ਨਹੀਂ ਕਰ ਸਕਦੇ, ਬੜੀ ਮੁਸ਼ਕਿਲ ਨਾਲ ਦੂਏ ਸਾਲ ਜਾ ਕੇ ਅਸੀਂ ਥੋੜ੍ਹਾ ਹੌਲੀ ਸ਼ੁਰੂ ਕੀਤਾ ਸੀ, ਉਹ ਨਹੀਂ ਕਰ ਦਿੰਦੇ ਸੀਗੇ। ਹੁਣ ਇਹ ਪਰੰਪਰਾ ਮੈਂ ਇੱਕ ਨੂੰ ਪੁੱਛਿਆ ਵੀ ਜੇ ਤੁਸੀਂ ਇਟਲੀ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨਾ, ਦਾਲ ਫੁਲਕਾ ਨਾਲ ਲੈ ਕੇ ਜਾਓਗੇ, ਉਹ ਤਾਂ ਪੀਜ਼ਾ ਖਾਂਦੇ ਆ, ਉਹ ਸਿੱਖ ਨਹੀਂ ਬਣ ਸਕਦੇ। ਜਵਾਬ ਤਾਂ ਕੋਈ ਨਹੀਂ ਹੁੰਦਾ ਦਲੀਲ ਦਾ, ਪਰ ਉਹ ਬਚੇ ਦੇ ਆ ਉੱਤੇ। ਇਹ ਮੈਂ ਤਾਂ ਕਹਿੰਦਾ ਵੀ ਜੋ ਗਿਆਨੀ ਜੀ ਨੇ ਕਿਹਾ ਬਹੁਤ ਸੋਹਣੀ ਗੱਲ ਆ, ਬਹੁਤ ਵਧੀਆ ਗੱਲ ਆ। ਸਾਨੂੰ ਕੱਲੇ ਬੰਦੇ ਨੂੰ, ਸਾਰਿਆਂ ਨੂੰ, ਜਿੰਨੇ ਅਸੀਂ ਸਵੇਰਦੇ ਹੈਗੇ ਸਾਰੇ ਆਪਾਂ ਜਾਣਦੇ ਆ, ਆਪ ਸ਼ੁਰੂ ਕਰੀਏ। ਇੱਕ ਜਿਹੜੀ ਗੱਲ ਨਹੀਂ ਡਾਕਟਰ ਹੁਣੀ ਕਹੀ ਆ, ਇੰਡੀਆ ਦੇ ਵਿੱਚ ਬਹੁਤ ਕੰਮ ਖਰਾਬ ਹੋ ਰਿਹਾ, ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਨੀ ਚਾਹੁੰਦਾ। ਇਹਨਾਂ ਦਾ ਕੰਸਰਨ ਬਹੁਤ ਵਧੀਆ ਆ, ਬਹੁਤ ਡੂੰਘਾ ਆ, ਬੜਾ ਹੀ ਇਹ ਛੇਤੀ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਇਹਦੇ ਨਾਲ ਆਪਾਂ ਨੂੰ ਪਤਾ ਹੈ ਇਹਨਾਂ ਮੁਲਕਾਂ ਵਿੱਚ, ਕੈਨੇਡਾ ਵਿੱਚ, ਅਮਰੀਕਾ, ਮੈਨੂੰ ਕੈਨੇਡਾ ਬਾਰੇ ਪਤਾ, ਅਮਰੀਕਾ ਦਾ ਪਤਾ ਨਹੀਂ, ਇੱਥੇ ਆਪਣੇ ਬਹੁਤ ਬੀਬੀਆਂ ਜ਼ਿਆਦਾ ਬੱਚੇ ਯਹੋਵਾ ਵਿਟਨਸ ਬਣ ਰਹੇ ਆ। ਖਾਸ ਕਰ ਜਿਹੜੀਆਂ ਬੀਬੀਆਂ ਇੰਡੀਆ ਤੋਂ ਆਈਆਂ ਹੋਈਆਂ, ਉਹਨਾਂ ਵਿੱਚੋਂ ਅੱਗੇ ਤਾਂ ਥੋੜੀਆਂ ਸੀਗੀਆਂ, ਹੁਣ ਉਹ ਘਰਾਂ ਵਿੱਚ ਵੀ ਆਪਣੀਆਂ ਬੀਬੀਆਂ ਨਾਲ ਜਾਂਦੇ ਆ। ਇੱਕ ਗੋਰੀ ਹੁੰਦੀ ਹੈ, ਇੱਕ ਆਪਣੀ ਬੀਬੀ, ਜਾਂ ਇੱਕ ਗੋਰਾ ਹੁੰਦਾ ਤੇ ਇੱਕ ਆਪਣਾ ਮੁੰਡਾ ਹੁੰਦਾ ਨਾਲ। ਉਹ ਬਕਾਇਦਾ ਪੰਜਾਬੀ ਗੁਰਮੁਖੀ ਸਿੱਖਦੇ ਆ, ਘਰਾਂ 'ਚ ਚਿੱਠੀਆਂ ਪਾਉਂਦੇ ਗੁਰਮੁਖੀ ਲਿਖ ਕੇ। ਇੱਥੇ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ, ਤੁਹਾਨੂੰ ਪਤਾ ਸਰੀ ਵਿੱਚ ਕਈ ਚਰਚ ਬਣੇ ਹੋਏ ਆ ਜਿਨ੍ਹਾਂ ਵਿੱਚ ਗੁਰਮੁਖੀ ਵਿੱਚ, ਉਹ ਪੰਜਾਬੀ ਵਿੱਚ, ਬੋਲੀ ਵਿੱਚ ਉਹ ਪ੍ਰਚਾਰ ਕਰਦੇ ਆ, ਹਰ ਘਰ ਜਾਂਦੇ ਆ। ਆਪਣੇ ਇੱਥੇ ਇਹਨਾਂ ਮੁਲਕਾਂ ਵਿੱਚ ਵੀ ਧਿਆਨ ਦੇਣ ਦੀ ਲੋੜ ਵਾ। ਜਿਹੜੀ ਤੁਸੀਂ ਦੂਸਰੀ ਗੱਲ ਮੈਂ ਕਹਿ ਕੇ ਬੰਦ ਕਰ ਦਿੰਦਾ, ਇੰਡੀਆ ਦੇ ਵਿੱਚ ਜਿਹੜੇ ਨਾ ਹੀ ਲੈਤਾ, ਜਿਹੜੇ ਗਰੀਬ ਪਰਿਵਾਰ ਆ, ਦਲਿਤ ਕਹਿੰਦੇ ਉਹਨੂੰ, ਕੁਛ ਕਹਿ ਲਓ, ਮਜ਼੍ਹਬੀ ਕਹਿ ਲਓ, ਰਵਿਦਾਸੀ, ਕੁਛ ਹੋਰ ਕਹਿ ਲਓ, ਉਹਨਾਂ ਨੂੰ ਤਾਂ ਦੱਸ ਸਕਦੇ ਆ। ਪਰ ਜੋ ਉਹਨਾਂ ਦੀ ਹਾਲਤ ਉੱਥੇ ਹੁੰਦੀ ਆ ਪਿੰਡ ਦੇ ਵਿੱਚ, ਉਹਨਾਂ ਨੂੰ ਗੁਰਦੁਆਰੇ ਬਣ ਨਹੀਂ ਦਿੱਤਾ ਜਾਂਦਾ, ਭਾਂਡੇ ਵੱਖਰੇ ਰੱਖੇ ਹੋਏ ਆ, ਉਹਨਾਂ ਨੂੰ ਪਾਠ ਨਹੀਂ ਕਰਨ ਦਿੰਦੇ ਉੱਥੇ। ਜੇ ਆਪਾਂ ਉਹਨਾਂ ਨੂੰ ਸਿੱਖੀ ਵਿੱਚ ਰੱਖਣਾ ਤਾਂ ਮੇਰਾ ਮਤਲਬ ਕਹਿਣ ਦਾ ਹੈ ਵੀ ਸਾਨੂੰ ਉਹ ਬੰਦੇ ਜਿਹੜੇ ਉੱਥੇ ਕਾਬਜ ਆ ਗੁਰਦੁਆਰਿਆਂ ਤੇ, ਪਿੰਡਾਂ ਦੇ ਵਿੱਚ ਜਾਂ ਵੱਡੀਆਂ ਸੰਸਥਾਵਾਂ ਦੇ ਵਿੱਚ, ਉਹਨਾਂ ਨਾਲ ਵੀ ਗੱਲ ਕਰਨੀ ਪਊਗੀ ਭਾਈ। ਜਾਂ ਜਿਹੜੀਆਂ ਟਕਸਾਲਾਂ ਆ ਹੋ ਰਿਹਾ, ਤੁਹਾਨੂੰ ਸਭ ਨੂੰ ਪਤਾ, ਮੈਂ ਉਸ ਡਿਟੇਲ ਨਹੀਂ ਜਾਣਾ ਇਹਨਾਂ ਬਾਰੇ। ਉਹਨਾਂ ਬੰਦਿਆਂ ਨੂੰ ਮਤਲਬ ਮਜਬੂਰੀਆਂ ਕਈ ਹੁੰਦੀਆਂ ਪਿੰਡਾਂ 'ਚ, ਉਹ ਉੱਚੀ ਬੋਲ ਨਹੀਂ ਸਕਦੇ, ਲੋੜਾਂ ਬਹੁਤ ਹੁੰਦੀਆਂ, ਉਹਨਾਂ ਬਾਰੇ ਵੀ ਕੀ ਕਰਨਾ ਪਊਗਾ, ਇਹ ਵੀ ਧਿਆਨ ਦੇਣ ਦੀ ਲੋੜ ਹੈ। ਇਕੱਲਾ ਉਹਨਾਂ ਨੂੰ ਪ੍ਰਚਾਰ ਕਰਾਂਗੇ, 4 ਪੈਸੇ ਦੇ ਦੇਵਾਂਗੇ, ਉਹ ਕੁਝ ਸਮੇਂ ਲਈ ਹਟ ਸਕਦੇ ਆ। ਪਰ ਸਦੀਵੀ ਤੌਰ ਤੇ ਗਿਆਨੀ ਦਿੱਤ ਸਿੰਘ ਨਹੀਂ ਲੋਕ ਬਣ ਸਕਦੇ, ਉਹ ਅੜੇ ਰਹੇ ਸੀ ਇਕੱਲੇ ਹੀ। ਉਹ ਤੁਹਾਨੂੰ ਉਹਨਾਂ ਸਾਰੀ ਕਹਾਣੀ ਦਾ ਪਤਾ ਆ, ਉਹਨਾਂ ਬਾਰੇ ਲੋਕ ਉਦੋਂ ਕੀ ਕਹਿੰਦੇ ਸੀਗੇ, ਉਹਨੂੰ ਪ੍ਰਸ਼ਾਦ ਵੀ ਨਹੀਂ ਦਿੰਦੇ। ਇਸ ਵੇਲੇ ਆਪਣੇ ਕੋਈ ਜਿਹੜੀ ਸਮੱਸਿਆ ਦਵੱਲੀ ਆ,
ਬਸ ਮੇਰੇ ਇੰਨੇ ਵਿਚਾਰ ਆ। ਮੈਂ ਇਹੀ ਕਹਿਣਾ ਗਿਆਨੀ ਜੀ ਨੂੰ ਕਿਹਾ ਬਹੁਤ ਵਧੀਆ ਆ, ਸਾਨੂੰ ਉਹਦੇ ਤੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਉਹਦੇ ਮੁਤਾਬਕ ਚੱਲਣ ਦੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਥੈਂਕ ਯੂ। ਵੈਸੇ ਬੜਾ ਇੰਪੋਰਟੈਂਟ ਇੱਕ ਤੁਸੀਂ ਪੁਆਇੰਟ ਰੇਜ਼ ਕੀਤਾ ਜਿਹੜਾ ਕਿ ਸ਼ਾਇਦ ਸਾਡੀ ਡਿਸਕਸ਼ਨ ਵਿੱਚ ਨਹੀਂ ਆਇਆ, ਕਿ ਜਿਹੜੇ ਅਸੀਂ ਉਹਨਾਂ ਪਰਿਵਾਰਾਂ ਬਾਰੇ ਤਾਂ ਗੱਲ ਕਰ ਰਹੇ ਆ ਜਿਹੜੇ ਕਨਵਰਟ ਹੋ ਰਹੇ ਆ, ਪਰ ਜਿਹੜੇ ਪਰਿਵਾਰਾਂ ਨੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਰਕੇ ਉਹਨਾਂ ਨੂੰ ਸੁਸਾਇਟੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਉਹਨਾਂ ਬਾਰੇ ਅਸੀਂ ਗੱਲ ਹੀ ਨਹੀਂ ਕਰ ਰਹੇ। who are responsible for that। ਅਸੀਂ ਕਈ ਵਾਰੀ ਫਾਈਨੈਂਸ਼ੀਅਲ ਗੱਲ ਤਾਂ ਕਰ ਰਹੇ ਆ ਜਿਹੜੀ, ਪਰ ਜਿਹੜੀ ਹਿਊਮਨ ਰਾਈਟਸ ਦੀ ਤੇ ਜਿਹੜੀ ਉਹਨਾਂ ਦੀ ਇਕੁਐਲਿਟੀ ਤੇ ਜਿਹੜੀ ਉਹਨਾਂ ਨੂੰ ਇੱਜ਼ਤ ਮਾਨ ਤੇ ਸਵੈਭੀਮਾਨ ਜਾਂ ਉਹ ਚੀਜ਼ ਚਾਹੀਦੀ ਆ, ਉਹਨਾਂ ਬਾਰੇ ਅਸੀਂ ਉਸ ਐਸਪੈਕਟ ਨੂੰ ਬਿਲਕੁਲ ਭੁੱਲ ਜਾ ਰਹੇ ਹਾਂ ਕਿ ਪਿੰਡਾਂ ਵਿੱਚ ਕੀ ਹੋ ਕੀ ਰਿਹਾ, ਕਿ ਉਹਨਾਂ ਪਰਿਵਾਰਾਂ ਨੂੰ ਕਿੱਦਾਂ ਟਰੀਟ ਕੀਤਾ ਜਾ ਰਿਹਾ। ਹਾਂਜੀ, ਸ਼ਿਵਤੇਜ ਸਿੰਘ ਜੀ, ਮੈਂ ਵਿੱਚੋਂ ਐਡ ਕਰਨ ਲੱਗ ਪਿਆ, ਤੁਸੀਂ ਇਹਦੇ ਬਾਰੇ ਕੋਈ ਕਮੈਂਟਸ ਕਰਨੇ ਹੋਣ ਤੇ। ਹਾਂ ਨਹੀਂ, ਬਿਲਕੁਲ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਨਾ, ਇਹ ਸੱਚਾਈ ਹੈ ਉੱਥੋਂ ਦੇ ਪਿੰਡਾਂ ਦੀ। ਉਹ ਜ਼ਿਆਦਾਤਰ ਕਨਵਰਟ ਵੀ ਇਸੇ ਕਰਕੇ ਹੋ ਰਹੇ ਨੇ। ਇੱਕ ਤੇ ਉਹਨਾਂ ਦੀਆਂ ਘਰੇਲੂ ਜ਼ਰੂਰਤਾਂ ਨੇ, ਕਿਉਂਕਿ ਹੁਣ ਹੁੰਦਾ ਕੀ ਹੈ, ਜੇ ਕੋਈ ਬਿਮਾਰ ਹੈ, ਉਹ ਜਦੋਂ ਕਿਤੇ ਉਹਨਾਂ ਨੂੰ ਪਤਾ ਲੱਗਦਾ ਹੈ, ਉਹ ਪਹੁੰਚ ਕਰਦੇ ਨੇ, ਉਹ ਕਹਿੰਦੇ ਜੀ ਇਲਾਜ ਅਸੀਂ ਕਰਾਉਂਦੇ ਹਾਂ, ਤੁਹਾਡਾ ਇੱਕ ਪੈਸਾ ਨਹੀਂ ਲੱਗਣ ਦਿਆਂਗੇ। ਉਹ ਫਿਰ ਅਗਲਾ ਜਿਹੜਾ ਵਾ ਜਿਹਦਾ ਇਲਾਜ, ਉਹ ਸਮਝੋ ਸਾਰਾ ਪਰਿਵਾਰ ਹੁਣ ਉਹਨਾਂ ਦਾ ਹੋ ਗਿਆ। ਸਾਡੇ ਲੋਕ ਜਿਹੜੇ ਨੇ ਤੇ ਉਹਨਾਂ ਨੂੰ ਗੁਰਦੁਆਰੇ ਬੈਠਣ ਵੀ ਨਹੀਂ ਦਿੰਦੇ। ਜਾਤਾਂ ਪਾਤਾਂ ਦਾ ਜਿਹੜਾ ਭਰਮ ਹੈ, ਹੋਰ ਤੇ ਛੱਡੋ ਤੁਸੀਂ। ਪਿੱਛੇ ਜੇ ਬਵਾਲ ਖੜਾ ਹੋਇਆ ਸੀ ਅਕਾਲ ਤਖਤ ਸਾਹਿਬ ਮਸਲਾ ਗਿਆ ਵੀ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ, ਇਹ ਲੰਗਰ ਦੇ ਵਿੱਚ ਵੀ ਪੰਗਤ ਵੱਖਰੀ ਰੱਖਦੀਆਂ ਨੇ ਉਹਨਾਂ ਦੀਆਂ। ਮੈਂ ਆਪਣੇ ਅੱਖੀਂ ਵੇਖਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕਿਉਂਕਿ ਜਦੋਂ ਨਹੀਂ ਸੀ ਸਾਨੂੰ ਵੀ ਪਤਾ, ਅਸੀਂ ਵੀ, ਤੁਹਾਡੇ ਚੋਂ ਵੀ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਪਹਿਲਾਂ ਇਸ ਤਰੀਕੇ ਨਾਲ ਕਰਮਕਾਂਡਾਂ ਵਿੱਚ ਆਪਾਂ ਬਲੀਵ ਕਰਦੇ ਸਾਂ। ਮੈਂ ਜਦੋਂ ਬਾਬੇ ਸੰਤਾ ਸਿੰਘ ਕੋਲ ਰਹਿੰਦਾ ਸੀ, ਤੇ ਜਦੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਜਾਂਦੀ ਸੀ, ਤੇ ਉਹਨਾਂ ਦੇ 5 ਪਿਆਰੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਰਵਿਦਾਸੀਏ ਤੇ ਚੌਥੇ ਪੌੜੇ ਵਾਲੇ ਜਿਹੜੇ ਪਾਸੇ ਹੋ ਜਾਓ। ਚੌਥੇ ਪੌੜੇ ਵਾਲੇ ਦਾ ਮਤਲਬ ਹੋ ਗਿਆ ਮਜਬੀ ਸਿੰਘ, ਰਵਿਦਾਸੀ ਆਪਾਂ ਜਾਣਦੇ ਹਾਂ ਵੀ ਉਹਦਾ ਮਤਲਬ ਕੀ ਹੈ ਵੀ ਤੁਹਾਨੂੰ ਵੱਖਰੇ ਅੰਮ੍ਰਿਤ ਛਕਾਉਣਾ, ਤੁਹਾਡਾ ਬਾਟਾ ਵੱਖਰਾ ਹੋਵੇਗਾ, ਦੂਜਿਆਂ ਦਾ ਵੱਖਰਾ ਹੋਵੇਗਾ। ਤਿਆਰ ਇੱਕੇ ਥਾਂ ਕਰਦੇ ਸੀ। ਹੁਣ ਇਹ ਚੀਜ਼ਾਂ ਜਦੋਂ, ਠੀਕ, ਉਦੋਂ ਤੇ ਲੋਕ ਜਿਹੜੇ ਸੀ ਉਹਨਾਂ ਨੂੰ ਤੇ ਹੁੰਦਾ ਸੀ ਠੀਕ ਆ, ਅਸੀਂ ਜੀ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛਕਣਾ। ਅੱਜ ਉਹਨਾਂ ਦੇ ਬੱਚੇ ਜਿਹੜੇ ਨੇ, ਜਦੋਂ ਇਹਨਾਂ ਚੀਜ਼ਾਂ ਨੂੰ ਵੇਖਦੇ ਨੇ, ਉਹਨਾਂ ਦੇ ਅੰਦਰ ਹੁੰਦਾ ਵੀ ਸਾਡੇ ਨਾਲ ਵਿਤਕਰਾ ਕਿਉਂ। ਉਹ ਫਿਰ ਕਹਿੰਦੇ ਕਿਸੇ ਨੂੰ ਪਿਆਸ ਲੱਗੀ, ਚੰਗਾ ਪਾਣੀ ਅਸੀਂ ਦਿੱਤਾ ਨਹੀਂ, ਤੇ ਛੱਪੜਾਂ ਦਾ ਪਾਣੀ ਪੀਣ ਲੱਗ ਪਏ, ਕਿਉਂਕਿ ਉਹਨਾਂ ਨੇ ਪਿਆਸ ਮਿਟਾਉਣੀ ਸੀ। ਉਹਨਾਂ ਲਈ ਉਹੀ ਜੀਵਨ ਦਾਤਾ ਬਣ ਗਏ। ਇਹ ਚੀਜ਼ਾਂ ਬਹੁਤ ਵਰਕ ਕਰਨ ਵਾਲੀਆਂ। ਇਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਟੀਮ ਐਸੀ ਤਿਆਰ ਕਰ ਰਹੇ ਹਾਂ ਜਿਹੜੀ ਹਰ ਗੱਲ ਦਾ, ਸਵਾਲ ਦਾ ਬਕਾਇਦਾ ਦਲੀਲ ਨਾਲ ਜਵਾਬ ਵੀ ਦੇ ਸਕਦੀ ਹੋਵੇ, ਪਲੱਸ ਜਿੱਥੋਂ ਤੱਕ ਹੋ ਸਕਦਾ ਵਾ, ਜਿਹੜੇ ਕਿਸੇ ਦੀ ਕੋਈ ਲੋੜਵੰਦ ਦੀ ਕੋਈ ਜ਼ਰੂਰਤ ਹੈ, ਜਿੰਨੀ ਕਿ ਸਾਡੇ ਕੋਲ ਹੋ ਸਕੇਗੀ, ਉਹ ਵੀ ਅਸੀਂ ਉਹਦੀ ਜਿਹੜੀ ਹੈ ਹੱਲ ਕਰਨ ਦੀ ਕੋਸ਼ਿਸ਼ ਕਰ ਸਕੀਏ। ਤੇ ਬਹੁਤ ਜਲਦੀ ਮੇਰੇ ਖਿਆਲ ਜਦੋਂ ਵੀ ਸਾਡੇ ਕੋਲ 10-12 ਇਸ ਤਰ੍ਹਾਂ ਦੇ ਹੋ ਗਏ ਤਿਆਰ ਸਿੰਘ, ਅਸੀਂ ਜਿਹੜੀ ਇਹ ਸ਼ੁਰੂ ਕਰ ਦੇਣੀ ਹੈ ਲਹਿਰ। ਥੈਂਕ ਯੂ ਜੀ। ਆਈ ਥਿੰਕ ਵੀ ਆਰ towards the end। ਗੁਰਨਾਮ ਸਿੰਘ ਹੋਰਾਂ ਨੇ ਹੱਥ ਰੇਜ਼ ਕੀਤਾ। ਡਾਕਟਰ ਸਾਹਿਬ, ਇੱਕ ਤਾਂ ਬਰੀਫ ਰੱਖਣਾ ਥੋੜਾ ਜਿਹਾ ਛੋਟਾ। ਪਹਿਲੇ ਇਹਦਾ ਮਤਲਬ ਪਹਿਲਾਂ ਹੀ ਪਾਰੀ ਲੈ ਲੈਣੀ ਸੀ, ਜਿੱਦ ਮਰਜ਼ੀ ਕਰ ਲਈਏ। ਨਹੀਂ, ਮੈਂ ਕੋਸ਼ਿਸ਼ ਕਰਦਾ। ਇਟਸ ਓਕੇ, ਦੈਟਸ ਫਾਈਨ। ਸ਼ਿਵਤੇਜ ਸਿੰਘ ਜੀ, ਬਹੁਤ ਵਧੀਆ, ਕੰਗ੍ਰੈਚੁਲੇਸ਼ਨਸ। ਔਰ ਵੈਲ ਕਨੈਕਟਡ, ਔਰ ਜਿਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਉਹ ਲੌਜੀਕਲ ਵੀ ਆ, ਤੇ ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਜਿਹੜੀ ਹੁਣ ਗੱਲ ਜਿਹੜੀ ਮੈਂ ਕਹਿੰਦਾ, ਜਿਹੜਾ ਤੁਸੀਂ ਮੁੱਦਾ ਰੇਜ਼ ਕੀਤਾ, ਉਹ ਹੈ ਅਸਲ 'ਚ ਸਾਡੀ ਆਈਡੀਓਲੋਜੀ ਕੀ ਹੈ, ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ। ਜਿਹੜਾ ਕੋਈ ਵੀ ਪਾਵਰ 'ਚ ਹੈ, ਉਹਦੀ ਆਈਡੀਓਲੋਜੀ ਪਾਵਰਫੁਲ ਹੁੰਦੀ ਆ। ਤੇ ਜਿਹੜੀ ਆਈਡੀਓਲੋਜੀ, ਆਪਣੀ ਜਿਹੜੀ ਆਈਡੀਓਲੋਜੀ ਆ, ਉਹਨੂੰ ਫਿਲਾਸਫੀ, ਮੈਂ ਕਈ ਵਾਰ ਫਿਲਾਸਫੀ ਨਹੀਂ ਕਹਿੰਦਾ, ਕਿਉਂਕਿ ਫਲਸਫੇ ਵਿੱਚ ਤਰਕ ਵੀ ਹੁੰਦੀ ਹੈ, ਤੇ ਕਈ ਵਾਰੀ ਤਰਕ ਨਹੀਂ ਵੀ ਹੈ, ਧਰਮ 'ਚ ਤੁਹਾਡਾ ਕੁਝ ਵਿਸ਼ਵਾਸ ਵੀ ਹੁੰਦਾ। ਖੈਰ, ਐਨੀਵੇ, ਆਈਡੀਓਲੋਜੀ ਜਿਹੜੀ, ਜੇਕਰ ਅਸੀਂ ਉਹਨੂੰ ਹੀ ਨਹੀਂ ਬੇਸਿਕਲੀ ਮੰਨਦੇ, ਗੱਲ ਜਿਵੇਂ ਤੁਸੀਂ ਕਿਹਾ ਵੀ ਜੋ ਦੇ ਬਣਾ ਲਏ, ਪਰ ਉਹਨਾਂ ਦੀ ਇੰਟਰਪ੍ਰੀਟੇਸ਼ਨ ਵੀ ਉਹਨਾਂ ਨੇ ਉਸੇ ਢੰਗ ਨਾਲ ਕਰ ਲਈ। ਦੂਜੀ ਗੱਲ ਮੈਂ ਵਿੱਚੇ ਤੁਹਾਡੇ ਨਾਲ ਸਹਿਮਤ ਹੋ ਵੀ, ਬਈ ਮੈਨੂੰ ਇਉਂ ਵੀ ਲੱਗਦਾ ਬਈ ਜਿਹੜਾ, ਮੈਂ ਇਹ ਨਹੀਂ ਕਹਿੰਦਾ ਸਾਰੇ ਕਰਨ,
ਪਰ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਹੈ ਵੀ ਅਸਲ 'ਚ ਜਿਹੜਾ ਉਹਨੂੰ ਰਿਲੀਜੀਅਸ ਲਿਟਰੇਚਰ ਕਹਿ ਲਓ ਵੀ ਉਹ ਕੀ ਆ, ਉਹਦੇ ਵਿੱਚ ਕੀ ਆ ਤੇ ਅੰਤਰ ਕੀ ਆ, ਇਹ ਵੀ ਸਾਨੂੰ ਦੱਸਣ ਦੀ ਲੋੜ ਹੈ। ਜਿਵੇਂ ਹੁਣ ਬਹੁਤਿਆਂ ਨੂੰ ਤਾਂ ਸਰਬਲੋਹ ਦਾ ਪਤਾ ਹੀ ਨਹੀਂ ਹੈ। ਸਰਬਲੋਹ ਦੇ ਗ੍ਰੰਥ ਦੋਏ ਬਾਕਾਇਦਾ ਅੰਗਰੇਜ਼ੀ 'ਚ ਮਿਲਦੇ ਆ, ਮੇਰੇ ਕੋਲ ਹੈਗੇ ਆ। ਮੈਂ ਇਹ ਨਹੀਂ ਕਹਿੰਦਾ ਪੜ੍ਹਨੇ ਚਾਹੀਦੇ ਕਿ ਨਹੀਂ, ਪਰ ਮੈਂ ਇੱਕ ਜ਼ਰੂਰ ਇਸ ਗੱਲ ਦਾ ਹਾਮੀ ਆ, ਜਿਹੜੇ ਪੜ੍ਹੇ ਹੋਏ ਆ, ਜਿਨ੍ਹਾਂ ਨੇ ਗਾਂ ਕੋਈ ਗੱਲ ਕਰਨੀ ਉਹਨੂੰ ਪਤਾ ਚਾਹੀਦਾ ਸਰਬਲੋਹ 'ਚ ਲਿਖਿਆ ਕੀ ਆ। ਇਸੇ ਤਰ੍ਹਾਂ 10ਵੇਂ ਗ੍ਰੰਥ ਮੈਂ ਕਹਿੰਦਾ ਪੜ੍ਹ, ਜਿਹੜੇ ਸਮਝ ਸਕਦੇ ਆ, ਜਿਹੜੇ ਡਿਟਰੈਕਟ ਦੂਜੇ ਪਾਸੇ ਨਹੀਂ ਜਾ ਸਕਦੇ, ਉਹਨਾਂ ਨੂੰ ਪੜ੍ਹ ਕੇ ਦੇਖਣਾ, ਦੱਸਣ ਦੀ ਲੋੜ ਆ ਵੀ ਦੇਖੋ ਆਹ ਇਹਦੇ ਵਿੱਚ ਸਾਰਾ ਕੁਝ ਹੈ। ਸੋ ਤੀਜੀ ਗੱਲ ਜਿਹੜੀ ਮੈਂ ਇਹਨਾਂ ਤੁਹਾਡੇ ਨਾਲ ਸਹਿਮਤ ਹਾਂ ਵੀ ਜਿਹੜੇ ਅੱਜ ਦੇ ਬਣ ਗਏ ਨੇ ਆਪਣੇ ਗਰੁੱਪਸ ਬਣਾ ਲਏ, ਤੁਸੀਂ ਸੰਪਰਦਾਵਾਂ ਕਿਆ ਜੋ ਮਰਜ਼ੀ ਕਹੀ ਜਾਓ, ਉਹਨਾਂ ਦੀ ਅਸਲ 'ਚ ਆਪਣੀ ਇੰਟਰਪ੍ਰੀਟੇਸ਼ਨ ਹੀ ਉਹਨੇ ਜੁਦੀ ਕਰ ਲਈ, ਤਾਂ ਉਹ ਜੁਦੀਆਂ ਉਹਨਾਂ ਦੀਆਂ ਬ੍ਰਾਂਚਿਸ ਬਣ ਗਈਆਂ, ਉਹਦੇ ਨਾਲ ਲੋਕ ਡਿਟਰੈਕਟ ਹੋ ਰਹੇ ਆ। ਚੌਥੀ ਗੱਲ ਮੈਂ ਸਮਝਦਾ ਵੀ ਹਰ ਗੱਲ ਦਾ ਇੱਕ ਸਿੰਪਟਮ ਹੁੰਦਾ, ਇੱਕ ਰੂਟ ਕਾਜ਼ ਹੁੰਦਾ। ਇਹ ਸਿੰਪਟੋਮੈਟਿਕ ਹੈ, ਸਿੰਪਟਮ ਨਿਸ਼ਾਨ ਜਿਹੜੇ ਦਿਖਦੇ ਆ, ਪਰ ਉਹਦੀ ਅਸਲੀ ਕਾਰਨ ਕੀ ਆ? ਕਾਰਨ ਰੂਟ ਕਾਜ਼ ਇਹ ਆ ਵੀ ਸਾਨੂੰ ਗੁਰਬਾਣੀ ਦੀ ਗ੍ਰਾਸਪ ਨਹੀਂ ਹੈ, ਸਾਨੂੰ ਆਪ ਵੀ ਬਹੁਤਿਆਂ ਨੂੰ ਨਹੀਂ ਪਤਾ, ਤੇ ਗਾਂ ਲੋਕਾਂ ਨੂੰ ਜਿਸ ਢੰਗ ਨਾਲ ਸ਼ਿਵਤੇਜ ਸਿੰਘ ਜੀ ਨੇ ਸਮਝਾਇਆ, ਉਸ ਢੰਗ ਨਾਲ ਸਿੰਪਲੀਫਾਈ ਕਰਕੇ ਦਲੀਲ ਨਾਲ ਔਰ ਇੰਟਰਕਨੈਕਟ ਕਰਕੇ ਜੇ ਦੱਸਿਆ ਜਾਵੇ ਤੇ ਉਹ ਕਾਮਯਾਬ ਬਿਲਕੁਲ ਹੋ ਜੂ। ਕਿਉਂਕਿ ਮੈਂ ਜਿੰਨੇ ਨਾਲ ਗੱਲ ਕਰਦਾ, ਮੇਰੀ ਤਾਂ ਕਈ ਗੁਰਦੁਆਰੇ ਦੋ ਮੇਰੇ ਮਿੱਤਰ ਨੇ, ਉੱਥੇ ਮੇਰੇ ਤੋਂ ਕਿਹਾ ਜਾਂਦਾ ਜਦੋਂ ਗਿਆ ਹੋਵਾਂ ਤਾਂ ਮੈਂ ਸਪਸ਼ਟ ਕਹਿ ਦਿੰਦਾ ਜਿੱਦਾਂ ਤੁਸੀਂ ਕਹਿੰਦੇ ਹੋ, ਕਹਿੰਦੇ ਨੇ ਲੋਕਾਂ ਨੂੰ ਦੱਸਣਾ ਚਾਹੀਦਾ ਪਰ ਪ੍ਰੇਮ ਨਾਲ ਵੀ ਆਹ ਗੱਲ ਦੀ ਲੋੜ ਹੈ। ਸੋ ਇਸ ਲਈ ਸਾਡਾ ਜਿਹੜਾ ਉੱਥੇ ਰੂਟ ਕਾਜ਼ ਹੈ, ਸਾਡਾ ਆਪਣਾ ਇੰਟਰਪ੍ਰੀਟੇਸ਼ਨ ਤੇ ਆਪਣੇ 'ਚ ਘਾਟ ਹੈ ਔਰ ਅਸੀਂ ਉਹਨੂੰ ਤੁਰ ਤੱਕ ਲਿਜਾ ਨਹੀਂ ਸਕੇ। ਦੂਜਾ, ਅਸੀਂ ਇਹਦੇ ਲਈ ਜ਼ਿੰਮੇਵਾਰ ਕਿਹੜਾ? ਮੈਨੂੰ ਹੋਰ ਕਈ ਵਾਰ ਇਹ ਵੀ ਲੱਗਣ ਲੱਗ ਜਾਂਦਾ ਬਈ ਛਾਤਰ ਬਿਲਕੁਲ ਸ਼ਿਵਤੇਜ ਸੋਹਣੀ ਠੀਕ ਕਿਹਾ, ਹਿੱਟ ਔਨ ਦ ਨੇਲ ਔਨ ਦ ਹੈਡ। ਜਿਹੜਾ ਕਾਜ਼ ਹੈ ਐਟ ਪ੍ਰੈਜ਼ੈਂਟ, ਮੈਂ ਐਟ ਪ੍ਰੈਜ਼ੈਂਟ ਦੀ ਗੱਲ ਕਰਦਾ, ਉਹ ਕੋਈ ਵੀ ਪਾਵਤ ਜਿਹੜਾ ਹੈਗਾ ਉਹ ਇਉਂ ਹੀ ਕਰਦਾ ਹਿੰਦੁਸਤਾਨ 'ਚ। ਇਹ ਟਾਈਮ ਤੋਂ ਜਦੋਂ ਤੋਂ ਆਪਾਂ ਲੈ ਲਈਏ ਗੁਰੂ ਸਾਹਿਬ ਤੋਂ, ਗੁਰੂ ਨਾਨਕ ਜੀ ਤੋਂ, ਇਹ ਜਿਹੜਾ ਪੈਰਲ ਕੰਮ 'ਚ ਇਸ ਕਰਕੇ ਚੱਲ ਪਿਆ ਵੀ ਰਾਜ ਕਰਦੀ ਜਮਾਤ ਜਿਹੜੀ ਆ ਉਹਨੂੰ ਫਿੱਟ ਨਹੀਂ ਆਉਂਦਾ। ਅੱਜ ਸਭ ਤੋਂ ਵੱਧ ਰੂਟ ਕਾਜ਼ ਮੈਂ ਸਮਝਦਾ ਅੱਜ ਦੀ ਸਰਕਾਰ ਹੈ, ਮੈਂ ਉਹ ਭਲੀ ਕਹਿੰਦਾ, ਕਿਉਂਕਿ ਜਿੱਥੇ ਹੁਣ ਬਹੁਤਾ ਬੜਾ ਫੈਲਾਇਆ ਜਾ ਰਿਹਾ, ਮੈਂ ਉਹਨਾਂ ਨਾਲ ਸਹਿਮਤ ਹਾਂ ਵੀ ਇਹ ਨਹੀਂ ਵੀ ਈਸਾਈ ਬਣਾਏ ਨਹੀਂ ਜਾ ਰਹੇ, ਮੈਨੂੰ ਪਤਾ ਕਰ ਰਹੇ ਆ, ਪਰ 12,000 ਇੱਕ ਲਵਿਆ ਜਿਹੜਾ ਸਕੂਲ ਹੈ ਪੰਜਾਬ 'ਚ, ਉਹ ਕੀ ਕਰ ਰਿਹਾ? ਉਹਦੇ ਵੱਲ ਕਦੇ ਧਿਆਨ ਦਿੱਤਾ? ਉਹ ਤੋਂ ਸਾਨੂੰ ਇਗਨੋਰ ਕਰ ਰਹੇ ਆ। ਦੂਜੇ ਪਾਸੇ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ ਬਈ ਈਸਾਈਆਂ ਵੱਲ ਹੋ ਜਾਓ, ਸਾਡੇ ਵੱਲ ਧਿਆਨ ਨਾ ਜਾਵੇ। ਸਾਨੂੰ ਉਧਰ ਵੀ ਧਿਆਨ ਦੇਣ ਦੀ ਲੋੜ ਹੈ। ਇੱਥੇ ਉਹਨਾਂ ਦੀਆਂ ਬ੍ਰਾਂਚਿਸ ਕੀ ਕਰ ਰਹੀਆਂ, ਜਿਹੜੇ ਉਹ ਇੱਥੇ ਸ਼ਾਖਾ ਲਾਉਂਦੇ ਆ, ਉਹਨਾਂ 'ਚ ਕਿੱਸੇ ਜਿਹੜੇ ਸੁਣਾਉਂਦੇ ਆ, ਬਰਤਾਂਤ ਸੁਣਾਉਂਦੇ ਆ, ਉਹ ਕਦੇ ਸੁਣੋ ਤੁਸੀਂ ਹੈਰਾਨ ਰਹਿ ਜਾਓਗੇ ਸਿੱਖਾਂ ਬਾਰੇ ਵੀ। ਸੋ ਮੇਰਾ ਮਤਲਬ ਵੀ ਸਾਨੂੰ ਰੂਟ ਕਾਜ਼, ਸਿੰਪਟਮ, ਉਹਨੂੰ ਫੇਸ ਕਿਵੇਂ ਕਰਨਾ, ਇਹਦੀ ਬਹੁਤ ਜ਼ਿਆਦਾ ਲੋੜ ਹੈ। ਔਰ ਇੱਥੇ ਜਿਹੜੀ ਲਾਸਟਲੀ ਮੈਂ ਇਹ ਬਿਲਕੁਲ ਕਹਿਣਾ ਚਾਹੁੰਦਾ ਵੀ ਇੱਥੇ ਵੀ ਸਾਨੂੰ ਜਿਹੜੇ ਆਪਣੀ ਪੜ੍ਹਾਈ ਵੀ ਕਰਨੀ ਚਾਹੀਦੀ ਹੈ, ਦੂਜਿਆਂ ਨੂੰ ਸਮਝਾਉਣ ਦਾ ਯਤਨ ਵੀ ਕਰਨਾ ਚਾਹੀਦਾ ਔਰ ਆਪ ਵੀ ਪਹਿਲ ਕਦਮੀ ਕਰਨੀ ਚਾਹੀਦੀ, ਦੂਜੇ ਤੇ ਨਹੀਂ ਛੱਡਣਾ ਚਾਹੀਦਾ। ਔਰ ਕਈ ਵਾਰੀ ਸਾਡੇ ਵਿੱਚ ਇਹੋ ਜਿਹੇ ਐਂਟਰੀਆਂ ਆ ਜਾਂਦੀਆਂ ਲੋਕਾਂ ਦੀਆਂ ਜਿਹੜੇ ਤੁਹਾਡੇ ਨਾਲ ਮਿਲ ਕੇ ਗੁੰਮਰਾਹ ਕਰ ਰਹੇ ਆ। ਕਿਉਂਕਿ ਮੈਂ ਦੱਸ ਸਕਦਾ ਵੀ ਚਲੋ ਮੈਂ ਹੁਣ ਆਪਣੇ ਜਿਹੜੀ ਰੀਸੈਂਟ ਕੰਮ ਚੱਲ ਰਿਹਾ ਵੀ ਜੇ ਸ਼੍ਰੋਮਣੀ ਕਮੇਟੀ ਦੀ ਇੱਕ ਟੀਮ ਆਈ ਹੋਈ ਆ, ਉਹ ਕਹਿੰਦੇ ਜੀ ਬੀੜਾਂ ਬਾਹਰ ਛਾਪਣੀਆਂ ਕਿ ਨਹੀਂ ਛਾਪਣੀਆਂ, ਉਹ ਤਾਂ ਮੁੱਦਾ ਇੱਕ ਛੋਟਾ ਆ, ਉਹਦੇ ਨਾਲ 3-4 ਹੋਰ ਬੜੇ ਆਪਾਂ ਜੁੜਾ ਡਿਸਕਸ ਕਰਾਂਗੇ। ਜੇ ਉਸ ਬੀੜ ਨੂੰ ਛਪਾਉਣ ਲਈ ਐਡਾ ਝਗੜਾ ਹੋ ਗਿਆ ਤੇ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਐਕਸਪੋਰਟ ਹੈ, ਜੇ ਉਹਦੇ ਵਿੱਚ ਬਾਕਾਇਦਾ ਸੱਦ ਕੇ ਕੁਝ ਬੰਦਿਆਂ ਨੂੰ ਸਰੋਪੇ ਦਿੱਤੇ ਜਾਂਦੇ ਆ ਹਾਕਮਾਂ ਦਿਆਂ ਨੂੰ, ਤਾਂ ਤੁਸੀਂ ਕੀ ਸਮਝਦੇ ਹੋ ਕਿੱਧਰ ਨੂੰ? ਮੇਰਾ ਮਤਲਬ ਇਹ ਨਹੀਂ ਕਿ ਉਹਨਾਂ ਨਾਲ ਲੜਨਾ ਜਾ ਕੇ, ਉਹਨਾਂ ਨਾਲ ਵੀ ਡਾਇਲੋਗ ਕਰਨ ਦੀ ਲੋੜ ਹੈ, ਜਿਹੜੇ ਕਦੇ ਬਹੁਤ ਵਧੀਆ ਢੰਗ ਨਾਲ ਚੱਲਦੇ ਹੁੰਦੇ। ਸੋ ਮੇਰਾ ਭਾਵ ਇਹ ਆ, ਅਸੀਂ ਉਹਨੂੰ ਰੂਟ ਕਾਜ਼ ਸਮਝੀਏ, ਸਿੰਪਟਮ ਸਮਝੀਏ, ਉਹਨਾਂ ਨੂੰ ਹੱਲ ਕਿਵੇਂ ਕਰਨਾ ਜੁਦੀ ਗੱਲ ਹੈ। ਸਿੰਪਟਮ ਦੀ ਗੱਲ ਹੋਰ ਹੈ, ਜਿਹੜਾ ਰੂਟ ਕਾਜ਼ ਹੈ ਉਹਨਾਂ ਲਈ ਫੇਸ ਕਰਨਾ ਜਿਹੜਾ ਉਹ ਇੱਕ ਡਿਫਰੈਂਟ ਐਂਗਲ ਹੈ। ਹਾਂ, ਉਹਦੇ ਲਈ ਥਿਓਲੋਜੀ ਤੁਹਾਨੂੰ ਆਪਣਾ ਪਤਾ ਚਾਹੀਦਾ ਔਰ ਜ਼ਰੂਰ ਕਰਨਾ ਚਾਹੀਦਾ। ਔਰ ਮੈਂ ਨਾਲ ਇਹ ਕਹਿਣਾ ਜ਼ਰੂਰ ਵੀ ਸ਼ਿਵਤੇਜ ਸਿੰਘ ਜਿਹੜੀ ਤੁਸੀਂ ਗੱਲ ਕਹੀ ਆ
ਜਿਸ ਢੰਗ ਨਾਲ ਤੁਸੀਂ ਪ੍ਰੈਜ਼ੈਂਟ ਕੀਤਾ, ਮੈਂ ਸਮਝਦਾ ਵੀ ਜਿੱਥੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਮੈਂ ਉਹਦੇ ਨਾਲ ਸਹਿਮਤ ਹਾਂ। ਮੈਂ ਤੁਹਾਨੂੰ ਉੱਥੇ ਬੰਦੇ ਵੀ ਕੁਝ ਦੱਸ ਦੂੰਗਾ ਇੰਡੀਆ 'ਚ। ਉਹ ਇੱਥੇ ਵੀ ਜੇ ਅਸੀਂ ਪੈਂਫਲੇਟ ਚਾਹੇ 10, 15, 20, 25 ਸਫ਼ੇ ਦੇ ਆ, ਉਹ ਵੀ ਲੋੜ ਹੈ ਲੋਕਾਂ ਵਿੱਚ ਸਿੰਪਲੀਫਾਈ ਢੰਗ ਨਾਲ ਕਰਕੇ ਦੱਸਣ ਦੀ। ਜਿਵੇਂ ਤੁਸੀਂ ਬਹੁਤ ਵਧੀਆ ਲੌਜੀਕਲ ਦੱਸਿਆ ਵੀ ਅਸੀਂ, ਮੈਂ ਤਾਂ ਕਹਿ ਦਿੰਦਾ ਵੀ ਭਾਈ ਤੁਸੀਂ ਦਰਬਾਰ ਸਾਹਿਬ ਜਾਣਾ ਤੇ ਪਹਿਲਾਂ ਤਾਂ ਜਿਹੜਾ ਤੁਹਾਡੇ ਪਿੰਡ ਦਰਬਾਰ ਸਾਹਿਬ ਉੱਤੇ ਹੈਗਾ, ਉਹ ਬਾਣੀ ਉਹਨੂੰ ਵੀ ਕਦੇ ਮੱਥਾ ਟੇਕ ਕੇ ਮੰਨਿਆ ਵੀ ਇੱਥੇ ਮੈਂ ਚੱਲਣਾ। ਮੇਰਾ ਭਾਵ ਸਾਰਾ ਕਹਿਣ ਦਾ ਇਹ ਆ ਵੀ ਅਸੀਂ ਜੇ ਉਦਾਂ ਦਾ ਇੱਥੇ ਲਿਖਤੀ ਤੌਰ ਤੇ ਵੀ ਦਿਆ ਕਰੀਏ ਜਾਂ ਛੋਟੇ ਛੋਟੇ ਕਿਤਾਬ 'ਚ, ਉਹ ਅਸੀਂ ਉਹ 'ਚ ਵੀ ਕਾਮਯਾਬ ਹੋਣਾ ਚਾਹੀਦਾ, ਕਾਮਯਾਬ ਹੋ ਸਕਦੇ ਹਾਂ। ਉਹਦੇ ਵਿੱਚ ਵੀ ਮੈਂ ਚਾਹੂੰਗਾ ਵੀ ਤੁਸੀਂ ਜਾਂ ਕੁਝ ਹੋਰ ਬੰਦੇ ਰਲ ਕੇ, ਮੈਂ ਵੀ ਵਿੱਚ ਸ਼ਾਮਲ ਹਾਂ, ਮੈਂ ਬਾਹਰ ਨਹੀਂ ਆਪਣੇ ਆਪ ਨੂੰ ਕਰਦਾ, ਜਿੱਥੇ ਕਹੋਗੇ ਮੈਂ ਨਾਲ ਹਾਂ, ਜਿੰਨਾ ਹੋ ਸਕਦਾ ਜ਼ਰੂਰ ਕਰੂੰਗਾ ਵੀ ਅਸੀਂ ਇਹ ਰਲ ਕੇ ਸਾਰਾ ਕੁਝ ਕੰਮ ਕਰੀਏ। ਬਿਲਕੁਲ ਸੂਬੇਦਾਰ ਸਾਹਿਬ ਨੇ ਬਿਲਕੁਲ ਠੀਕ ਕੀਤਾ, ਚਾਹੇ ਆਪਾਂ ਇੱਥੇ ਵੀਡੀਓ ਤੇ ਕਰੀਏ, ਰੇਡੀਓ ਤੇ ਕਰੀਏ, ਲਿਖ ਕੇ ਵੀ ਕਰਨਾ ਚਾਹੀਦਾ। ਲੋਕ ਪੜ੍ਹਦੇ ਨੇ, ਕਰਦੇ ਨੇ, ਪਰ ਇੱਥੇ ਹੁਣ ਨਾਲ ਹੀ ਲਾਸਟਲੀ ਜਿਹੜਾ ਯਹੋਵਾ ਵਿਟਨੈਸ ਹੈ, ਉਹਦਾ ਸਿੰਪਟਮ ਹੈਗਾ, ਰੂਟ ਕਾਜ਼ ਕੀ ਆ ਉਹ ਨਹੀਂ ਕਦੇ ਆਪਾਂ ਦੇਖਿਆ। ਉਹ ਕਿਹੜੀਆਂ ਔਰਤਾਂ ਜਿਹੜੀਆਂ ਜਾਂਦੀਆਂ, ਆਪਣੀਆਂ ਔਰਤਾਂ ਨੇ, ਕੀ ਉਹਨਾਂ ਚੋਂ ਘਰੋਂ ਵਾਈਫ ਬੈਟਰਿੰਗ ਹੈ, ਕੱਲੀਆਂ ਨੇ, ਉਹਨਾਂ ਦਾ ਡਿਵੋਰਸ ਹੋ ਗਿਆ, ਜਾਂ ਕੀ ਇਸ਼ੂਜ਼ ਨੇ। ਇਸ਼ੂਜ਼ ਹੈਗੇ ਨੇ ਕੁਝ ਹੱਦ ਤੱਕ ਮੈਨੂੰ ਪਤਾ, ਪਰ ਇਹ ਸਾਰਿਆਂ ਦੇ ਸਮੁੱਚੇ ਇੱਕ ਸਿਰ ਜੋੜ ਕੇ ਕਰਨ ਦੀ ਲੋੜ ਹੈ। ਮਤਲਬ ਮਲਟੀ ਪ੍ਰੋਂਗਡ ਅਪਰੋਚ ਹੈ, ਪਰ ਕੱਲਾ ਕੱਲਾ ਲੈ ਕੇ ਇਸ਼ੂ ਸਾਨੂੰ ਲੌਜੀਕਲੀ ਉੱਤੇ ਗੱਲ ਕਰਨੀ ਚਾਹੀਦੀ ਹੈ। ਬਹੁਤ ਤੁਹਾਡਾ ਧੰਨਵਾਦ ਸ਼ਿਵਤੇਜ ਸਿੰਘ ਜੀ, ਬਹੁਤ ਕਮਾਲ, ਬਹੁਤ ਵਧੀਆ। ਥੈਂਕ ਯੂ, ਧੰਨਵਾਦ ਜੀ। ਹਰਜਿੰਦਰ ਸਿੰਘ ਜੀ ਤੁਸੀਂ ਰੇਜ਼ ਕੀਤਾ ਹੋਇਆ, ਪਲੀਜ਼ ਅਨਮਿਊਟ ਕਰ ਲਓ ਜੀ, ਅਨਮਿਊਟ ਕਰ ਲਓ ਜੀ ਪਲੀਜ਼। ਹਾਂਜੀ ਹਾਂਜੀ ਸਰ ਜੀ, ਬਹੁਤ ਅੱਛਾ ਪ੍ਰੋਗਰਾਮ ਲੱਗਿਆ, ਬਹੁਤ ਅੱਛੀ ਜਾਣਕਾਰੀ ਦਿੱਤੀ ਹੈ। ਭਾਵੇਂ ਜਾਣਕਾਰੀ ਨਵੀਂ ਨਹੀਂ ਹੈ, ਕਾਫੀ ਦੇਰ ਤੋਂ ਇਹ ਵਿਸ਼ਿਆਂ ਪਰ ਗੱਲਬਾਤ ਹੋ ਰਹੀ ਹੈ। ਸਿੱਖ ਧਰਮ ਨੂੰ ਬਹੁਤ ਢਾਲ ਲਗਾਈ ਜਾ ਰਹੀ ਹੈ, ਪਰ ਇਹ ਹਰ ਧਰਮ ਵਿੱਚ, ਹਰ ਮੇਜਰ ਧਰਮ ਵਿੱਚ ਇੱਦਾਂ ਦੀਆਂ ਪ੍ਰੋਬਲਮਾਂ ਹਨ। ਇਹ ਕੋਈ ਸਿੱਖੀ ਵਿੱਚ ਨਵੀਂ ਨਹੀਂ, ਪਰ ਸਿੱਖੀ ਨੂੰ ਖਤਰਾ ਇਹ ਹੈ ਕਿ ਇੱਕ ਨਵੀਨਤਮ ਧਰਮ ਔਰ ਬੜੀ ਘੱਟ ਆਬਾਦੀ ਹੈ ਸਿੱਖ ਧਰਮ ਵਿੱਚ ਲੋਕਾਂ ਦੀ, ਤੇ ਇਹਨੂੰ ਬਹੁਤ ਖਤਰਾ ਹੈ। ਇੱਕ ਤੇ ਗੌਰਮੈਂਟ ਵਾਲੇ ਪਾਸੋਂ ਖਤਰਾ ਹੈ, ਔਰ ਦੂਜਾ ਜਿਹੜੇ ਸਾਡੇ ਸੰਪਰਦਾਇ ਜਾਂ ਡੇਰੇ ਨੇ ਇਹਨਾਂ ਵੱਲੋਂ ਵੀ ਖਤਰਾ। ਭਾਵੇਂ ਆਪਣੇ ਤਰਫੋਂ ਇਹ ਬਹੁਤ ਮੋਰ ਲਾਇਲ ਦੈਨ ਦੀ ਕਿੰਗ ਬਣ ਰਹੇ ਨੇ, ਬਟ really they are very dangerous for the future of the Sikhi. So ਮੇਰੀ ਤੁਛ ਬੁੱਧੀ ਦੇ ਅਨੁਸਾਰ ਸਰ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਜਲਦੀ ਮਸਲਾ ਹੱਲ ਨਹੀਂ ਹੋਣਾ। ਇਟ ਵਿਲ ਟੇਕ ਡਿਕੇਡਸ ਟੂਗੇਦਰ। ਇਤਨੀ ਜਿਹੜੀ ਸਾਡਾ ਸੀਨੀਅਰ ਤਬਕਾ ਹੈ, ਪੁਰਾਣਾ ਧੜਾ ਹੈ, ਉਹ ਇਤਨਾ ਕੱਟੜ ਹੋ ਚੁੱਕਾ ਹੈ ਕਿ ਉਹ ਦੂਜੇ ਦੀ ਗੱਲ, ਰੀਜ਼ਨਿੰਗ ਵਾਲੀ ਗੱਲ ਸੁਣਨੇ ਨਹੀਂ ਚਾਹੁੰਦੇ। ਉਹ ਇਹਦੇ ਲਈ ਸਾਨੂੰ ਅਜੇ ਉਪਰਾਲੇ ਕਰਨੇ ਚਾਹੀਦੇ ਨੇ ਕਿ ਨਵੀਂ ਜਨਰੇਸ਼ਨ ਜਿਹੜੀ ਹੈ ਉਹਨੂੰ ਤਿਆਰ ਕੀਤਾ ਜਾਏ। ਇਸ ਸਿੱਖੀ ਦੇ ਜਿਹੜੇ ਮਿਸ਼ਨ ਨੂੰ, ਸਿੱਖੀ ਦਾ ਜਿਹੜਾ ਸਾਇੰਟੀਫਿਕ ਤਰੀਕਾਕਾਰ ਹੈ, ਇੱਕ ਜਿਹੜਾ ਰੀਅਲੀ ਇੱਕ ਸਾਇੰਟੀਫਿਕ ਧਰਮ ਹੈ, ਇਸ ਨੂੰ ਸਾਨੂੰ ਥਰੂ ਐਜੂਕੇਸ਼ਨ ਇੰਸਟੀਟਿਊਸ਼ਨਸ ਜਾਂ ਆਪਣੇ ਖੋਲੇ ਜਾਣ ਜਾਂ ਕੋਈ ਤਰੀਕਾ ਕਰਕੇ ਇਤਨੀ ਨਜ਼ਰ ਰੱਖੀ ਜਾਏ ਕਿ ਜਿਹੜੀ ਸਾਡੀਆਂ ਕਮਿੰਗ ਜਨਰੇਸ਼ਨਸ ਹਨ, ਇਟ ਮੇ ਟੇਕ ਅਨਦਰ 20, 30 ਔਰ 50 ਈਅਰਸ ਆਲਸੋ, ਤੇ ਤਾਂ ਇਹ ਬਚ ਸਕਦਾ ਹੈ। ਕਿਉਂ ਕਿ ਇਤਨੇ ਛੇਤੀ ਇਹ ਬਚਣ ਵਾਲਾ ਨਹੀਂ, ਇਹ ਬੁੱਢਾ ਦਲ ਇੰਨੀ ਜਲਦੀ ਜਾਣ ਵਾਲਾ ਨਹੀਂ। ਇਸ ਨੂੰ ਕੈਪਚਰ, ਤੁਸੀਂ ਯੰਗ ਤਬਕੇ ਨੂੰ ਕੈਪਚਰ ਕਰੋ, ਉਹਨਾਂ ਵਿੱਚ ਇਹ ਚੀਜ਼ਾਂ ਦੱਸੋ ਕਿ ਵੀ ਸਾਡੇ ਸਿੱਖੀ ਕਹਿੰਦੀ ਕੀ ਹੈ, ਬੇਸਿਕਲੀ ਸਿੱਖ ਸਿਧਾਂਤ ਹੈ ਕੀ ਹੈ, ਔਰ ਕਿਹੜੇ ਪਾਸੇ ਸਾਨੂੰ ਲਿਜਾਇਆ ਜਾ ਰਿਹਾ। ਤੋ ਆਈ ਥਿੰਕ ਦੈਟ ਵਿਲ ਬੀ ਦ ਬੈਸਟ ਅਪਰੋਚ ਕਿ ਅਸੀਂ ਫਿਊਚਰ ਜਨਰੇਸ਼ਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਤਿਆਰ ਕਰੀਏ, ਤੇ ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਜਿਹੜੇ ਅਗਲੇ 20-30 ਸਾਲਾਂ ਵਿੱਚ ਇਹ ਪੁਰਾਣੇ ਜਿਹੜੀ ਹੈ ਬੁੱਢੇ ਦਲ ਦੀ ਪਕੜ ਜਿਹੜੀ ਹੈ ਇਹ ਘਟ ਸਕੇ। ਦੈਟ ਵਾਸ ਆਲ ਆਈ ਹੈਡ ਟੂ ਸੇ ਸਰ। ਥੈਂਕ ਯੂ ਵੈਰੀ ਮਚ। ਥੈਂਕ ਯੂ, ਥੈਂਕਸ। ਹਾਂਜੀ, ਇਹਦੇ ਵਿੱਚ ਮੈਂ ਇਹ ਰਿਕੁਐਸਟ ਕਰਾਂਗਾ ਵੀ ਜੋ ਅਸੀਂ ਲੈ ਕੇ ਚੱਲੇ ਆ ਨਾ ਸਿਸਟਮ ਆਪਣਾ, ਉਹ ਕੀ ਕਰ ਰਹੇ ਨੇ, ਅਸੀਂ ਉਹਨਾਂ ਨਾਲ ਨਹੀਂ ਉਲਝਣਾ। ਉਹਦੇ ਲਈ ਸਾਡੇ ਕੋਲ ਪਹਿਲਾਂ ਸਾਡੇ ਬਹੁਤ ਸਾਰੇ ਐਸੇ ਯੋਧੇ ਨੇ ਜਿਹੜੇ ਚੱਲ ਰਹੇ ਨੇ, ਜਿਹੜੇ ਉਹਨਾਂ ਨਾਲ ਫਾਈਟ ਲੜ ਰਹੇ ਆ, ਪਰ ਅਸੀਂ ਆਮ ਪਬਲਿਕ ਦੇ ਵਿੱਚ ਪਹੁੰਚ ਕੇ ਆਪਣਾ ਕੰਮ ਕਿਵੇਂ ਕਰਨਾ, ਸਾਡੀ ਉਹ ਪਾਲਿਸੀ ਹੈ। ਜੇ ਅਸੀਂ ਉਹਨਾਂ ਨਾਲ ਉਲਝ ਗਏ, ਜਿਹੜੇ ਪਹਿਲੇ ਜਿਹਨਾਂ ਦੀ ਪਕੜ ਬਣੀ ਹੋਈ ਹੈ, ਤੇ ਫਿਰ ਜਿਹੜਾ ਵਾ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ ਆਪਣੇ ਕੰਮ ਦੇ ਵਿੱਚ। ਇਸ ਲਈ ਜਿਹੜੇ ਉਹਨਾਂ ਨਾਲ ਲੱਗੇ ਹੋਏ ਨੇ, ਜਿਨ੍ਹਾਂ ਦੀ ਫਾਈਟ ਚੱਲ ਰਹੀ ਹੈ, ਚਾਹੇ ਉਹ ਪ੍ਰਚਾਰਕ ਸ਼੍ਰੇਣੀ ਹੈ, ਬਹੁਤ ਸਾਰੇ ਪ੍ਰਚਾਰਕ ਨੇ ਜਿਨ੍ਹਾਂ ਦੀ ਬੜੀ ਤਗੜੀ ਫਾਈਟ ਹੈ ਉਹਨਾਂ ਲੋਕਾਂ ਨਾਲ ਚੱਲ ਰਹੀ ਹੈ, ਜਿਨ੍ਹਾਂ ਵਿੱਚੋਂ ਮੈਂ ਜ਼ਿਕਰ ਕੀਤਾ ਹੈ ਸਰਬਜੀਤ ਸਿੰਘ ਧੁੰਦਾ ਹੈ, ਹਰਜਿੰਦਰ ਸਿੰਘ ਸਭਰਾ ਹੈ, ਇਸ ਤਰ੍ਹਾਂ ਨੇ, ਜਾਂ ਪ੍ਰੋਫੈਸਰ ਸਾਹਿਬ ਹੋਣਾ ਦਾ ਜ਼ਿਕਰ ਹੈ।
ਜਾਂ ਸਰਦਾਰ ਗੁਰਤੇਜ ਸਿੰਘ ਜੀ ਹੈ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਹੈ, ਹੋਰ ਵੀ ਬਹੁਤ ਸਾਰੇ ਐਸੇ ਨੇ, ਉਹ ਚੱਲ ਰਹੇ ਨੇ। ਜਿਹੜਾ ਅਸੀਂ ਕਰਨ ਲੱਗੇ ਹਾਂ, ਅਸੀਂ ਇਹ ਕਰਨ ਲੱਗੇ ਵੀ ਜਿਹੜੇ ਲੋਕ ਪਿੰਡਾਂ ਦੇ ਵਿੱਚ ਨੇ, ਮੁਹੱਲਿਆਂ ਵਿੱਚ ਨੇ, ਉਹਨਾਂ ਦੇ ਨਾਲ ਕਿਸੇ ਤਰੀਕੇ ਨਾਲ ਅਸੀਂ ਆਪਣਾ ਰਾਸਤਾ ਕਾਇਮ ਕਰੀਏ। ਉਹਨਾਂ ਨੂੰ ਅਸੀਂ ਜਿਹੜੀ ਗਰਾਊਂਡ ਜਿਹੜੀ ਅਸੀਂ ਉਹ ਤਿਆਰ ਕਰਨੀ ਹੈ, ਤਾਂ ਕਿ ਉਹ ਜਿਹੜੇ ਦੂਜੇ ਨੇ ਉਹਨਾਂ ਦੀ ਉਹ ਫਾਈਟ ਜਿਹੜੀ ਉਧਰ ਚੱਲਦੀ ਰਹੇ, ਉਹ ਆਪਣਾ ਕੰਮ ਕਰੀ ਜਾਣ, ਅਸੀਂ ਆਪਣਾ ਕੰਮ ਕਰੀ ਜਾਈਏ। ਅਸੀਂ ਇਹ ਚਾਹੁੰਦੇ ਹਾਂ, ਅਸੀਂ ਜਿਸ ਤਰ੍ਹਾਂ ਇੱਕ ਵਾਰ ਨਾ ਇੱਕ ਪ੍ਰਚਾਰਕ ਨੇ ਗੱਲ ਕਹੀ ਸੀ, ਉਹ ਕਹਿੰਦਾ ਕਿ ਅਸੀਂ ਕਬਰਾਂ ਢਾਉਣੀਆਂ ਨਹੀਂ ਆ, ਅਸੀਂ ਲੋਕਾਂ ਦੇ ਦਿਲਾਂ ਵਿੱਚੋਂ ਕਬਰਾਂ ਖਤਮ ਕਰਨੀਆਂ, ਤਾਂ ਕਿ ਲੋਕ ਉਹਨਾਂ ਕਬਰਾਂ ਨੂੰ ਢਾਉਣ। ਜਦੋਂ ਅਸੀਂ ਕਬਰਾਂ ਢਾਵਾਂਗੇ ਤੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਸਾਡੇ ਨਾਲ ਸਿੱਧੀ ਫਾਈਟ ਲੜਨੀ। ਉਸ ਪਾਲਿਸੀ ਨੂੰ ਲੈ ਕੇ ਜਿਹੜਾ ਵਾ ਮੈਂ ਜਿਹੜਾ ਸਟੈਪ ਪੱਟਿਆ ਹੋਇਆ ਵਾ, ਮੈਂ ਅਜੇ ਬਹੁਤ ਘੱਟ ਕਿਸੇ ਨਾਲ ਸ਼ੇਅਰ ਕਰਦਾ ਵਾਂ, ਕਿਉਂਕਿ ਮੈਨੂੰ ਪਤਾ ਵਾ ਕਈ ਸਾਲਾਂ ਤੋਂ ਮੈਂ ਜਾਣਦਾ ਵਾਂ ਇਸ ਸੰਸਥਾ ਨੂੰ, ਤੁਹਾਨੂੰ ਸਾਰੇ ਜਿੰਨੇ ਆਪਾਂ ਹੈਗੇ ਆ ਪਰਿਵਾਰ ਹੈ, ਕਿ ਜਿਹੜੀ ਸਾਡੀ ਸੋਚ ਹੈ ਉਹ ਇਹ ਹੈ ਕਿ ਲੋਕ ਉਹਨਾਂ ਨੂੰ ਨਕਾਰ ਦੇਣ। ਅਸੀਂ ਉਹਨਾਂ ਨਾਲ ਲੜਾਈ ਲੜਨ ਦੀ ਬਜਾਏ ਲੋਕ ਨਕਾਰਨ ਉਹਨਾਂ ਨੂੰ, ਉਹ ਆਪੇ ਫਿਨਿਸ਼ ਹੋ ਜਾਣਗੇ, ਖਤਮ ਹੋ ਜਾਣਗੇ। ਜਦੋਂ ਲੋਕਾਂ ਦੇ ਮਨਾਂ ਚੋਂ ਲੱਥ ਗਏ, ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ। ਹਾਂਜੀ ਸਰ, ਆਪਣੇ ਰਣਜੀਤ ਸਿੰਘ ਜੀ, ਤੁਸੀਂ ਕੁਝ ਕਹਿਣ? ਦੋਨੋਂ ਰਣਜੀਤ ਸਿੰਘ ਹੈਗੇ ਆ, ਪਰ ਵਾਰੀ ਲੈ ਲਓ ਜੀ। ਚਲੋ ਹਾਂਜੀ ਕਹਿ ਲਓ। ਹਾਂਜੀ ਤੁਸੀਂ ਕਹਿ ਲਓ ਪਹਿਲਾਂ। ਅੱਛਾ ਜੀ, ਮੇਰਾ ਤਾਂ ਇੱਕ ਛੋਟਾ ਜਿਹਾ ਗਿਆਨੀ ਹੋਣੀ ਬਹੁਤ ਵਧੀਆ, ਹਰ ਇੱਕ ਚੀਜ਼ ਸਾਰੇ ਪਾਸੇ ਇਹਨਾਂ ਨੇ ਕਵਰ ਕੀਤੇ, ਲੇਕਿਨ ਇੱਕ ਛੱਡ ਗਏ, ਮੇਰਾ ਖਿਆਲ ਜਦ ਭੁੱਲ ਗਏ। ਇਹਨਾਂ ਨੇ ਸਾਡੀ ਇੱਕ ਛੋਟੀ ਜਿਹੀ ਕਿਤਾਬ 30-35 ਛੋਟੇ ਸਫ਼ੇ ਵਾਲੀ, ਜਿਹਨੂੰ ਸਿੱਖ ਰਹਿਤ ਮਰਜ਼ਾਦਾ ਕਹਿੰਦੇ ਨੇ, ਗ੍ਰੰਥਾਂ ਦੀ ਇਹਨਾਂ ਨੇ ਗੱਲ ਕਰ ਦਿੱਤੀ ਕਿ ਉਹ ਮੇਰੇ ਆਪਣੇ ਹਿਸਾਬ ਦੇ ਨਾਲ ਕਿ ਉਹ ਇੱਕ ਬਹੁਤ ਵੱਡਾ ਇੱਕ ਸਾਡੇ ਵਿੱਚ ਰੋੜਾ, ਉਹ ਪਤਾ ਨਹੀਂ ਕਦੋਂ ਕਿੱਥੋਂ ਪੈ ਗਿਆ, ਵੀ ਜਿਹਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਜਿਹਨੂੰ ਸਾਡਾ ਅਸੀਂ ਕਹਿੰਦੇ ਆ ਪਏ ਹਰ ਇੱਕ ਚੀਜ਼ ਸਾਡੀ ਗੁਰੂ ਨੇ ਕਹਿਤਾ, ਗੁਰੂ ਮਾਨਿਓ ਗ੍ਰੰਥ, ਚਲੋ ਕਿਸੇ ਨੇ ਵੀ ਕਹਿਤਾ, ਕਿੱਦਾਂ ਵੀ ਕਹਿਤਾ, ਔਰ ਸਾਡੀ ਉਹੀ ਚੀਜ਼, ਔਰ ਉਹਨੂੰ ਗੁਰਗੱਦੀ ਉਹਨੂੰ ਮਿਲੀ ਹੈ। ਪਰ ਉਹਨੂੰ ਛੱਡ ਕੇ ਉਹਦੀ ਡੇਢ ਬਾਣੀ ਮੇਰੇ ਕੋਲ 1960 ਦੀ ਇੱਕ ਪਈ ਹੈ ਕਾਪੀ ਇਹਦੀ, ਜਿਹਦੇ ਤੇ ਆਨੰਦ ਸਾਹਿਬ ਦੀਆਂ ਸਿਰਫ 5 ਪੌੜੀਆਂ, ਜਪਜੀ ਸਾਹਿਬ ਔਰ ਆਨੰਦ ਸਾਹਿਬ ਦੀਆਂ 5 ਪੌੜੀਆਂ, ਔਰ ਬਾਕੀ ਜਿਹੜਾ ਹੋਰ ਲਟਰਮ ਪਟਰਮ ਹੈ ਉਹ ਤੀਜੇ ਗ੍ਰੰਥ ਦੇ ਵਿੱਚੋਂ ਜਿਹਨਾਂ ਇਹਨਾਂ ਨੇ ਗੱਲ ਕੀਤੀ ਆ, ਔਰ ਅਸੀਂ ਤਕਰੀਬਨ ਪਿਛਲੇ 10 ਸਾਲਾਂ ਤੋਂ ਇੱਥੇ 15 ਤੋਂ ਕਰਦੇ ਆ ਰਹੇ ਆ, ਜਿਹਦੇ ਮੇਰਾ ਖਿਆਲ ਗੁਰਨਾਮ ਸਿੰਘ ਢੇੜਾ ਹੋਣੀ ਜਾਣਦੇ ਹੋਣੇ ਆ, ਇੱਥੇ ਸਾਡੇ ਡਾਂਗਾ ਪੈਂਦੀਆਂ ਰਹਿੰਦੀਆਂ, ਉਸ ਦੇ ਚੀਜ਼ ਦੇ ਪਿੱਛੋਂ ਸਾਨੂੰ ਮੂੰਹ ਬੰਦ ਕਰਨਾ ਪਿਆ। ਇਹਨਾਂ ਨੇ ਉਸ ਗੱਲ ਦੀ ਨਹੀਂ ਕੀਤੀ ਕਿ ਉਹ ਇਹ ਰਹਿਤ ਮਰਜ਼ਾਦਾ ਇਹਦੇ ਚ ਕਿੰਨਾ ਕੁ ਯੋਗਦਾਨ ਹੈ, ਵੀ ਜਿਹੜੇ ਬਾਕੀ ਦੇ ਗ੍ਰੰਥ ਇੱਥੇ ਇਕੱਠੇ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ। ਇਹੋ ਹੀ ਮੇਰਾ ਪੁਆਇੰਟ। ਹਾਂਜੀ, ਜਿਹੜੀ ਗੱਲ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਕੀਤੀ ਹੈ ਜੀ, ਮੈਂ ਉਹਦਾ ਜ਼ਿਕਰ ਇਸੇ ਕਰਕੇ ਨਹੀਂ ਕੀਤਾ ਕਿ ਉਸ ਚੀਜ਼ ਨੂੰ ਅਸੀਂ ਉਹਦੇ ਨਾਲ ਸਹਿਮਤੀ ਨਹੀਂ ਗਏ। ਕੁਛ ਪਤਾ ਕੀ ਹੁੰਦਾ ਵਾ, ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਤੁਹਾਨੂੰ ਪਤਾ ਹੋਏਗਾ ਕਿ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਤੱਕ, ਖਾਸ ਕਰਕੇ ਜਦੋਂ ਤੋਂ ਇਹ ਪ੍ਰੋਫੈਸਰ ਦਰਸ਼ਨ ਸਿੰਘ ਦੀ ਵੀ ਜਿਹੜੀ ਫਾਈਟ ਸ਼ੁਰੂ ਹੋਈ ਸੀ ਨਾ, ਉਹਨਾਂ ਦੀ ਸ਼ੁਰੂਆਤ ਵੀ ਕੀ ਸੀ? ਉਹਨਾਂ ਦੀ ਸ਼ੁਰੂਆਤ ਵੀ ਇਹੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਕਰਨਾ, ਜਿਹੜੀਆਂ ਬਾਣੀਆਂ ਜਿਸ ਤਰ੍ਹਾਂ ਨਿਤਨੇਮ ਦੀਆਂ ਜਾਂ ਦੂਸਰੀਆਂ ਨੇ, ਚਲੋ ਆਪਾਂ ਉਹਨਾਂ ਨੂੰ ਬੈਠ ਕੇ ਪੰਥ ਦੇ ਵਿੱਚ ਮਾਨਤਾ ਦੇ ਦੀ, ਕਿਉਂਕਿ ਇਹ ਹੁੰਦਾ ਵੀ ਇੱਕ ਖਲੋਣ ਦੀ ਜਗ੍ਹਾ ਬਣਾਓ ਪਹਿਲਾਂ। ਜਦੋਂ ਖਲੋਣ ਦੀ ਜਗ੍ਹਾ ਬਣਾ ਲਈ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਲੀਅਰ ਕਰ ਹੀ ਲੈਣਾ, ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਇਹਨਾਂ ਨੇ, ਚਾਹੇ ਨਿਹੰਗ ਜਥੇਬੰਦੀਆਂ, ਟਕਸਾਲਾਂ, ਉਹਨਾਂ ਨੇ ਨਹੀਂ ਬਣਾਈ, ਉਹ ਸਾਡੇ ਵਰਗੇ ਹੀ ਕੋਈ ਵਿਚਾਰਧਾਰਕ ਲੋਕ ਸੀ ਜਿਨ੍ਹਾਂ ਬਣਾਏ ਵੀ ਪਹਿਲਾਂ ਖਲੋਣ ਦੀ ਜਗ੍ਹਾ ਬਣਾ ਲਈਏ, ਬਾਅਦ ਵਿੱਚ ਇਸ ਨੂੰ ਆਪਾਂ ਜਿਹੜਾ ਚੇਂਜ ਕਰ ਲਾਂਗੇ। ਉਦੋਂ ਅਧਿਕਾਰ ਵੀ ਸਾਨੂੰ ਹੀ ਹੈ ਕਿ ਅਸੀਂ ਉਹਨੂੰ ਚੇਂਜ ਕਰ ਲਈਏ। ਦੂਜੀ ਚੀਜ਼ ਇਹ ਹੈ ਕਿ ਸਾਡੀ ਬਹੁਤ ਵੱਡੀ ਫਾਈਟ ਜਿਹੜੀ ਹੈ ਨਾ, ਸ਼ੁਰੂ ਤੋਂ ਲੈ ਕੇ ਡੇਰੇਦਾਰਾਂ ਦੇ ਖਿਲਾਫ ਇਹ ਚੱਲੀ ਹੈ ਕਿ ਵੇਖੋ ਜੀ, ਇਹ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ। ਇਹ ਫਾਈਟ ਬਹੁਤ ਸਾਡੇ ਚੱਲੀ ਆਈ ਹੈ। ਅੱਜ ਜਦੋਂ ਅਸੀਂ ਨਾਮ ਲੈ ਕੇ ਉਹਨੂੰ ਰੱਦ ਕਰਨ ਦੀ ਗੱਲ ਕਰਦੇ ਹਾਂ ਓਪਨਲੀ, ਉਹ ਕਹਿੰਦੇ ਜੀ ਵੇਖਿਆ ਜੀ, ਇਹ ਵੀ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਹੋ ਗਏ। ਸਿੱਖ ਰਹਿਤ ਮਰਿਆਦਾ ਨੂੰ ਅਸੀਂ ਨਹੀਂ ਮੰਨਦੇ। ਮੈਂ ਤਾਂ ਪਹਿਲਾਂ ਜ਼ਿਕਰ ਕੀਤਾ ਵੀ ਓਨਲੀ ਗੁਰੂ ਗ੍ਰੰਥ ਸਾਹਿਬ, ਮੇਰਾ ਨਿਤਨੇਮ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ, ਮੇਰੀ ਅਰਦਾਸ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਹੈ, ਓਨਲੀ ਗੁਰੂ ਗ੍ਰੰਥ ਸਾਹਿਬ। ਤੇ ਜਿਹੜੇ ਘਰ ਵਿੱਚ ਅਸੀਂ ਕਾਰ ਵਿਹਾਰ ਕਰ ਰਹੇ ਨੇ, ਉਹ ਵੀ ਓਨਲੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਹੀ। ਉਹ ਡਾਕੂਮੈਂਟ ਕੋਈ ਇੰਨੀ ਅਹਿਮੀਅਤ ਨਹੀਂ ਰੱਖਦਾ।
ਪਰ ਇਹ ਹੈ ਕਿ ਲੜਾਈ ਸਾਡੀ ਫਿਰ ਜਿਹੜੀ ਹੈ ਨਾ ਉਹ ਟਰੈਕ ਤੋਂ ਦੂਜੇ ਪਾਸੇ ਚਲੇ ਜਾਣੀ ਹੈ। ਇਸ ਕਰਕੇ ਮੈਂ ਮਹਿਸੂਸ ਕਰ ਰਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਆਪਣੀ ਪਕੜ ਬਣਾ ਲਈ, ਇਹ ਚੀਜ਼ ਅਸੀਂ ਇਹ ਤੇ ਆਪੇ ਰੱਦ ਹੋ ਜਾਣੀ ਹੈ, ਖਤਮ ਹੀ ਹੈ। ਸਿੱਖ ਰਹਿਤ ਮਰਿਆਦਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਕੋਈ ਜਾਂ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਉਹ ਤੇ ਉਹਨਾਂ ਨੇ ਇੱਕ ਸਿਸਟਮ ਬਣਾਇਆ ਸੀ ਵੀ ਹਾਂ ਇਸ ਤਰੀਕੇ ਨਾਲ ਤੁਸੀਂ ਆਹ ਕੰਮ ਇਸ ਤਰ੍ਹਾਂ ਕਰ ਲਓ। ਹੁਣ ਅਖੰਡ ਪਾਠ ਸਾਹਿਬ ਮਰਿਆਦਾ ਦਾ ਕੋਈ ਸਿਸਟਮ ਹੀ ਨਹੀਂ ਹੈ, ਪਰ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਉਹਦੀ ਵਿਧੀ ਕੀ ਹੈ, ਆਰੰਭ ਕਰਨ ਦੀ, ਭੋਗ ਦੀ ਵਿਧੀ ਕੀ ਹੈ, ਜਦੋਂ ਕਿ ਗੁਰਮਤਿ ਦਾ ਅਖੰਡ ਪਾਠ ਸਾਹਿਬ ਨਾਲ ਕੋਈ ਸੰਬੰਧ ਨਹੀਂ। ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ। ਅਰਦਾਸ ਦੀ ਪਹਿਲੀ ਪੌੜੀ ਦਾ ਜ਼ਿਕਰ ਹੈ, ਜੇ 5 ਬਾਣੀਆਂ ਵਿੱਚੋਂ ਜਿਹੜੀਆਂ ਦੂਜੀਆਂ ਬਾਣੀਆਂ ਨੇ ਉਹਨਾਂ ਦਾ ਜ਼ਿਕਰ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿਉਂਕਿ ਮੈਂ ਐਕਸੈਪਟ ਕਰ ਲੈਣਾ ਹੁੰਦਾ ਵਾ ਵੀ ਜਿੱਥੇ ਕਿਤੇ ਜਿਹੜੀ ਸੱਚਾਈ ਹੈ ਉਹ ਸਭ ਨੂੰ ਪਤਾ ਹੋਣੀ ਚਾਹੀਦੀ ਹੈ, ਮੈਂ ਉਹਨੂੰ ਐਕਸੈਪਟ ਕਰਾਂ। ਮੈਂ ਇਹ ਗੱਲ ਸਵਾਲ ਕੀਤਾ ਸੀ ਬਾਬੇ ਸੰਤਾ ਸਿੰਘ ਨੂੰ ਵੀ ਤੁਹਾਡੀ ਰਹਿ ਰਾਸ ਬਾਕੀ ਸਾਰਿਆਂ ਨਾਲੋਂ ਲੰਬੀ ਬਹੁਤ ਹੈ। ਟਕਸਾਲ ਵਾਲਿਆਂ ਕੋਲ ਵੀ ਇੱਕ ਬਿੱਤ ਘੱਟ ਆ, ਹਜ਼ੂਰ ਸਾਹਿਬ ਵਾਲਿਆਂ ਕੋਲ ਵੀ ਘੱਟ ਹੈ, ਤੁਹਾਡੇ ਕੋਲ ਸਭ ਤੋਂ ਜ਼ਿਆਦਾ। ਇਹ ਕੀ ਚੀਜ਼ ਹੈ ਵੀ ਇਸ ਤਰ੍ਹਾਂ ਕਿਉਂ ਹੈ? ਉਹਨਾਂ ਨੇ ਜਿਹੜੀ ਗੱਲ ਦੱਸੀ ਉਹ ਕਹਿੰਦੇ ਜੀ 1850 ਤੋਂ ਪਹਿਲਾਂ ਜਿਹੜੇ ਪੁਰਾਣੇ ਗੁਰਸਿੱਖ ਹੁੰਦੇ ਸੀ ਉਹਨਾਂ ਦਾ ਨਿਤਨੇਮ, ਉਹ ਕਹਿੰਦੇ ਜੀ ਸੋਦਰ ਤੋਂ ਲੈ ਕੇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ, ਜਿਹੜੀ ਆਪਾਂ ਪੜ੍ਹਦੇ ਬਾਣੀ, ਉੱਥੋਂ ਤੱਕ ਤੇ ਉਸ ਤੋਂ ਬਾਅਦ ਸੰਪੂਰਨ ਆਨੰਦ ਸਾਹਿਬ ਹੁੰਦਾ ਸੀ। ਕੋਈ ਚੌਪੀ ਨਹੀਂ ਸੀ, ਕੋਈ ਕਬਿਤ ਸਵਈਏ ਨਹੀਂ ਸੀ, ਮੋਹਰੇ ਨਹੀਂ ਸੀ। ਅਜੇ ਕੋ ਆਪ ਪੜ੍ਹਦੇ ਉਹ ਸੰਤਾਂ ਦਾ ਪੂਰਾ ਗਰੁੱਪ ਪੜ੍ਹਦਾ, ਉਹ ਤੇ ਅੱਜ ਵੀ ਪੜ੍ਹਦੇ ਜਿੰਨੇ ਨੇ ਆ ਗਿਆ। ਪਰ ਉਹਦਾ ਕਹਿਣਾ ਸੀ ਕਿ ਉਹ ਨਿਤਨੇਮ ਸਾਰ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਤੋਂ। ਸਵੇਰ ਦਾ ਜਿਹੜੇ 3 ਬਾਣੀਆਂ ਕਿਹੜੀਆਂ, ਉਹ ਕਹਿੰਦੇ ਸੀ ਜਪਜੀ ਸਾਹਿਬ ਪੜ੍ਹਦੇ ਸੀ ਸਿੱਖ, ਆਸਾ ਦੀ ਵਾਰ ਤੇ ਸੰਪੂਰਨ ਆਨੰਦ ਸਾਹਿਬ। ਇਹ ਨਿਤਨੇਮ, ਇਹ ਚੀਜ਼ਾਂ ਮੰਨਣ ਨੂੰ ਵੀ ਤਿਆਰ ਹਾਂ, ਕਿਉਂਕਿ ਜੇ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤੇ ਨਿਤਨੇਮ ਵੀ ਤੇ ਸਾਡੇ ਗੁਰੂ ਦਾ ਹੀ ਹੋਣਾ ਚਾਹੀਦਾ। ਪ੍ਰੋਬਲਮ ਇਹ ਆ ਰਹੀ ਹੈ ਵੀ ਜਦੋਂ ਇਹ ਚੀਜ਼ ਨੂੰ ਢਾਲ ਬਣਾ ਕੇ ਅੱਜ ਤੱਕ ਜਿਹੜੇ ਸਾਡੇ ਨੇ ਸਾਰੇ ਵਰਤਦੇ ਰਹੇ ਆ, ਤੇ ਉਹ ਫਿਰ ਸਾਡੇ ਵਿੱਚ ਆਪਣੇ ਗਰੁੱਪ ਦੇ ਵਿੱਚ ਇੱਕ ਦੁਫਾੜ ਬਹੁਤ ਵੱਡਾ ਖੜਾ ਹੋਣ ਦਾ ਖਦਸ਼ਾ ਪੈਦਾ ਹੋ ਰਿਹਾ। ਇਸ ਕਰਕੇ ਉਸ ਚੀਜ਼ ਨੂੰ ਅਜੇ ਅਸੀਂ ਸਾਈਡ ਤੇ ਕਰ ਰਹੇ ਹਾਂ, ਪਰ ਇਹਨੂੰ ਰੱਦ ਕਰਨਾ ਜ਼ਰੂਰੀ ਹੈ। ਜਦ ਤੱਕ ਇਹ ਰੱਦ ਨਹੀਂ ਹੋਵੇਗੀ ਉਹ ਫਿਰ ਗੱਲ ਉਹੀ ਰਹੇਗੀ ਜਿਸ ਤਰ੍ਹਾਂ ਵੀ ਬਹੁਤ ਸਾਰਾ ਦੁੱਧ ਸੀ, ਵਿੱਚ ਥੋੜੀ ਜਿਹੀ ਕਿਸੇ ਨੇ ਕਾਂਜੀ ਪਾਤੀ, ਦੁੱਧ ਫੁੱਟ ਗਿਆ। ਹਾਂਜੀ ਹਾਂਜੀ ਸਰ ਰਣਜੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋ? ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੋ ਕਿ ਭਾਈ ਵੀਰ ਸੁਖਤੇਜ ਸਿੰਘ ਦੇ ਦਰਸ਼ਨ ਕਰਾਏ ਨੇ 5 ਸਾਲ ਬਾਅਦ। ਜਦੋਂ ਐਬਰਸਫੋਰਡ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਆਏ ਸੀ, ਬਹੁਤ ਬਹੁਤ ਉਹਨਾਂ ਤੇ ਮੈਂ ਸਭ ਇਹਨਾਂ ਨੰਬਰ ਬਦਲਿਆ, ਆਪਣਾ ਪੁਰਾਣਾ ਨੰਬਰਾਂ ਦਾ ਮਿਲ ਨਹੀਂ ਰਿਹਾ। ਹਾਂਜੀ ਚੇਂਜ ਹੋ ਗਿਆ। ਤੁਹਾਨੂੰ ਡਾਕਟਰ ਸਾਹਿਬ ਤੋਂ ਤੁਹਾਡਾ ਨੰਬਰ ਲੈ ਲਾਂਗੇ। ਜੀ 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 ਧੰਨਵਾਦ। ਠੀਕ ਹੈ, ਆਈ ਥਿੰਕ ਵੀ ਆਰ ਐਟ ਦੀ ਐਂਡ। ਸੋ ਸਾਰਿਆਂ ਦਾ ਆਈ ਥਿੰਕ ਵੀ ਆਰ ਨਾਟ ਲੈਫਟ ਵਿਦ ਐਨੀ ਕੁਐਸਚਨ। ਸੋ ਆਪਣੇ ਭਾਈ ਸ਼ਿਵਤੇਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕਸ। ਤੇ ਬਹੁਤ ਇੰਪੋਰਟੈਂਟ ਨਹੀਂ ਹੈ। ਆਈਪੈਡ ਤੇ ਕਿਸੇ ਨੇ ਹੈਂਡ ਰੇਜ਼ ਕੀਤਾ, ਮੈਨੂੰ ਨਹੀਂ ਪਤਾ ਕੌਣ ਹੈ, ਜੇ ਅਨਮਿਊਟ ਕਰਕੇ ਪੁੱਛ ਲਓ ਜੇ ਕੋਈ ਲਾਸਟ ਚ ਹੈਗਾ ਤਾਂ ਤੁਹਾਡਾ। ਹਾਂਜੀ ਮੈਂ ਭੱਲਾ ਬੋਲ ਰਹੇ ਹਾਂ। ਹਾਂਜੀ ਡਾਕਟਰ ਭੱਲਾ, RS ਭੱਲਾ। ਮੇਰਾ ਇੱਕ ਸਵਾਲ ਹੈ ਕਿ ਜਿਹੜੇ ਇਹ ਕਹਿੰਦੇ ਕਿ ਲੋਕੀ ਆਪਣੀ ਸਿੱਖੀ ਛੱਡ ਰਹੇ ਹੈ, ਅਸੀਂ ਆਪੇ ਦੇਖਿਆ ਕਿ ਸਾਡੇ ਜਿਹੜੇ ਬੰਦੇ ਸਿੱਖ ਹੈ ਉਹਨਾਂ ਦੇ ਬੱਚੇ ਸਾਰੇ ਦੇ ਬਾਹਰ ਕੱਟੇ ਹੋਏ ਹੈ। ਔਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਹੈ ਇੰਚਾਰਜ, ਉਹਨਾਂ ਦੇ ਬਾਲ ਰੱਖਿਆ ਸਿਰਫ ਇਸ ਕਰਕੇ ਕਿ ਉਹਨਾਂ ਨੇ ਗੁਰਦੁਆਰੇ 'ਚ ਆਪਣੀ ਹਕੂਮਤ ਕਰਨੀ ਹੈ। ਉਹਨਾਂ ਦੇ ਸਾਰੇ ਬੱਚੇ ਪਹਿਲੇ ਹੀ ਬਾਲ ਕੱਟੇ ਹੋਏ ਆ। ਜੇ ਤੁਸੀਂ ਬੱਚੇ ਦੇ ਪਹਿਲੇ ਦੇ ਬਾਲ ਕਟਾਤੇ ਤਾਂ ਇਹਦਾ ਮਤਲਬ ਬੱਚੇ ਨੂੰ ਛੁੱਟੀ ਹੋ ਗਈ ਕਿ ਜਿੱਥੇ ਮਰਜ਼ੀ ਜਾਵੇ, ਜੋ ਮਰਜ਼ੀ ਕਰੇ। ਤੁਸੀਂ ਜੇ ਆਪਣੇ ਬੱਚੇ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਰਿਲੀਜਨ ਚੇਂਜ ਕਰਨ ਵਾਸਤੇ ਕਿਸੇ ਨਾਲ ਮਜ਼ਦੂਰ ਕਰ ਸਕਦੇ ਹੋ। ਬਿਲਕੁਲ ਸਹੀ। ਕੋਈ ਕਮੈਂਟਸ ਇਹਦੇ ਤੇ ਗਿਆਨੀ ਜੀ? ਹਾਂਜੀ ਨਹੀਂ ਬਿਲਕੁਲ ਬਹੁਤ ਵਧੀਆ ਨਾਲ ਗੱਲ ਕੀਤੀ ਵੀ ਜਿਹੜੀ ਗੱਲ ਆਪਾਂ ਪਹਿਲਾਂ ਸ਼ੁਰੂ ਚ ਕੀਤੀ ਸੀ, ਪਹਿਲਾਂ ਆਪ ਤੇ ਫਿਰ ਆਪਣੇ ਪਰਿਵਾਰ ਨੂੰ, ਕਿਉਂਕਿ ਆਪਣੇ ਪਰਿਵਾਰ ਨੂੰ ਜਦੋਂ ਅਸੀਂ ਆਪਣੇ ਵਿਚਾਰਧਾਰਾ ਗੁਰਬਾਣੀ ਦੀ, ਗੁਰਮਤ ਦੀ, ਸਿੱਖੀ ਦੇ ਫਲਸਫੇ ਦੀ ਉਹਨੂੰ ਨਾਲ ਲੈ ਕੇ ਚੱਲਾਂਗੇ, ਸੁਭਾਵਕ ਹੈ ਕਿ ਉਹ ਚੀਜ਼ ਜਿਹੜੀ ਉਹਨਾਂ ਦੇ ਲਾਈਫ ਦੇ ਵਿੱਚ, ਹੁਣ ਮੇਰੇ ਪਿਤਾ ਸੀ, ਬੇਸ਼ੱਕ ਭਾਵੇਂ ਉਹਨਾਂ ਨੂੰ ਇੰਨੀ ਗੁਰਮਤ ਦੀ ਨਹੀਂ ਸੀ ਉਹ ਜਾਣਕਾਰੀ ਜਿਹੜੀ ਅੱਜ ਦੀ ਤਰੀਕ ਵਿੱਚ ਗੁਰਮਤ ਨਿਕਲ ਕੇ ਬਾਹਰ ਆਈ ਹੈ, ਪਰ ਉਹ ਇਸ ਪਾਸੇ ਸੀ ਤੇ ਸੁਭਾਵਕ ਹੈ ਘਰ ਦਾ ਮਾਹੌਲ ਉਹਨਾਂ ਇਹੋ ਜਿਹਾ ਬਣਾਇਆ ਸੀ, ਅਸੀਂ ਵੀ ਉਸੇ ਲਾਈਨ ਵਿੱਚ ਆ ਗਏ। ਗਾਂ ਹੁਣ ਸਾਡੇ ਜਿਹੜੇ ਬੱਚੇ ਨੇ ਉਹ ਵੀ ਆਪੇ ਉਸ ਪਾਸੇ ਨੂੰ
ਭਾਵੇਂ ਉਹ ਕਿਰਤ ਵਿਰਤ ਕੋਈ ਵੀ ਕਰਨ, ਪਰ ਉਹਨਾਂ ਦੇ ਨਿੱਜੀ ਜੀਵਨ ਦੇ ਵਿੱਚ ਜਿਹੜੀ ਗੁਰਸਿੱਖੀ ਦੀ ਫੁਲਵਾੜੀ ਹੈ ਉਹ ਜ਼ਰੂਰ ਮਹਿਕਣੀ ਚਾਹੀਦੀ ਹੈ। ਤੇ ਇਹ ਇਹਨਾਂ ਦੀ ਗੱਲ ਬਹੁਤ ਵਧੀਆ ਵਾ ਵੀ ਆਪਾਂ ਆਪਣੇ ਬੱਚਿਆਂ ਵਾਲੇ ਪਾਸੇ, ਪਰਿਵਾਰ ਵਾਲੇ ਪਾਸੇ ਇਹ ਧਿਆਨ ਜ਼ਰੂਰ ਦਈਏ। ਜਿਹੜੀ ਗੱਲ ਗੁਰਦੁਆਰੇ ਦੀ ਹੈ, ਮੈਂ ਗੁਰਦੁਆਰਾ ਕਲਚਰ ਨਾਲ ਸਹਿਮਤ ਨਹੀਂ ਹੈ। ਬੇਸ਼ੱਕ ਭਾਵੇਂ ਮੈਂ ਗੁਰਦੁਆਰੇ ਤੇ ਕਥਾ ਕਰਦਾ ਰਿਹਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜੋ ਕੁਛ ਮੈਂ ਗਲਤ ਵੀ ਕੀਤਾ ਮੈਂ ਉਹਨੂੰ ਵੀ ਐਕਸੈਪਟ ਕਰਦਾ ਵਾਂ ਔਰ ਬਿਲਕੁਲ ਐਲਾਨੀਆਂ ਕਰਦਾ ਵੀ ਹਾਂ ਆਹ ਕੁਛ ਮੇਰੇ ਕੋਲੋਂ ਜ਼ਿੰਦਗੀ 'ਚ ਗਲਤ ਹੋਇਆ, ਪਰ ਮੈਂ ਗੁਰਦੁਆਰਾ ਪਲੇਟਫਾਰਮ ਨੂੰ ਵਰਤਦਾ ਵਾਂ ਸਿਰਫ ਗੁਰਮਤ ਦੀ ਗੱਲ ਕਹਿਣ ਵਾਸਤੇ। ਜਿਵੇਂ ਬਾਬਾ ਨਾਨਕ ਸਾਹਿਬ ਨੇ ਵਰਤਿਆ ਸੀ ਹਰਿਦੁਆਰ ਨੂੰ, ਚਾਹੇ ਮੱਕੇ ਨੂੰ ਵਰਤਿਆ ਸੀ, ਇਹਦਾ ਮਤਲਬ ਇਹ ਨਹੀਂ ਵੀ ਉਸ ਕਲਚਰ ਨੂੰ ਮੰਨਦੇ ਆ, ਗੁਰਮਤ ਦੀ ਗੱਲ ਕਰਨ ਵਾਸਤੇ। ਮੈਂ ਸਮਝਦਾ ਜਦੋਂ ਦਾ ਗੁਰਦੁਆਰਾ ਕਲਚਰ ਸਾਡੇ ਵਿੱਚ ਪ੍ਰਫੁੱਲਤ ਹੋਇਆ ਹੈ, ਉਦੋਂ ਤੋਂ ਹੀ ਜਿਹੜੇ ਸਿੱਖੀ ਹੈ ਨਾ ਇਹਦੇ ਵਿੱਚ ਬਹੁਤ ਵੱਡਾ ਢਾਹ ਜਿਹੜੀ ਉਹ ਲੱਗੀ ਹੈ। ਜੇ ਗੁਰਦੁਆਰਾ ਕਲਚਰ ਨਾ ਹੁੰਦਾ, ਹੋ ਸਕਦਾ ਕਿ ਅੱਜ ਇਹ ਡੇਰਾਵਾਦ ਵੀ ਇੰਨਾ ਜ਼ਿਆਦਾ ਪ੍ਰਫੁੱਲਤ ਨਾ ਹੁੰਦਾ। ਬਾਬੇ ਨਾਨਕ ਦੇ ਜਿਹੜੀ ਗੁਰੂ ਸਾਹਿਬ ਜੀ ਦਾ ਜਿਹੜਾ ਫਲਸਫਾ ਸੀ ਉਹ ਤੇ ਇਹ ਸੀ, ਭਾਈ ਗੁਰਦਾਸ ਜੀ ਨੇ ਜਿਵੇਂ ਕਿਹਾ ਘਰ ਘਰ ਅੰਦਰ ਧਰਮਸ਼ਾਲ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਆਪਣੀ ਫੈਮਿਲੀ, ਆਪਣਾ ਪਰਿਵਾਰ, ਆਪਣੇ ਘਰ ਦੇ ਵਿੱਚ ਡਿਸਕਸ ਕਰਨੀਆਂ ਚਾਹੀਦੀਆਂ। ਹੋਣਾ ਤੇ ਇਹ ਚਾਹੀਦਾ ਵੀ ਜਿੰਨੇ ਕੁ ਆਪਾਂ ਸਪੋਜ਼ ਕਰੋ ਜਿਹੜੇ ਇਸ ਏਰੀਏ ਵਿੱਚ ਆਪਾਂ ਇੱਕ ਵਿਚਾਰਧਾਰਾ ਵਾਲੀ ਇਸ ਤਰ੍ਹਾਂ ਇਕੱਠੇ ਹੁੰਦੇ ਆ, ਬੇਸ਼ੱਕ ਆਪਣੀਆਂ ਫੈਮਲੀਆਂ ਸਾਰੀਆਂ ਇਕੱਠੀਆਂ ਹੋਣ, ਕੋਈ ਆਪਾਂ ਦਿਨ ਮਹੀਨੇ 'ਚ ਇੱਕ ਐਸਾ ਰੱਖ ਲਈਏ, ਆਪਾਂ ਉਦੋਂ ਸਾਰੇ ਫੈਮਲੀਆਂ ਨੇ ਇਕੱਠੇ ਹੋਣਾ, ਵੀ ਬੱਚਿਆਂ ਨੇ ਵੀ ਇਕੱਠੇ ਹੋਣਾ, ਨਾਲੇ ਇੱਕ ਦੂਜੇ ਨਾਲ ਸਾਰੇ ਬੱਚਿਆਂ ਦੀ ਜਾਣ ਪਹਿਚਾਣ ਬਣਦੀ ਹੈ, ਨਾਲ ਸਾਡਾ ਇੱਕ ਕਾਫਲਾ ਜਿਹੜਾ ਉਹ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਜਿਹੜੇ ਦੂਜੇ ਸ਼ਹਿਰ ਵਿੱਚ ਨੇ ਉੱਥੇ 2 ਪਰਿਵਾਰ ਹੋਣ, 4 ਪਰਿਵਾਰ ਹੋਣ, 10 ਪਰਿਵਾਰ ਹੋਣ, ਇੱਕ ਦੂਜੇ ਨਾਲ ਰਾਬਤਾ ਕਾਇਮ ਕਰੀਏ। ਤੁਸੀਂ ਕਦੇ ਗੌਰ ਕਰਿਓ, ਮੈਂ ਡੇਰੇਦਾਰਾਂ ਕਿਉਂਕਿ ਮੈਂ ਉਹਨਾਂ ਵਿੱਚੋਂ ਨਿਕਲ ਕੇ ਆਇਆ, ਮੈਂ ਉਹਨਾਂ ਦਾ ਗੌਰ ਨਾਲ ਦੇਖਿਆ, ਉਹ ਬਹੁਤ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਰੱਖਦੇ ਆ। ਉਹ ਪਰਿਵਾਰ ਇੱਕ ਦੂਜੇ ਨਾਲ ਜੁੜੇ ਹੁੰਦੇ ਆ। ਉਹ ਤੁਸੀਂ ਬਾਬਾ ਜੀ ਦੀ ਸੰਗਤ, ਹਾਂਜੀ ਮੈਂ ਫਲਾਣੇ ਬਾਬਾ ਜੀ ਦੀ ਸੰਗਤ ਵਿੱਚੋਂ, ਉਹਨਾਂ ਦੀਆਂ ਸੰਗਤਾਂ ਨੇ, ਬੜਾ ਉਹਨਾਂ ਦਾ ਆਪਸ ਵਿੱਚ ਤਾਲਮੇਲ, ਇੱਕ ਦੂਜੇ ਨਾਲ ਸਾਰਾ ਉਹਨਾਂ ਦੀ ਆਉਣ ਜਾਣ ਹੈ। ਉਹ ਤੇ ਰਿਸ਼ਤੇਦਾਰੀਆਂ ਵੀ ਆਪਸ ਵਿੱਚ ਇਸੇ ਕਰਕੇ ਜੋੜਦੇ ਆ ਵੀ ਸੰਗਤ ਤੋਂ ਬਾਹਰ ਨਹੀਂ ਅਸੀਂ ਜਾਣਾ। ਜਦੋਂ ਕਿ ਸਾਡਾ ਜਿਹੜਾ, ਅਸੀਂ ਉਹ ਦਾਇਰਿਆਂ ਦੀ ਗੱਲ ਨਹੀਂ ਕਰਨੀ ਵੀ, ਹਾਂ ਇਹ ਹੈ ਵੀ ਘੱਟੋ ਘੱਟ ਸਾਡੇ ਪਰਿਵਾਰ, ਸਾਡੇ ਬੱਚੇ ਜਦੋਂ ਇੱਕ ਦੂਜੇ ਨਾਲ ਇਸ ਤਰ੍ਹਾਂ ਸਿੱਖੀ ਦੀ ਹੀ ਗੱਲ ਕਰਾਂਗੇ, ਸਾਰੇ ਇਕੱਠੇ ਹੋਣਗੇ, ਤੇ ਜ਼ਰੂਰ ਮੇਰੇ ਖਿਆਲ ਦੇ ਨਾਲ ਇਹ ਹੈ ਕਿ ਜਿਹੜੀ ਉਹਨਾਂ ਨੇ ਸੰਗਤ ਦੂਜੇ ਪਾਸੇ ਦੀ ਕਰਨੀ ਹੁੰਦੀ ਹੈ, ਗਲਤ ਸੰਗਤ ਵਾਲੇ ਪਾਸੇ, ਉਹੀ ਜੋ ਉਹਨਾਂ ਦੀ ਜਿਹੜੀ ਹੈ ਇਧਰਲੇ ਪਾਸੇ ਜਿਹੜੀ ਚੰਗੇ ਪਾਸੇ ਆ ਜਾਏਗੀ। ਇਹ ਵੀ ਇੱਕ ਬਹੁਤ ਵਧੀਆ ਤਰੀਕਾ ਵਾ। ਕੋਸ਼ਿਸ਼ ਕਰਾਂਗੇ ਆਪਾਂ ਸਾਰੇ ਰਲ ਮਿਲ ਕੇ ਜੇ ਇਹਨੂੰ ਆਪਾਂ ਚਲਾ ਸਕੀਏ। ਹਾਂਜੀ, ਥੈਂਕ ਯੂ ਜੀ। ਚਲੋ ਮੈਂ ਫਿਰ ਤੋਂ once again I thank ਭਾਈ ਸ਼ਿਵਤੇਜ ਸਿੰਘ ਜੀ। ਜਦੋਂ ਵੀ ਹੱਕ ਮਾਰੀ ਦੀ ਆ, ਸਰੀ 'ਚ ਰਹਿੰਦੇ, ਸਾਨੂੰ ਇਮੀਡੀਏਟਲੀ ਬੁਲਾ ਲੈਂਦੇ ਅਸੀਂ ਉਹਨਾਂ ਨੂੰ, ਔਰ ਅਸੀਂ ਕਈ ਚੀਜ਼ਾਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਹਾਂ ਆਫ ਦੀ ਲਾਈਨ ਵੀ। ਸੋ ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਸਾਰਿਆਂ ਦਾ ਤੇ ਸ਼ਿਵਤੇਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਬਾਕੀ ਸਾਰੇ ਆਇਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਨੈਕਸਟ ਵੀਕ ਅਸੀਂ ਮਿਲਾਂਗੇ। ਮੈਂ ਡਿਕਲੇਅਰ ਨਹੀਂ ਅਜੇ ਕਰ ਸਕਦਾ, ਬਟ ਵੀ ਵਿਲ ਹੈਵ ਅ ਗੁੱਡ ਸਪੀਕਰ। ਥੈਂਕ ਯੂ ਜੀ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।